ਲਓ ਜੀ, ਰੋਜ਼ ਦੀ ਤਰ੍ਹਾਂ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਸਭ ਤੋਂ ਪਹਿਲੀ ਗੱਲ ਤੇ ਉਹੀ ਹੈ ਜੀ, ਜਿਹੜੀ ਚੀਜ਼ ਇੰਨੇ ਚਿਰ ਤੋਂ ਉਡੀਕੀ ਜਾ ਰਹੀ ਸੀ ਕਿ ਕਿਤੇ ਖਬਰ ਆਵੇ, ਕਿਤੇ ਕੋਈ ਖਬਰ ਸੁਣਾਵੇ, ਤੇ ਅੱਜ ਉਹ ਖਬਰ ਆ ਵੀ ਗਈ ਹੈ ਤੇ ਖਬਰ ਅਸੀਂ ਸੁਣਾਵਾਂਗੇ ਵੀ, ਜਿਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਗੱਲਾਂ ਬਾਤਾਂ ਵੀ ਹੋਣਗੀਆਂ ਨਾਲ ਵੀ। ਪਰਮਵੀਰ ਬਾਠ ਹੋਣੀ ਉਸੇ ਤਰ੍ਹਾਂ ਹੀ ਟਾਈ ਲਾ ਕੇ। ਹੋਰ WhatsApp ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਆਪਣਾ ਸੁਣਾਓ? ਆਪਣਾ ਵੀ ਠੀਕ ਜੀ। ਨਹੀਂ ਤੁਹਾਡਾ ਤਾਂ ਠੀਕ ਚਾਹੀਦਾ ਹੀ ਆ, ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਹੁਣ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲ ਗਿਆ। ਔਖਾ ਤਾਂ ਹੁੰਦਾ, ਹਾਂ। ਸੱਟ ਜੀ ਤਾਂ ਨਹੀਂ ਲੱਗਦੀ? ਸੱਟ ਜੀ ਟਸ ਤਾਂ ਨਹੀਂ ਹੁੰਦੀ? ਨਹੀਂ ਠੀਕ ਹੈ, ਠੀਕ ਹੈ ਚਲੋ। ਬਾਕੀ ਦੇਖੋ ਸੰਧਾਲੀਆ ਸਾਹਿਬ, ਬਹੁਤ ਜ਼ਿਆਦਾ ਅੱਗੇ ਪਿੱਛੇ ਵਾਲੀ ਗੱਲ ਤਾਂ ਹੈ ਨਹੀਂ। ਮੈਂ ਸੋਚਦਾ ਸੀ ਮੈਂ ਕਿ ਜੇ ਕਿਤੇ ਹੁਣ ਛੋਟੇ ਹੁੰਦੇ ਅੱਜ ਮੈਂ ਤਾਂ ਤੂੰ ਦੋਨੋਂ ਭਾ ਹਨਾ, ਫਿਰ ਹੂਟੇ ਲੈਂਦੇ। ਆਹਾ, ਚਾਹੇ ਪੰਜਾਬ ਚ ਹੁੰਦੇ ਚਾਹੇ ਯੂਪੀ ਚ ਹੁੰਦੇ, ਹੂਟੇ ਲੈਂਦੇ। ਬੜੇ ਜ਼ਰੂਰੀ ਸੀ ਹਨਾ। ਮਤਲਬ ਮੈਂ ਤੇ ਉਹ ਸੋਚਦਾ ਵੀ ਹੋਰ ਕੁਝ ਹੁੰਦਾ ਨਾ ਹੁੰਦਾ, ਇੱਕ ਹੱਥ ਨਾਲ ਆਪਾਂ ਨਿੱਕਰ ਫੜੀ ਹੋਣੀ, ਆਹਾ, ਇੱਕ ਹੱਥ ਮਤਲਬ ਆਪਣੀ ਉਹ ਆਪਣੀ ਨਿੱਕਰ ਫੜੀ ਹੋਣੀ ਸੀ। ਇੱਕ ਹੱਥ ਦੇ ਵਿੱਚ ਉਹ ਹਦਾ ਵੀ ਮੁੱਠ ਭਰ ਕੇ, ਉਹ ਉਹਨਾਂ ਨੂੰ ਪਤਾ ਨਹੀਂ ਹੁਣ ਢੈਣੇ ਸਮਝ ਲਓ, ਬਰੰਟੇ ਸਮਝ ਲਓ, ਹੈ ਨਾ, ਉਹ ਫੜੇ ਹੋਣੇ ਸੀ। ਤੇ ਓਏ ਆ ਗਈ ਆ, ਓਏ ਤਿੰਨੇ ਵਾਲਾ ਸਾਲਿਆ ਇਹਦੇ ਤੇ ਘੁੰਮਦੇ ਹੀ, ਉੱਤੇ ਪੱਖੇ ਘੁੰਮਦੇ ਹੀ, ਬਚ ਕੇ ਰਹੀ, ਉੜ ਜਾਂਦਾ ਹੀ। ਆਹੋ, ਅੱਛਾ ਓਏ। ਤੇ ਉਦੋਂ ਬਾਅਦ ਕੋਈ ਆਪਾਂ ਨੂੰ ਆਂਦਾ ਇਧਰ ਆ ਪੁੱਤ। ਨਹੀਂ ਮੈਂ ਤਾਂ ਇਹ ਵੀ ਦੇਖਿਆ, ਹੁਣ ਵਾਲੇ ਨਿਆਣੇ ਦੇ ਸਾਫ ਸੁਥਰੇ ਆ। ਜਿੰਨੀ ਤੁਹਾਨੂੰ ਮਿੱਟੀ ਲੱਗੀ ਹੁੰਦੀ ਉਦੋਂ ਤੁਹਾਨੂੰ ਕਿਸੇ ਨੇ ਨਹੀਂ ਬਿਠਾਉਣਾ ਸੀ। ਨਹੀਂ ਮਿੱਟੀ ਵੀ ਲੱਗੀ ਹੁੰਦੀ, ਭਾਵੇਂ ਉਦੋਂ ਬਾਅਦ ਕਈ ਕੁਛ ਵਗਦਾ ਹੁੰਦਾ। ਹਾਂ। ਮੈਂ ਇੱਕ ਗੱਲ ਹੋਰ ਸੋਚਦਾ ਸੀ ਸੰਧਾਲੀਆ ਸਾਹਿਬ, ਬੜੀ ਕਮਾਲ ਦੀ ਗੱਲ। ਮੈਂ ਸੋਚਦਾ ਸੱਚੀ ਪੀੜ੍ਹੀ ਦਾ ਫਰਕ ਪੈ ਗਿਆ। ਜਾਣੀ ਵੀ ਝੂਟੇ ਸਾਨੂੰ ਵੀ ਉਦੋਂ ਮਿਲਦੇ ਹੁੰਦੇ ਸੀ, ਸਾਡੀ ਅੱਡੀ ਛਿੱਲੀ ਰਹਿੰਦੀ ਹੁੰਦੀ ਸੀ, ਕਿਉਂਕਿ ਸਾਈਕਲ ਤੇ ਕਿਸੇ ਨੇ ਮਗਰ ਬਿਠਾ ਲੈਣਾ, ਦੋਨੇ ਪਾਸੇ ਲੱਤਾਂ ਕਰਕੇ ਬਹਿਣਾ, ਹੌਲੀ ਹੌਲੀ ਅੱਡੀ ਅਟੈਚ। ਹਾਂ, ਨਹੀਂ ਉਹ ਦੇਖੋ ਨਾ, ਪਹਿਲਾਂ ਤੇ ਅੱਡੀ ਵਿੱਚ ਦੇਣੀ, ਲਹੂ ਉੱਚੋਂ ਵਗਣਾ ਤੇ ਕੰਨ ਅਗਲੇ ਚਪੇੜਾਂ ਨਾਲ ਲਾਲ ਕਰ ਦਿੰਦੇ। ਵੀ ਤੈਨੂੰ 20 ਵਾਰ ਸਮਝਾਇਆ ਬੰਦੇ ਦੇ ਪੁੱਤ ਕਿਆ ਕਿਹੜੇ ਨਹੀਂ, ਤੂੰ ਦੱਸ ਕਿਹਨੂੰ ਪੁੱਛ ਕੇ ਬੈਠਾ ਈ। ਇੱਕ ਵਾਰ ਨਿਆਣੇ ਨੇ ਇੱਕ ਇੱਥੋਂ ਮੋਢੇ ਹੱਥ ਫੜ ਕੇ ਥਾੜ ਜਾਣੀ ਛੇਤੀ ਮਾਰ ਦਿੰਦੇ ਹੁੰਦੇ ਸੀ। 10 ਸਕਿੰਟਾਂ 'ਚ 4 ਉਹਨਾਂ ਨੇ ਜੜ ਦੇਣੀਆਂ ਵੀ ਬੰਦੇ ਨੂੰ ਸੋਚਣ ਦਾ ਟਾਈਮ ਨਾ ਮਿਲੇ। ਨਹੀਂ ਤੀਜੀ ਤੋਂ ਬਾਅਦ ਤੇ ਪਤਾ ਨਹੀਂ ਲੱਗਦਾ ਹੁੰਦਾ ਵੀ ਵਜਣ ਵੀ ਨਹੀਂ ਹੈ। ਚਲੋ, ਇਹ ਆਪਾਂ ਝੂਟਿਆਂ ਹੂਟਿਆਂ ਦੀ ਗੱਲ ਕਰਨ ਲੱਗੇ। ਦੇਖੋ, ਕਾਰਨ ਇਹ ਵੀ ਵੋਟਾਂ ਆ ਗਈਆਂ ਸਿਰ ਤੇ ਹੁਣ ਇਹ ਪਤਾ ਨਹੀਂ, ਇਹਦੀ ਗੱਲ ਕਲੀਅਰ ਆ ਵੀ ਇਹ ਲੀਡਰਾਂ ਦੇ ਆਪ ਤੇ ਨਹੀਂ ਦਿਮਾਗ 'ਚ ਆਉਂਦੀ ਗੱਲ। ਇਹ ਜਿਹੜੇ ਬੰਦੇ ਮੈਨੂੰ ਲੱਗਦਾ ਵੀ ਕਰੋੜਾਂ ਰੁਪਈਆ ਲੈਂਦੇ ਆ, ਉਹ ਜ਼ਰੂਰ ਦੱਸ ਦੇਣਗੇ ਵੀ ਸਾਰਾ ਕੁਛ ਇਸ ਤਰ੍ਹਾਂ ਦਾ ਕਰੋ, ਇਹ ਖਬਰ ਬਣਦੀ ਹੈ। ਤੇ ਮੈਨੂੰ ਇਹ ਵੀ ਸ਼ੱਕ ਹੈ ਵੀ ਇਹ ਜਦੋਂ ਕਿਤੇ ਖਬਰ ਬਣੀ ਹੋਊਗੀ, ਉਹ ਪਹਿਲਾਂ ਡਿਸਕਸ ਜਿੱਥੇ ਵੀ ਹੋਈ ਹੋਊਗੀ, ਉੱਥੇ ਹੋ सकता है कितने कॉफ़ी पीते हैं, मैंने ना इस पर अपनी टीम को ये सलाह दी है, तो हमारी जो कंपनी है ना वो उनको ऐसा बोलेगी कि आप ऐसा कर दो। हो सकता है जिन्होंने ऐसा कर दो क्या होवे उन्हें भी अपनी कंपनी को वही सलाह देती हुए तो घटना भी देखो एक दिन के फर्क नाल ही वापर गई। हाँ, ये भी हो सकता है। वो बच्चे ना गाँव के होने चाहिए, गाँव के थोड़े से ना ठीक ठाक से कपड़े होने चाहिए उनके, और खुद सेल्फी लेनी है। हाँ, कोई और ना खींचे, नहीं तो किसी को लगा फोटो खिंचवाते हैं। खुद सेल्फी लेनी है, बच्चे सारे आने चाहिए, ग्लो होना चाहिए उनके चेहरे। उनको पहले बोलना है हंसो, है ना, वो ऐसा लगना चाहिए कि वो ਨੂਰ ਹੈ ਉਨਕੇ ਚਿਹਰੇ पे, है ना। देखो ਇਹ ਥੋੜੀ ਤੇ ਸਮਝ ਇਹਨਾਂ ਨੂੰ ਲੱਗੀ ਹੋਣੀ, ਆਪਣੇ ਮੈਂਬਰ ਪਰਿਵਾਰ ਦੇ ਇੰਨੇ ਤਾਂ ਸਿਆਣੇ ਹੈਗੇ ਆ। ਪਰ ਚਲੋ ਆਪਾਂ ਕਲੀਅਰ ਕਰਦੀ ਵੀ ਹੋਇਆ ਕੀ ਕਰਨਾ ਚਾਹੀਦਾ। ਵੀ ਦੇਖੋ, ਇੱਕ ਦਿਨ ਪਹਿਲਾਂ ਇਹ ਖਬਰ ਆਉਂਦੀ ਆ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਅਚਾਨਕ ਜਦੋਂ ਹੈਲੀਕਾਪਟਰ ਤੇ ਚੜਨ ਲੱਗੇ ਤੇ ਐਂ ਦੇਖਿਆ, ਹੋਏ ਆ ਉਹ ਬੱਚੇ ਖੇਡਦੇ ਆ, ਪੁੱਤ ਝੂਟਾ ਲੈਣਾ, ਝੂਟਾ ਹੈਲੀਕਾਪਟਰ ਤੇ ਲੈਣਾ ਜੀ, ਆਓ ਫਿਰ ਪੁੱਤਾਂ ਨੂੰ ਝੂਟਾ ਦਵਾਈਏ। ਮਤਲਬ ਹੈਲੀਕਾਪਟਰ ਤੇ ਆਮ ਘਰਾਂ ਦੇ ਨਿਆਣਿਆਂ ਨੂੰ ਝੂਟੇ ਦਿੰਦੇ ਨੇ ਮੁੱਖ ਮੰਤਰੀ ਸਾਹਿਬ ਜੀ। ਬਈ ਵੱਡੀ ਖਬਰ ਬਣ ਗਈ, ਨਾਲ ਸੈਲਫੀ ਲੈਂਦੇ ਨੇ ਉਹਨਾਂ। ਹੁਣ ਅਜੇ ਪੰਜਾਬ ਵਾਲਿਆਂ ਨੂੰ ਇਹ ਮਤਲਬ ਇਸ ਤੋਂ ਪਹਿਲਾਂ ਵੀ ਜਿੱਦਾਂ ਕਈਆਂ ਤੇ ਸ਼ਾਮ ਨੂੰ ਰੋਟੀ ਨਹੀਂ ਖਾਦੀ, ਉਹ ਕਹਿੰਦੇ ਵੀ ਇੰਨਾ ਰੱਜਿਆ ਨਾ, ਇਹਦੇ ਤੋਂ ਬਾਅਦ ਨਹੀਂ ਕੁਝ ਵੀ ਹੋ ਸਕਦਾ। ਵੀ ਆਮ ਘਰਾਂ ਦੇ ਨਿਆਣਿਆਂ ਦੇ ਕਰਮਾਂ 'ਚ ਹੈਲੀਕਾਪਟਰ। ਉਹ ਅਚਾਨਕ चूरन की खबर यूपी तो आई है भी योगी आदित्यनाथ और ने भी उदा ही किया, मजदूरों के बच्चों को लाओ भाई, इधर लाओ बेटा, हेलीकॉप्टर में चढ़ना है, चढ़ाओ इनको। हाँ, ये ऊपर उड़ता है, हाँ, जिसके पंख ऐसे ऐसे घूमते हैं। चलो संधालिया साहब, एक गल तो हैगी, मैं सोच रहा सी उस वेले, मैं कहा सफर कितनी छेती तय करते हैं। जे कल की गल है, खबर आई सी कि ਜਿਹੜਾ आम बच्चे स्टूडेंट ਜਿਹੜੇ ਉਹਨਾਂ ਨੂੰ ਸਾਈਕਲ ਵੰਡਣ ਨੂੰ ਦੇਣੇ ਸੀ, ਸਾਈਕਲ ਵੰਡੇ ਹੀ ਨਾ ਗਏ। ਜੰਗਾਲ ਪੈ ਗਿਆ, ਜੰਗ ਪੈ ਗਿਆ, ਉੱਥੇ ਕਿਸੇ ਦਾ ਨਟ ਖੁੱਲ ਗਿਆ, ਕਿਸੇ ਦਾ ਕੁਛ ਹੋ ਗਿਆ, ਤੇ ਉਹ ਰਿਪੋਰਟਾਂ ਇਕੱਠੀਆਂ ਕਰਦੇ ਫਿਰਦੇ ਆ ਕਿ ਭਾਈ ਸਾਈਕਲ। ਜਾਣੀ ਕੱਲ ਤੱਕ ਜਿਹੜੇ ਬੱਚਿਆਂ ਨੂੰ ਅਸੀਂ ਸਾਈਕਲ ਵੰਡਣ ਦੇ ਲਈ ਕਦੀ ਆਹ ਸਕੀਮ, ਕਦੇ ਆਹ ਸਕੀਮ, ਕਦੇ ਆਹ ਸਕੀਮ, ਫੋਟੋ ਕਿਸੇ ਦੀ ਵੱਡੀ ਤੇ ਕਿਸੇ ਦੀ ਛੋਟੀ, ਕਿਸੇ ਦੀ ਉੱਪਰਲੇ ਪਾਸੇ, ਕਿਸੇ ਦੀ ਪੈਰਾਂ ਦੇ ਕੋਲ,
ਉਹ ਸੂਬਾ ਇਲੈਕਸ਼ਨ ਨੇੜੇ ਆਉਂਦਾ ਆਉਂਦਾ ਉੱਥੋਂ ਦਾ ਬੱਚਾ ਜਿਹਨੂੰ ਅਸੀਂ ਸਾਈਕਲ ਦੇ ਦੇ ਕੇ ਵੋਟਾਂ ਇਕੱਠੀਆਂ ਕਰਦੇ ਸੀ, ਉਹ ਹੈਲੀਕਾਪਟਰ ਤੱਕ ਪਹੁੰਚ ਗਿਆ। ਤੇ ਮੈਂ ਇਹ ਵੀ ਸੋਚਦਾ ਸੀ ਹਵਾ ਆ, ਸਾਡੇ ਕਿੰਨੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਹਜ਼ਾਰ 'ਚ ਚੜ੍ਹਦੇ ਆ ਪਲੇਨ 'ਚ, ਉਹਦੇ ਤੋਂ ਬਾਅਦ ਉਹ ਹਵਾ 'ਚ ਉੱਡਦੇ ਆ, 7 ਸਮੁੰਦਰ ਪਾਰ ਕਰਦੇ ਆ ਤੇ ਪੰਜਾਬ ਤੋਂ ਲੱਖਾਂ ਰੁਪਈਆਂ ਫੀਸਾਂ ਲੈ ਕੇ ਤਾਂ ਫਿਰ ਵਿਦੇਸ਼ 'ਚ ਜਾ ਕੇ ਪੜ੍ਹਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਈ ਇੱਥੇ ਸ਼ਾਇਦ ਕੰਮਕਾਰ ਮਿਲ ਜਾਏ, ਸਾਡੀ ਜ਼ਿੰਦਗੀ ਸ਼ਾਇਦ ਸੁਰੱਖਿਅਤ ਹੋ ਜਾਏ, ਸਾਨੂੰ ਕੰਮ ਵੀ ਮਿਲ ਜੂਗਾ, ਸਾਡੀ ਪੜ੍ਹਾਈ ਵੀ ਪੂਰੀ ਹੋ ਜੂਗੀ, ਅਸੀਂ ਇੱਥੇ ਵਸ ਵੀ ਜਾਵਾਂਗੇ। ਤੇ ਮੁੱਖ ਮੰਤਰੀ ਸਾਹਿਬ ਸੁੱਖ ਨਾਲ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਰਹੇ ਆ, 4.5 ਸਾਲ ਉਹਨਾਂ ਨੇ ਗੱਦੀ ਸਾਂਭੀ ਹੈ, ਹੁਣ ਮੁੱਖ ਮੰਤਰੀ ਬਣੇ ਆ। ਤੇ ਕਰਨਾ ਚਾਹੀਦਾ ਸੀ ਕੁਝ, ਠੀਕ ਹੈ ਇਹਨਾਂ ਨੂੰ ਹੂਟੇ ਦੇਣੇ ਜ਼ਰੂਰੀ ਹੈ, ਬੱਚਿਆਂ ਨੂੰ ਮਿਲੇ ਮੌਕਾ, ਪਰ ਦੂਸਰੇ ਪਾਸੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਇਸ ਵੇਲੇ ਹਵਾ ਦੇ ਵਿੱਚ ਤੁਰੀਆਂ ਫਿਰਦੀਆਂ ਤੇ ਉਹਨਾਂ ਨੂੰ ਖਿੱਚ ਕੇ ਥੋੜਾ ਜਿਹਾ ਸਾਂਭਣ ਦੀ ਵੀ ਲੋੜ ਹੈ, ਸ਼ਾਇਦ ਉਧਰ ਵੀ ਧਿਆਨ ਹੋਵੇ। ਨਹੀਂ ਕਰਨਗੇ ਜੀ, ਸਦਕੇ ਏਡੀ ਗੱਲ ਨਹੀਂ ਹੈਗੀ। ਹੁਣ ਦੇਖੋ ਆਪ ਥੋੜਾ ਇੰਨਾ ਸਮਾਂ ਲੱਗਦਾ, ਅਸੀਂ ਨਹੀਂ ਆਂਦੇ ਵੀ ਇਹ ਸੱਚ ਹੈ ਝੂਠਾ, ਇਹ 19 ਦੇਰ ਤੱਕ ਸੱਚ ਹੀ ਮੰਨਿਆ ਜਾ ਰਿਹਾ ਸੀ ਵੀ ਅਚਾਨਕ ਵਾਪਰੀ ਘਟਨਾ ਜੀ, ਜੇ ਯੋਗੀ ਆਦਿੱਤਿਆਨਾਥ ਹੋਰੀ ਇਹ ਕੰਮ ਨਾ ਕਰਦੇ ਅਸੀਂ ਗੱਲ ਹੀ ਨਹੀਂ ਸੀ, ਸਾਨੂੰ ਕੀ ਲੋੜ ਪਈ ਗੱਲ ਕਰਨ ਦੀ। ਹੁਣ ਦੇਖੋ ਕਾਰਨ ਹੈ ਵੀ ਪੰਜਾਬ 'ਚ ਵੀ ਇਲੈਕਸ਼ਨ ਆ ਤੇ ਘਟਨਾ ਪੰਜਾਬ 'ਚ ਵੀ ਉਹ ਵਾਪਰਦੀ ਹੈ, ਯੂਪੀ 'ਚ ਵੀ ਇਲੈਕਸ਼ਨ ਆ ਤੇ ਘਟਨਾ ਯੂਪੀ 'ਚ ਵੀ ਉਹ ਵਾਪਰਦੀ ਹੈ, ਜਿੱਦਾਂ ਦੀ ਪੰਜਾਬ 'ਚ ਵਾਪਰਦੀ ਉੱਦਾਂ ਦੀ ਯੂਪੀ 'ਚ ਵਾਪਰ ਜਾਂਦੀ ਹੈ। ਤੇ ਆਪਾਂ ਇਹ ਵੀ ਸੁਣਦੇ ਹਾਂ ਭਾਈ ਸਾਹਿਬ ਵੀ ਅੱਜ ਕੱਲ ਬੜੀਆਂ ਕੰਪਨੀਆਂ ਆ ਗਈਆਂ ਜਿਹੜੀਆਂ ਸਲਾਹ ਦਿੰਦੀਆਂ ਨੇ ਸਰ ਤੁਸੀਂ ਇਸ ਤਰ੍ਹਾਂ ਕਰਨੇ ਆ। ਨਹੀਂ ਤੇ ਪਿਛਲੇ ਸਮੇਂ 'ਚ ਆਪਾਂ ਕਈ ਬੰਦੇ ਦੇਖੇ ਸੀਗੇ ਕਹਿੰਦੇ ਉਹ ਹੋ ਜਲੇਬੀ ਕੱਢਣ ਲੱਗ ਪਿਓ, ਠੀਕ ਹੈ, ਨਹੀਂ ਇੱਦਾਂ ਕਿਦਾਂ ਤਾਸ਼ ਵੀ ਖੇਡੀ ਉਹਨਾਂ, ਲੈ ਚਾਹ ਨਹੀਂ ਪੀਤੀ ਵੇਖੀ ਨਹੀਂ। ਮਤਲਬ ਇਹ ਗੱਲਾਂ ਆਮ ਤੌਰ ਤੇ ਲੀਡਰਾਂ ਦੇ ਦਿਮਾਗ 'ਚ ਨਹੀਂ ਆਉਂਦੀਆਂ ਵੀ ਕਦੋਂ ਮੈਂ ਗੋਲੀ ਬਣਨੇ ਤੇ ਕਦੋਂ ਮੈਂ ਗੋਲ ਕਰਨਾ ਹੀ। ਪਰ ਇਹ ਗੋਲੀ ਬਣਨ ਤੋਂ ਗੋਲ ਕਰਾਉਣ ਤੋਂ ਲੈ ਕੇ ਹੈਲੀਕਾਪਟਰ ਤੱਕ ਚੜਾਉਣ ਵਾਲੇ ਬੰਦੇ ਘੱਟੋ ਘੱਟ ਬਹਿ ਕੇ ਕਿਤੇ ਉਹ ਸਲਾਹ ਦੇਣ ਵੀ ਮਹਾਰਾਜ ਤੁਹਾਡੀ ਸਰਕਾਰ ਤਾਂ ਬਣ ਜੂਗੀ, 5 ਸਾਲ ਇਸ ਸਟੇਟ ਨੂੰ ਇਦਾਂ ਚਲਾ ਲਿਓ, ਫਿਰ ਅਗਲੇ 5 ਸਾਲ ਤੁਹਾਨੂੰ ਸਾਡੀ ਲੋੜ ਨਹੀਂ ਪੈਣੀ ਜੀ। ਪਰ ਮੈਨੂੰ ਲੱਗਦਾ ਵੀ ਉਹ ਕਦੀ ਸਲਾਹ ਨਹੀਂ ਇਹ ਦੇਣਗੇ ਵੀ ਇਹਨਾਂ ਨੂੰ ਅਗਲੇ 5 ਸਾਲ ਬਾਅਦ ਸਾਡੀ ਲੋੜ ਨਾ ਪਵੇ। ਸਿਆਸੀ ਪਾਰਟੀਆਂ ਦਾ ਸੰਧਾਲੀਆ ਸਾਹਿਬ ਮੈਨੂੰ ਜਾਲੀ ਟਰੈਵਲ ਏਜੰਟ ਵਰਗੀਆਂ ਲੱਗਦੀਆਂ। ਜਾਲੀ ਮੈਂ ਕਹਿੰਦਾ ਜਿਹੜੇ ਚੰਗੇ ਨੇ, ਇਮਾਨਦਾਰ ਨੇ, ਬਹੁਤ ਵਧੀਆ ਕੰਮ ਕਰਦੇ ਆ, ਕਿਉਂਕਿ ਬੰਦਾ ਜਦੋਂ ਉਹਨਾਂ ਦੇ ਦਫ਼ਤਰ ਜਾਂਦਾ ਨਾ ਹੁੰਦਾ ਪੱਲੇ ਉਹਨਾਂ ਦੇ ਕੁਛ ਨਹੀਂ ਤਾਂ ਸਾਡੇ ਨਿਆਣੇ ਅੱਧ ਵਿਚਾਲੇ ਕਿਉਂ ਫਸੇ ਹੁੰਦੇ, ਕਈਆਂ ਦੇਸ਼ਾਂ ਦੇ ਵਿੱਚ ਫਸੇ ਹੋਆ। ਬੰਦਾ ਉੱਥੇ ਜਾਂਦਾ ਤਾਂ ਪਹਿਲਾਂ ਗਲੀਚਾ 4-5 ਇੰਚ ਮੋਟਾ ਹੁੰਦਾ ਤੇ ਪੋਲਾ ਬੰਦਾ ਪੈਰ ਰੱਖਦਾ, ਉਹ ਤੁਹਾਡੀ ਘਰੇ ਥੱਲੇ ਡਿੱਗ ਚੱਲਾਂ, ਠੰਡੀ ਹਵਾ ਆਉਂਦੀ ਬਾਹਰੋਂ, ਗਰਮੀ 'ਚੋਂ ਜਾਂਦਾ ਬੰਦਾ ਤੇ ਉਸੇ ਵੇਲੇ ਮੈਡਮ ਮੂਹਰੇ ਬੈਠੇ ਹੁੰਦੇ, ਆਓ ਜੀ ਸਤਿ ਸ਼੍ਰੀ ਅਕਾਲ, ਕਿੱਥੋਂ ਆਏ ਹੋ ਤੁਸੀਂ, ਨਾਮ ਲਿਖਦੇ ਆ ਥੋੜਾ ਜਿਹਾ, ਇੰਨੀ ਦੇਰ ਨੂੰ ਠੰਡਾ ਪਾਣੀ ਆਉਂਦਾ ਹੀ ਤੇ ਪਾਣੀ ਇੰਨੇ ਸੋਹਣੇ ਟਰੇ ਦੇ ਵਿੱਚ ਹੁੰਦਾ ਕਿ ਬੰਦੇ ਦਾ ਚੱਕਣ ਨੂੰ ਜੀ ਨਹੀਂ ਕਰਦਾ ਕਿ ਮੇਰੇ ਹੱਥਾਂ ਨਾਲ ਕਿਤੇ ਗੰਦਾ ਨਾ ਹੋ ਜਾਵੇ ਗਲਾਸ। ਉਹਦੇ ਤੋਂ ਬਾਅਦ ਜਦੋਂ ਪਿੱਛੇ ਦੇਖਦੇ ਆ ਨਿਆਗਰਾ ਫਾਲ ਦੀ ਐਡੀ ਵੱਡੀ ਕੰਧ ਜਿੱਡੀ ਫੋਟੋ, ਇਧਰਲੇ ਪਾਸੇ ਟਾਵਰ ਜਗਮਗ ਕਰਦੇ, ਵਿੱਚ ਲਾਟੂ ਲੱਗੇ ਹੋ, ਯਾਨੀ ਬੰਦੇ ਨੂੰ ਐਂ ਲੱਗਦਾ ਕਿ ਕੰਮ ਹੋ ਗਿਆ ਈ। ਉਹ ਜਦੋਂ ਉੱਥੋਂ ਕਹਿੰਦੇ ਆ ਨਹੀਂ ਗੱਲ ਕਿਹੜੀ ਆ, ਇੰਨੇ ਕੁ ਪੈਸਿਆਂ ਦਾ ਪ੍ਰਬੰਧ ਕਰ ਲਓ, ਆ 2 ਕਾਗਜ਼ ਦੇ ਦਿਓ, ਜੇ ਨਹੀਂ ਵੀ ਹੈਗੇ ਕੋਈ ਗੱਲ ਨਹੀਂ ਅਸੀਂ ਬਣਾ ਦਿਆਂਗੇ, ਮੁੰਡਾ ਤੁਹਾਡਾ ਕੈਨੇਡਾ, ਮੁੰਡਾ ਤੁਹਾਡਾ ਆਸਟ੍ਰੇਲੀਆ, ਮੁੰਡਾ ਤੁਹਾਡਾ ਬਲੈਤ, ਉਹਦੇ ਤੋਂ ਬਾਅਦ ਚਿੰਤਾ ਨਹੀਂ ਕਰਨੀ, 6 ਮਹੀਨੇ 'ਚ ਨੇ ਪੱਕਾ ਹੋ ਜਾਣਾ, ਸਾਲ ਖੰਡ ਤੱਕ ਨਾਜਰ ਸਿੰਘ ਜੀ ਤੁਸੀਂ ਵੀ ਉੱਥੇ ਮੌਜਾਂ ਕਰਿਓ, 6-7 ਖੇਤ ਇੱਥੇ ਖਰੀਦ ਲਿਓ, 6 ਮਹੀਨੇ ਉੱਥੇ ਰਹਿ ਲੈ, ਠੰਡ ਹੋਈ ਇੱਥੇ ਆ ਗਿਆ ਪਿੰਡ। ਤੇ ਬੰਦਾ ਜਦੋਂ ਉੱਥੋਂ ਬਾਹਰ ਨਿਕਲਦਾ ਬਿਲਕੁਲ ਉਦਾਂ ਹੀ ਮਹਿਸੂਸ ਕਰਦਾ ਜਿੱਦਾਂ ਅੱਜ ਕੱਲ੍ਹ ਸਿਆਸੀ ਪਾਰਟੀ ਦੀ ਰੈਲੀ 'ਚੋਂ ਨਿਕਲਦਾ ਮਹਿਸੂਸ ਕਰਦਾ, ਮਿਲਿਆ ਕੱਖ ਨਹੀਂ ਹੁੰਦਾ। ਨਹੀਂ ਬਿਲਕੁਲ ਕਰਦਾ। ਇਹ ਘਟਨਾ ਦੇ ਨਾਲ ਉੱਥੇ 2 ਘਟਨਾਵਾਂ ਹੋਰ ਵਾਪਰਦੀਆਂ। ਉਹ ਜਦੋਂ ਮਤਲਬ ਸਾਰਾ ਕੁਝ ਸਾਹਮਣੇ ਬਣਾਇਆ ਜਾ ਰਿਹਾ ਹੁੰਦਾ ਵੀ ਆਹ ਜਿਹੜਾ ਨਿਆਗਰਾ ਫਾਲ ਹੈ ਨਾ ਜੀ, ਇਹਦੇ ਠੰਡੇ ਪਾਣੀ ਥੱਲੇ ਜਾ ਕੇ ਤੁਸੀਂ ਆਪ ਨਹਾਇਆ ਕਰਨਾ, ਹਾਂ ਹੈ ਨਾ। ਉਹ ਹੁਣ ਜਦੋਂ ਉਹ ਧੀ ਪੁੱਤ ਜਿਹੜਾ ਨਾਲ ਖੜਿਆ ਹੁੰਦਾ ਉਹਦੇ ਨਾਲ ਹੀ ਅੱਖਾਂ ਦੇ ਵਿੱਚ ਸੁਪਨੇ ਜਗ ਪੈਂਦੇ, ਤੇ ਉਹ ਫਿਰ ਜੇ ਬਾਪੂ ਨਾਲ ਹੋਵੇ ਤਾਂ ਉਹਨੂੰ ਆਖਦਾ ਵੀ ਨਹੀਂ ਬਾਪੂ ਅੱਜ ਆਪਾਂ ਸਾਈ ਵਧਾਈ ਦੇ ਕੇ ਜਾਣੀ ਆ, ਕੱਢ ਤੂੰ ਚੋਰ ਜੇਬ ਚੋਂ ਪੈਸੇ, ਬਾਪੂ ਵਿਚਾਰਾ ਫਿਰ ਔਖਾ ਜਾ ਹੋ ਕੇ ਚੋਰ ਜੇਬ ਚੋਂ ਕੱਢ ਕੇ ਮੋੜੇ ਮਾੜੇ ਜੇ ਇਦਾਂ ਵੀ ਉਹਨੂੰ ਸੋਚਦਾ ਵੀ ਨਹੀਂ ਇਹਨੇ ਮੈਨੂੰ ਹਟਣਾ ਨਹੀਂ, ਉਹ ਫਿਰ ਕੇ ਸਾਰੇ ਅੱਗੇ ਰੱਖ ਦਿੰਦਾ ਵੀ ਇੰਨੇ ਗਿਆ ਜੀ ਸ਼ੁਰੂ ਕਰੀਏ ਕੰਮ। ਤੇ ਜੇ ਨਾਲ ਮਾਤਾ ਗਈ ਹੋਵੇ ਤੇ ਉਹਨੂੰ ਵੀ ਹੁੰਦਾ ਵੀ ਉਹਨੇ ਆਪਣੇ ਬਟੂਏ ਦੇ ਵਿੱਚੋਂ ਰੁਮਾਲ ਚ ਗੰਢ ਦੇ ਕੇ ਪੈਸੇ ਜਿਹੜੇ ਰੱਖੇ ਹੁੰਦੇ ਉਹ ਵੀ ਖੋਲ ਕੇ ਆਖਣਾ ਵੀ ਪੋਤਾ ਲੈ ਢੇਰੀ ਕਰਤੇ, ਹੋ ਤੇ ਜਾਊ ਨਾ ਪੁੱਤ ਸਾਡਾ ਕੰਮ ਹੈ। ਤੇ ਉਹਨਾਂ ਨੇ ਮੂਹਰੇ ਬੈਠੇ ਨੇ ਹੋ ਜੂ ਗੱਲ ਕਿਹੜੀ ਆ, ਨਹੀਂ ਇਹ ਤੇ ਹੁਣ ਹੋ ਗਿਆ ਕਿ ਤੁਸੀਂ ਸ਼ੁਰੂ, ਮਤਲਬ ਕਹਿਣ ਤੋਂ ਇਹ ਹੋ ਗਿਆ ਵੀ ਇਹ ਜਿਹੜੇ ਚੋਰ ਜੇਬ ਚੋਂ ਕਹਿ ਲਓ ਜਾਂ ਉਹ ਰੁਮਾਲ ਦੀ ਗੰਢ ਚੋਂ ਪੈਸੇ ਦੇਣ ਵਾਲਾ ਕੰਮ ਹੈ ਨਾ, ਇਹ ਉਹਨਾਂ ਦਾ ਹੁੰਦਾ ਮੋਟਿਵ ਵੀ ਆਪਾਂ ਕਢਾਉਣੇ ਆ। ਤੇ ਜਿਹੜੇ ਲੀਡਰ ਸਾਹਿਬਾਨ ਇਹਨਾਂ ਦੇ ਇਹ ਕੰਮ ਹੁੰਦਾ ਵੀ ਉਦਣ ਆਪਾਂ ਵੋਟਾਂ ਵਾਲੀ ਲਾਈਨ ਚ ਲਵਾ ਕੇ ਟੀ ਕਰਾਉਣੀ ਉਹ ਆਪਣੇ ਹੱਥ ਚ, ਉਹਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ, ਬਾਕੀ ਕੋਈ ਨਹੀਂ ਹੈ ਨਾ। ਫਿਰ ਮੁੜ ਕੇ ਜਿੰਦਰਾ ਹੀ ਮਾਰਨਾ। ਆਮ ਤੌਰ ਤੇ ਸਿਆਸੀ ਲੀਡਰਾਂ ਦੇ ਮੋਬਾਈਲ ਨੰਬਰ ਬਦਲ ਜਾਂਦੇ ਆ, ਕਿਉਂਕਿ ਇੱਕ ਬਹੁਤ ਵੱਡੀ ਉਦਾਹਰਣ ਹੈ ਟਰੈਵਲ ਏਜੰਟਾਂ ਦਾ ਦਫ਼ਤਰ ਜਿਹੜਾ ਆ ਉਹ 6 ਮਹੀਨੇ ਜਾਲੀ ਜੜਿਆ ਉਹ ਬੰਦ ਹੋ ਜਾਂਦਾ, ਤੇ ਜਿੱਥੇ ਇਲੈਕਸ਼ਨ ਦਫ਼ਤਰ ਖੋਲ੍ਹਿਆ ਹੁੰਦਾ ਉਹ ਕਿਹੜਾ ਬੰਦ ਨਹੀਂ ਹੁੰਦਾ,
ਜੀ ਉਹ 6 ਮਹੀਨੇ ਵੀ ਨਹੀਂ ਚੱਲਦਾ। 6 ਮਹੀਨੇ ਵੀ ਨਹੀਂ ਚੱਲਦਾ। ਬੰਦਾ ਉੱਥੇ ਜਾ ਕੇ ਦੇਖਦਾ ਝੰਡੀਆਂ ਕਿੱਥੇ ਝੰਡੀਆਂ। ਉਹ ਕਹਿੰਦੇ ਜੀ ਇੱਥੇ ਆਪਣੇ ਦਫ਼ਤਰ ਹੁੰਦਾ ਸੀ। ਕਹਿੰਦਾ ਨਹੀਂ ਦਫ਼ਤਰ ਹੁੰਦਾ ਤੇ ਸੀਗਾ, ਉਹਦਾ ਨਾ ਕਿਰਾਏ ਤੇ ਲਿਆ ਸੀ ਡੇਢ ਕੁ ਮਹੀਨੇ ਦੀ ਕਿਰਾਇਆ ਜੇ ਰਹਿੰਦਾ ਮਹੀਨੇ ਦਾ, ਤੁਸੀਂ ਉਹਨਾਂ ਦੇ ਬੰਦੇ ਤਾਂ ਆਓ ਇੱਧਰ। ਨਹੀਂ ਚਲੋ ਇਹ ਹੁਣ ਸਾਰਾ ਕੁਝ ਪੰਜਾਬ 'ਚ ਇਸ ਵੇਲੇ ਚੱਲਣ ਲੱਗ ਪਿਆ ਤੇ ਇਹਨਾਂ ਲਾਰਿਆਂ ਵਾਅਦਿਆਂ ਚੋਣ ਮੈਨੀਫੈਸਟੋਆਂ ਦੇ ਵਿੱਚ ਘੁੰਮਦਾ ਘਮਾਉਂਦਾ ਆਮ ਬੰਦਾ ਸ਼ਾਮਾਂ ਨੂੰ ਸਿਰ ਜਿਹਾ ਸੁੱਟ ਕੇ ਪਤਾ ਕੀ ਸਵਾਲ ਕਰਦਾ, ਸਮਝ ਨਹੀਂ ਆਉਂਦੀ ਵੀ ਐਤਕੀ ਕਿਹਦੀ ਸਰਕਾਰ ਬਣੂਗੀ ਯਾਰ। ਬੰਦਾ ਜਿਹਦੀ ਮਰਜ਼ੀ ਬਣੇ, ਤੁਹਾਡੀ ਨਹੀਂ ਬਣੂਗੀ ਜੇ ਆਹੀ ਹਾਲ ਰਿਹਾ ਤਾਂ। ਹਾਂ ਵੀ ਤੁਹਾਡੇ ਕੋਟੀ ਪੈਣੀ ਆ। ਨਹੀਂ ਉਹਦੇ ਵੀ ਪੈਣੀ ਹੈ ਜੀ, ਵੇਖੋ ਕਿ ਇਦਾਂ ਹੀ ਆ। ਹੁਣ ਕੀ ਕਰੀਏ, ਅਗਲੇ ਬੰਦੇ ਜਿਹੜੇ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਨ੍ਹਾਂ ਦਾ ਮਤਲਬ ਕਾਂ ਸੁੱਜ ਜਾਂਦਾ ਬੋਲ ਬੋਲ ਕੇ, ਉਹ ਆਪਣੇ ਲਈ ਕਰਨ ਡੇ, ਉਹ ਲੋਕਾਂ ਥੋੜਾ ਕਰਨ ਡੇ। ਨਹੀਂ ਵੈਸੇ ਮਿਹਨਤ ਹੈਗੀ ਆ ਸੰਧਾਲੀਆ ਸਾਹਿਬ, ਮਿਹਨਤ ਆ ਵੀ। ਦੇਖੋ ਆਪਾਂ ਇਹ ਗੱਲ ਮੰਨਣੀ ਪਊਗੀ, ਤੁਸੀਂ ਸੋਸ਼ਲ ਮੀਡੀਆ ਚੈੱਕ ਕਰਕੇ ਦੇਖ ਲਓ, ਬਹੁਤ ਸਾਡੇ ਸਤਿਕਾਰਯੋਗ ਲੀਡਰ ਜਿਹੜੇ ਨੇ, ਉਹਨਾਂ ਦਾ ਫੇਸਬੁੱਕ ਦੇਖੋ ਤੁਸੀਂ, ਜਿਹੜੇ ਖਾਸ ਤੌਰ ਦੇ ਉੱਤੇ ਕੈਂਡੀਡੇਟ ਨੇ, ਉਹਨਾਂ ਦੇ ਹੁੰਦਾ ਉਹ ਇੱਕ ਤਾਂ ਹੁੰਦਾ ਮੈਂ ਅੱਜ ਇਹਨਾਂ ਪਿੰਡਾਂ ਦੇ ਵਿੱਚ ਗਿਆ ਤੇ ਨਾਲ ਤਸਵੀਰਾਂ, ਲੋਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ। ਇੱਕ ਹੋਰ ਪੋਸਟ ਪਾਉਂਦੇ ਆ ਕਿ ਅੱਜ ਬੇਟਾ ਇਹਨਾਂ ਪਿੰਡਾਂ ਦੇ ਵਿੱਚ ਗਿਆ, ਥੱਲੇ ਪੋਸਟ ਹੁੰਦੀ ਅੱਜ ਮੇਰੇ ਭਾਈ ਸਾਹਿਬ ਹਲਕੇ ਦੇ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲੇ, ਗਲਵੱਕੜੀਆਂ ਪਈਆਂ। ਫਿਰ ਹੁੰਦਾ ਅੱਜ ਮਾਤਾ ਜੀ ਵੀ ਗਏ, ਅੱਜ ਪਿਤਾ ਜੀ ਗਏ, ਅੱਜ ਮੇਰੀ ਧਰਮ ਪਤਨੀ ਨੇ ਇਹਨਾਂ ਪਿੰਡਾਂ ਦਾ ਦੌਰਾ ਕੀਤਾ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਿਆ ਬਾਤ ਹੈ ਜੀ, ਲੋਕਾਂ ਨੇ ਐਂ ਗਲਵੱਕੜੀਆਂ ਪਾਈਆਂ, ਐਂ ਲੱਗਦਾ ਕਿ ਇਲੈਕਸ਼ਨ ਜਿੱਤੀ ਪਈ ਹੈ। ਜਾਣੀ ਸਾਰੇ ਦਾ ਸਾਰਾ ਟੱਬਰ ਲੱਗੇ ਹੋਆ। ਅੱਗੇ ਹੁੰਦਾ ਸੀ ਕਿ ਵੱਡੇ ਲੀਡਰ ਸਾਹਿਬ ਨੇ, ਉਹਨਾਂ ਦੇ ਨਾਲ ਪਰਿਵਾਰ ਦਾ ਇੱਕ ਮੈਂਬਰ ਜਾਂਦਾ ਤੇ ਉਹ ਮੈਂਬਰ ਨੂੰ ਅਸੀਂ ਮਹਿਸੂਸ ਕਰਦੇ ਸੀ ਕਿ ਆਉਣ ਵਾਲੇ ਸਮੇਂ ਲਈ ਤਿਆਰ ਕਰਦੇ ਆ। ਪਰ ਹੁਣ ਲੀਡਰ ਸਾਹਿਬ ਦੇ ਆਪ ਦੇ ਟੱਬਰ ਦੇ ਜੇ 6 ਜੀ ਆ, ਇੱਕ ਘਰ ਹੁੰਦਾ ਕਿ ਕੁੰਡਾ ਖੁੱਲਾ ਰਹਿਣਾ ਚਾਹੀਦਾ, 5 ਜੀ ਵੱਖੋ ਵੱਖਰੇ ਗਰੁੱਪਾਂ ਦੇ ਵਿੱਚ ਹਲਕੇ ਜਾ ਕੇ ਪ੍ਰਚਾਰ ਕਰਦੇ ਆ। ਤੇ ਸੰਧਾਲੀਆ ਸਾਹਿਬ ਮਿਹਨਤ ਬੜੀ ਆ ਭਰਾ, ਭਾਵੇਂ ਮੰਡੀਆਂ ਵਾਲੇ ਸੀਜ਼ਨਾਂ ਨੂੰ ਥੋੜਾ ਸਮਾਂ ਕਰਦੇ ਆ। ਨਹੀਂ ਉਹ ਤੇ ਕਰਦੇ ਆ। ਤੁਸੀਂ ਦੇਖੋ ਵੀ ਉੱਥੇ ਵਿਚਾਰੀ ਜਿਹੜੀ ਮਾਤਾ ਬੈਠੀ ਹੁੰਦੀ ਹੈ, ਜਾਂ ਜਿਹੜਾ ਬਾਪੂ ਹੁੰਦਾ, ਜਿਹਨੂੰ ਦਿਸਦਾ ਤੇ ਇਹ ਹੁੰਦਾ ਵੀ ਬਹੁਤਾ ਬੰਦਾ ਨੇੜੇ ਜਾਵੇ ਫਿਰ ਸਿਆਣ ਹੁੰਦਾ ਹੈ ਅੱਖਾਂ ਜੀਆਂ ਦੇ ਵਿੱਚੋਂ ਵੀ ਕਿਹੜਾ। ਉਹਦੇ ਜਦੋਂ ਵਧੋ ਵਧੀ ਕੋਈ ਗੋਡੀਆਂ ਹੱਥ ਲਾਈ ਜਾਓ, ਜਾਣ ਕੇ ਜੱਫੀਆਂ ਪਾਈ ਜਾਓ, ਉਹਨੇ ਤੇ ਪਿਆਰ ਦੇ ਹੀ ਦੇਣਾ ਤੇ ਨਾਲ ਹੀ ਅਗਲੇ ਨੇ ਫੋਟੋ ਖਿੱਚ ਕੇ ਜੇ ਐਂ ਪੇਸ਼ ਕਰਨੇ ਵੀ ਬਾਪੂ ਦਾ ਜਿੰਨਾ ਇਹਦੇ ਨਾਲ ਮੋਹ ਆ ਨਾ ਕਿਸੇ ਨਾਲ ਨਹੀਂ। ਤੇ ਬਾਪੂ ਸਗੋਂ ਲਾਗੇ ਹੋ ਕੇ ਐ ਸਿਆਣਨ ਡਿਆ ਹੁੰਦਾ ਵੀ ਨਿੱਕਿਆ ਮੈਂ ਨਾ ਤੇਰੇ ਕਾ ਬੰਦਾ ਵੇਖਿਆ ਕਿਤੇ, ਉਹ ਕਹਿੰਦਾ ਵੀ ਉਹ ਮੇਰੇ ਡੈਡੀ ਹੁੰਦੇ ਸੀ, ਅੱਗੇ ਆਉਂਦੇ ਹੁੰਦੇ ਸੀ, ਹਾਂ ਮੈਂ ਉਹਨਾਂ ਦਾ ਬੇਟਾ ਜੀ। ਉਹ ਫਿਰ ਬਾਪੂ ਉਦੋਂ ਬੋਲਦਾ ਨਹੀਂ, ਪਰ ਮਨ ਚ ਸੋਚ ਦੇਣਾ ਵੀ ਅੱਛਾ ਪੋਤੇ ਦਾ ਮਤਲਬ ਹੁਣ ਉਸ ਤਰ੍ਹਾਂ ਤੈਨੂੰ ਦੇਤਾ ਉਹਨਾਂ ਨੇ। ਕਈ ਵਾਰੀ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਿਤ ਜਿਹੜੇ ਪਰਿਵਾਰ ਨੇ, ਉਹਨਾਂ ਦੀਆਂ ਬੀਬੀਆਂ ਜਾਂਦੀਆਂ, ਉਹ ਫਿਰ ਜਾ ਕੇ, ਕਿਉਂਕਿ ਇੱਕ ਬੰਦਾ ਦਾ ਬੜਾ ਕਲੀਅਰ ਕੱਟ ਆ ਨਾ, ਇੱਕ ਨਾਲ ਸਹਾਇਕ ਹੁੰਦਾ ਜਿਹੜਾ ਦੱਸਣ ਨੂੰ ਹੁੰਦਾ ਕਿ ਆਹ ਫਲਾਨੇ ਨੇ ਜੀ, ਕਿਉਂਕਿ ਉਹ ਆਪ ਨੂੰ ਪਤਾ ਹੀ ਨਹੀਂ ਹੁੰਦਾ। ਇੱਕ ਦੋ ਫੋਟੋਗ੍ਰਾਫਰ ਹੁੰਦੇ, ਉਹਨਾਂ ਨੇ ਐਂਗਲ ਦੇਖਣਾ ਹੁੰਦਾ ਕਿ ਜਦੋਂ ਐਂਗਲ ਵੱਕੜੀ ਪਈ ਆ ਐਨ ਉਸ ਵੇਲੇ ਫੋਟੋ ਆਉਣੀ ਚਾਹੀਦੀ ਆ। ਤੇ ਉਸ ਵੇਲੇ ਉਹ ਕਈ ਵਾਰੀ ਫਿਰ ਪੁੱਛਣਾ ਵੀ 2 ਸਕਿੰਟ ਲਾਉਣੇ ਵੀ ਆ ਕਿ ਕਲਿੱਕ ਵੀ ਹੋ ਜਾਏ। ਬੇਬੇ ਫੈਨ ਕਰ ਲੱਗ ਗਈਆਂ, ਪੋਤੇ ਦਾ 25 ਸਾਲ ਹੋ ਗਿਆ ਉਹਦਾ ਪਤਾ ਹੀ ਨਹੀਂ। ਉਹ ਇੱਕ ਮੂਵਮੈਂਟ ਹੀ ਕੈਪਚਰ ਕਰ। ਅੱਗੇ ਆਪਾਂ ਕੀ ਗੱਲ ਇੱਕ ਸੁਣਾਉਂਦੇ ਹੁੰਦੇ ਨਾ, ਮੇਰਾ ਖਿਆਲ ਉਹ ਸਟੇਜ ਵਾਲੀ ਵੀ ਇੱਕ ਦਾ ਕੜਮ ਚੌਧਰੀ ਟਾਈਪ ਨਹੀਂ ਹੁੰਦਾ ਬੰਦਾ, ਜਿਹਦਾ ਕੰਮ ਹੁੰਦਾ ਵੀ ਉਹਨੇ ਫੋਟੋ ਖਿਚਾਉਣੀ ਆ। ਉਹ ਖਿਚਾਉਣੀ ਕਿੱਦਾਂ ਵੀ ਰੈਲੀ ਬਣੀ ਆ, ਉਹਨੂੰ ਕੋਈ ਰਾਹ ਨਹੀਂ ਦੇ ਰਿਹਾ ਸਟੇਜ ਤੇ, ਕਿਸੇ ਨੇ ਉਹਨੂੰ ਚੜਾਇਆ ਨਹੀਂ ਹੈ ਨਾ। ਉਹਨੇ ਵੇਖਿਆ ਵੀ ਹੁਣ ਮੇਰੀ ਫੋਟੋ ਲੱਥੇ, ਉਹਨੇ ਬੰਦੇ 2 ਕਾਇਮ ਕਰ ਜਾਣਾ ਵੀ ਤੁਸੀਂ ਮੇਰੀ ਫੋਟੋ ਖਿੱਚਣੀ ਹੈ। ਉਦੋਂ ਬਾਅਦ ਉਹਨੇ ਇੱਧਰੋਂ ਚੜ ਕੇ ਉੱਧਰ ਦੀ ਜਾ ਕੇ ਨਾ ਤੇ ਹੌਲੀ ਜੀ LMA ਸਾਹਿਬ ਜਿਹੜੇ ਵੀ ਲੀਡਰ ਸਾਹਿਬ ਉਹਦੇ ਕੰਨ 'ਚ ਕਹਿਣਾ, ਸਰ ਚਾਹ ਪੀਓਗੇ ਜੀ? ਉਹ ਕਹਿੰਦਾ ਨਹੀਂ ਪੀ ਲਈ ਬਸ ਜੀ। ਹੱਥ ਐਂ ਖੜਾ ਕਰਨਾ, ਉਧਰੋਂ ਨੇ ਕੁਝ ਕਰਨਾ ਤੇ ਨਾਲ ਹੀ 2-3 ਫੋਟੋਆਂ ਦਾ ਅਗਲੇ ਦਿਨ ਅਖਬਾਰ 'ਚ ਖਬਰ ਪਤਾ ਨਹੀਂ ਕੁਝ ਜ਼ਰੂਰੀ ਸਲਾਹਾਂ ਕਰਦੇ ਹੋ। ਨਹੀਂ ਵਿਕਾਸ ਸੰਬੰਧੀ ਹਨਾ, ਆਉਣ ਵਾਲੇ ਸਮੇਂ ਦੇ ਲਈ ਵਿਕਾਸ ਕਾਰਜਾਂ ਦੀ ਜਿਹੜੀ ਸਲਾਹ ਕਰਦੇ ਹੋ ਤੇ ਘਰੇ ਵੱਡੀ, ਤੇ ਹੋ ਸਕਦਾ ਇੱਕ ਜਿਹੜਾ ਤੁਹਾਡੇ ਵਰਗਾ ਕੜਮ ਪੱਤਰਕਾਰ ਆ, ਉਹਨੂੰ ਫਿਰ ਕਹਣਾ ਆਹ ਲਾਉਣੀ ਹੈ ਯਾਨੀ ਲਾ ਕੇ ਨਾ ਇਨਸੈਟ ਨਹੀਂ ਲਾਉਂਦੀ ਹੁੰਦੀ, ਇਨਸੈਟ ਛੋਟੀ ਜਾਨੀ ਵੱਡੀ ਫੋਟੋ ਲਾ ਕੇ ਥੱਲੇ ਕਾਰਨਰ ਤੇ ਲੱਗੀ ਹੁੰਦੀ ਹੈ, ਤਾਂ ਬੱਲੇ ਬੱਲੇ ਆਪਣੀ। ਨਹੀਂ ਉਹ ਤਾਂ ਗੱਲ ਹੈਗੀ। ਦੇਖੋ ਤੁਸੀਂ ਇਹ ਵੈਸੇ ਇੱਕ ਗੱਲ ਤਾਂ ਹੈਗੀ ਆ, ਤੁਸੀਂ ਵੀ ਸੋਚਦੇ ਹੋਣੇ ਆਪਣੇ ਪਰਿਵਾਰ ਦੇ ਮੈਂਬਰ ਵੀ ਯਾਰ ਇਹ ਰੋਜ਼ ਬਹਿ ਜਾਂਦੇ ਆ। ਉਹ ਜਦ ਰੋਜ਼ ਲੱਗੇ ਰਹਿੰਦੇ, ਇਲੈਕਸ਼ਨ ਆ ਗਈ ਅਸੀਂ ਹੁਣ ਆਹ ਕੰਮ ਕਰਨਾ, ਕਿਉਂਕਿ ਉਧਰ ਖੇਤੀਬਾੜੀ ਵਾਲਾ ਕੰਮ ਲੱਗਦਾ ਕਿ ਨਿਬੜ ਜਾਣਾ, ਉਧਰੋਂ ਤੇ ਹੁਣ ਵਿਹਲੇ ਹੋ ਗਏ, ਕਿਉਂਕਿ ਲੀਡਰ ਜਿੰਨੇ ਤੱਤੇ ਹੋ ਕੇ ਤੁਹਾਨੂੰ ਪੈ ਗਏ ਆ, ਅਸੀਂ ਮਾੜੇ ਮਾੜੇ ਠੰਡੇ ਪਾਣੀ ਦੀ ਛਿੱਟੇ ਦਾ ਮਾਰਨੀ ਹੈ ਨਾ, ਵੀ ਬਚ ਕੇ ਭਾਈ ਬਚੋ। ਮਤਲਬ ਹੁਣ ਕੱਲਾ ਜਿਹੜਾ ਨਾ ਉਹਨੇ ਕੱਲੇ ਨੇ ਮਤਲਬ ਜੇਬ ਚ ਉਸ ਤਰ੍ਹਾਂ ਪਾ, ਕਹਿੰਦਾ ਵੇਖੀ ਮੈਨੂੰ ਅਗਰ ਮਿਲਣ ਦੇ ਸੀ ਮੈਂ ਫੇਰਦਾ ਵੇਖੀ ਕਦਾ ਮੁੰਦਾ ਵੇਖੀ ਮੈਂ ਕਿਦਾਂ ਹੈ। ਚਲੋ ਆਪਾਂ ਹੁਣ ਫਿਰ ਖੇਤੀ ਤੋਂ ਸ਼ੁਰੂ ਕਰ ਲਈਏ। ਦੇਖੋ ਕਾਰਨ ਹੈ ਵੀ ਹਰੇਕ ਬੰਦਾ ਇਹ ਕਹਿ ਰਿਹਾ ਵੀ ਇਤਿਹਾਸ ਰਚਿਆ ਗਿਆ, ਕੋਈ ਮੰਨੇ ਚਾਹੇ ਨਾ ਮੰਨੇ ਵੀ ਰਚਿਆ ਤੇ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਕਿਉਂਕਿ ਵੀ ਇੱਕ ਚੀਜ਼ ਜਿਹੜੀ ਕਿ ਕੋਈ ਕਹਿੰਦਾ ਜੀ ਸਾਲ ਹੋ ਗਿਆ, ਮੈਂ ਕਹਿੰਦਾ ਵੀ 1.5 ਸਾਲ ਤੋਂ ਵੱਧ ਹੋ ਗਿਆ। ਜੇ ਆਪਾਂ ਆਰਡੀਨੈਂਸ ਤੋਂ ਚਲੇ ਜਾਈਏ 1.5 ਸਾਲ ਤੋਂ ਵੱਧ ਹੋ ਗਿਆ ਲੜਾਈ ਲੜਦਿਆਂ ਨੂੰ, ਤੇ ਜਿਸ ਚੀਜ਼ ਨੂੰ ਬਣਦਿਆਂ ਬਣਾਉਂਦਿਆਂ ਅੜਦਿਆਂ ਸਮਝਾਉਂਦਿਆਂ ਉਸ ਤੋਂ ਬਾਅਦ ਇੱਧਰੋਂ ਉੱਧਰੋਂ ਪ੍ਰੈਸ਼ਰ ਪਾਉਂਦਿਆਂ 1.5 ਸਾਲ ਲੱਗਾ, ਉਹਨੂੰ ਖਤਮ ਕਰਨ ਦੇ ਲਈ 1.5 ਦਿਨ ਵੀ ਨਹੀਂ ਲੱਗਾ।
ਇੱਕ ਦਿਨ 'ਚ ਹੀ ਹੋ ਗਿਆ। ਸੰਧਾਲੀਆ ਸਾਹਿਬ, ਤੁਸੀਂ ਆਰਡੀਨੈਂਸਾਂ ਤੋਂ ਸ਼ੁਰੂ ਕੀਤੀ। ਜੇ ਆਪਾਂ ਦਿੱਲੀ ਹੀ ਦੇਖ ਲਈਏ, ਦੇਸ਼ ਦਾ ਧੁਰਾ ਹੈ, ਕੇਂਦਰ ਬਿੰਦੂ ਹੈ, ਰਾਜਧਾਨੀ ਹੈ, 1 ਸਾਲ ਤੇ 3 ਦਿਨ, 1 ਸਾਲ ਪੂਰਾ ਤੇ 3 ਦਿਨ ਇਹ ਕਿਸਾਨ ਅੰਦੋਲਨ ਉੱਥੇ ਚੱਲਿਆ ਤੇ ਅੱਜ ਚੌਥਾ, ਕੱਲ ਨੂੰ 5ਵਾਂ ਹੈ, ਕਿਉਂਕਿ ਕੱਲ ਨੂੰ ਵੀ ਚੱਲਣਾ ਹੈ। ਕਿੰਨਾ ਚੱਲਦਾ ਅਜੇ ਪਤਾ ਨਹੀਂ, ਪਰ ਇਹ ਗੱਲ ਬੜੀ ਕਲੀਅਰ ਹੈ ਕਿ ਜਿਹੜੇ ਆਰਡੀਨੈਂਸ ਬਾਅਦ ਵਿੱਚ ਕਾਨੂੰਨ ਬਣੇ, ਬਾਅਦ ਵਿੱਚ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਹੋਲਡ ਕੀਤੇ, ਉਹਨਾਂ ਦੇ ਬਾਬਤ 1 ਸਾਲ 3 ਦਿਨ ਅੰਦੋਲਨ ਚੱਲਦਾ ਤੇ ਉਹਦੇ ਤੋਂ ਬਾਅਦ 4 ਮਿੰਟ ਲੱਗਦੇ ਆ ਲੋਕ ਸਭਾ ਦੇ ਵਿੱਚ। 4 ਮਿੰਟ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਨਰਿੰਦਰ ਤੋਮਰ ਜੀ, ਚਲੋ ਉਹਨਾਂ ਨੇ ਵਾਪਸ ਲਿਆ ਸੀ, ਧੰਨਵਾਦ ਕਰਦੇ ਉਹਨਾਂ ਦਾ ਕਿ ਹੁਣ ਵੀ ਕੰਮ ਨਿਬੜ ਜਾਏ। ਜਿਹੜੇ ਕਹਿੰਦੇ ਸੀ ਕਿ वापस तो नहीं होंगे, कुछ संशोधन करवाना है तो बात करें, बताएं तो सही इसमें काला क्या है। हुण वो तोमर साहब ने खुद मता पेश किया कि देखो जी असीं ये खेती कानून वापस लेने आ तीनों। ਉਹਦੇ ਤੋਂ ਬਾਅਦ ਸਪੀਕਰ ਸਾਹਿਬ ਨੇ ਕਿਹਾ ਜੀ ਦੇਖੋ ਇਹਦੇ ਵਿੱਚ ਕਿਹੜੇ ਬੰਦੇ ਇਹਨਾਂ ਨੂੰ ਵਾਪਸ ਲੈਣ ਦੇ ਹੱਕ 'ਚ ਨੇ, ਹੱਥ ਖੜੇ ਕਰੋ। ਤਕਰੀਬਨ ਸਾਰਿਆਂ ਨੇ ਕਰਤੇ, ਕਿਹੜੇ ਵਿਰੋਧ 'ਚ ਨੇ, ਕਿਹਨੇ ਕਰਨਾ ਸੀ, ਨਾਲ ਹੀ ਕੰਮ ਨਿਬੜ ਗਿਆ। ਤੇ ਇਦਾਂ ਹੀ ਰਾਜ ਸਭਾ ਦੇ ਵਿੱਚ 2-4 ਮਿੰਟ ਲੱਗੇ। ਜਾਣੀ ਜੇ ਇੰਨਾ ਹੀ ਛੋਟਾ ਕੰਮ ਸੀ, ਮੈਨੂੰ 700 ਕੁਰਬਾਨੀਆਂ ਭਾਰੀਆਂ ਲੱਗਦੀਆਂ। ਨਹੀਂ ਜੋ ਤਾਂ ਹੈਗੀਆਂ ਹੀ ਆ WhatsApp, ਇੰਨੇ ਸਾਰੇ ਕੁਝ ਦੀ ਲੋੜ ਨਹੀਂ ਸੀ ਪੈਣੀ ਜੇ ਮਤਲਬ ਪਹਿਲਾਂ ਹੀ ਇਸ ਚੀਜ਼ ਨੂੰ ਸਮਝ ਲਿਆ ਜਾਂਦਾ। ਪਰ ਦੇਖੋ ਕਾਰਨ ਇਹ ਆ ਵੀ ਹੁਣ ਜੇ ਹੋ ਗਿਆ, ਨਿਬੜ ਗਿਆ। ਇੱਕ ਉਹ ਕਹਿੰਦੇ ਨੇ ਆਪਣੇ ਪਿੰਡਾਂ ਦੇ ਵਿੱਚ ਵੀ ਜੇ ਮੰਨ ਲਓ ਵੀ ਇਹ ਫਿਰ ਪੁੱਤ ਲਿਖਿਆ ਹੋਊ ਇੱਦਾਂ, ਇਹ ਫਿਰ ਕਸ਼ਟ ਹੋਊ ਕੋ ਕਰਮਾਂ ਦਾ। ਸੋ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਸ਼ਾਇਦ ਉਹ ਕਸ਼ਟ ਸੀਗਾ, ਜਾਂ ਉਹ ਕਹਿ ਲਓ ਕਿ ਵੀ ਉਹ ਜੋ ਕੁਝ ਵੀ ਸੀਗਾ ਉਹ ਕਿਤੇ ਇੰਨਾ ਭਾਰ ਪੈਣਾ ਸੀ ਫਿਰ ਜਾ ਕੇ ਨਿਬੜਨਾ ਸੀ। ਪਰ ਇਹਨੂੰ ਆਪਾਂ ਮੇਰਾ ਖਿਆਲ ਇੱਦਾਂ ਨਾ ਸਮਝ ਲਈਏ ਵੀ ਜਿਵੇਂ ਉਹ ਜਿਹੜੀਆਂ 700 ਜਾਂ 700 ਤੋਂ ਵੱਧ ਕੁਰਬਾਨੀਆਂ ਜਾਈ ਚਲੀਆਂ, ਜਾਈ ਨਹੀਂ ਗਈਆਂ। ਮੇਰੇ ਖਿਆਲ ਨਾਲ ਇਹ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਕਿਲ੍ਹਾ ਉਸਾਰਿਆ ਗਿਆ, ਇਹ ਹੋ ਸਕਦਾ ਵੀ ਗਾਂ ਕਈ ਪੀੜ੍ਹੀਆਂ ਤੱਕ ਰੌਸ਼ਨੀ ਕਰਦਾ ਰਹੇ। ਉਸ ਤੋਂ ਬਾਅਦ ਕਿਸੇ ਦੀ ਹਿੰਮਤ ਹੀ ਨਾ ਪਵੇ ਵੀ ਯਾਰ ਆਹ ਕੰਮ ਹੀ ਕਰਨਾ। ਨਹੀਂ, ਬਿਲਕੁਲ ਜ਼ਰੂਰੀ ਹੈ ਸੰਧਾਲੀਆ ਸਾਹਿਬ। ਇੱਕ ਤਾਂ ਨਾ ਇਹਦੇ ਵਿੱਚ ਇਹ ਦੱਸਣਾ ਪਰਿਵਾਰਾਂ ਦੀ, ਆਮ ਬੰਦੇ ਦੀ, ਸਰਕਾਰਾਂ ਦੀ, ਅਫਸਰਾਂ ਦੀ, ਪੱਤਰਕਾਰਾਂ ਦੀ, ਲੇਖਕਾਂ ਦੀ, ਫਿਲਮ ਮੇਕਰਾਂ ਦੀ, ਗੀਤ ਲਿਖਣ ਵਾਲਿਆਂ ਦੀ, ਗਾਉਣ ਵਾਲਿਆਂ ਦੀ, ਡਾਕੂਮੈਂਟਰੀਜ਼ ਬਣਾਉਣ ਵਾਲਿਆਂ ਦੀ, ਹਰ ਇੱਕ ਬੰਦੇ ਦੀ ਡਿਊਟੀ ਹੈ ਕਿ ਇਹਨੂੰ ਸਹੀ ਰੂਪ 'ਚ ਪੇਸ਼ ਕਰੇ ਇਸ ਚੀਜ਼ ਨੂੰ। ਕਿਉਂਕਿ 10 ਸਾਲਾਂ ਬਾਅਦ ਨਹੀਂ ਤਾਂ ਫਿਰ ਅਸੀਂ ਰੌਲਾ ਪਾਉਣੇ ਹੁੰਨੇ ਆ ਮੁੜ ਕੇ ਜੀ ਆਹ ਤਾਂ ਕੁਛ ਹੋਰ ਹੀ ਬਣਾਤਾ ਇਹਦਾ, ਅਸੀਂ ਤਾਂ ਰੋਟੀਆਂ ਪਕਾਉਣ ਨੂੰ ਕਿਹਾ ਸੀ, ਬੀਬੀ ਤੂੰ ਪਰੌਂਠਾ ਲਾਤਾ ਹੀ। ਆਹ ਸਮਾਂ ਹੈ ਕਿ ਜਿਹਦੇ ਵਿੱਚ ਸਾਰੀ ਚੀਜ਼ ਕਲੀਅਰ ਕੀਤੀ ਜਾਵੇ ਕਿ ਸਥਿਤੀ ਖੇਤੀ ਦੀ ਆ ਸੀ, ਕੋਵਿਡ ਆਇਆ, ਆਹ ਚੀਜ਼ ਬਣੀ, 1 ਸਾਲ 3 ਦਿਨ ਦਿੱਲੀ ਸੰਘਰਸ਼ ਲਿਆ, ਉਹਦੇ ਵਿੱਚ ਰੂਪ ਆਏ, ਉਹਦੇ ਤੋਂ ਬਾਅਦ ਇੱਥੇ ਜਾ ਕੇ ਕੰਮ ਨਿਬੜਿਆ। ਪੂਰੇ ਦਾ ਪੂਰਾ ਸਫ਼ਰ ਦਾ ਬਿਰਤਾਂਤ ਜਿਹੜਾ ਉਹਨੂੰ ਸਿਰਜ ਕੇ ਲੋਕਾਂ ਦੇ ਮੂਹਰੇ ਰੱਖਣਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ, ਇਸ 1 ਸਾਲ ਤੇ 3 ਦਿਨ ਦੇ ਵਿੱਚ ਜਿਹੜੀ ਸਭ ਤੋਂ ਅਚੰਭੇ ਵਾਲੀ ਗੱਲ ਹੈ ਉਹ ਹੈਗਾ ਸੋਸ਼ਲ ਮੀਡੀਆ। ਕਿੰਨੀ ਵਾਰੀ ਚੇਤਾ ਆਇਆ ਪੰਜਾਬ ਹਰਿਆਣਾ ਲੜ ਪਏ ਜੀ, ਹਿੰਦੂ ਸਿੱਖ ਦੇ ਮੁੱਦੇ ਤੇ ਲੜਾ ਦਿਓ ਜੀ, ਉੱਥੇ ਇਹਨੇ ਆਹ ਕਰ ਦਿੱਤਾ ਜੀ, ਉੱਥੇ ਇਹਨੂੰ ਗਾਲ ਕੱਢ ਦਿੱਤੀ ਜੀ, ਉੱਥੇ ਪੱਛਮੀ ਬੰਗਾਲ ਤੋਂ ਲੜਕੀ ਆਈ ਸੀ ਉਹ ਨਾ ਹੋ ਗਿਆ ਜੀ, ਉੱਥੇ ਦੇਖੋ ਜੀ ਦੇਸ਼ ਦੇ ਇੰਨੇ ਹਿੱਸਿਆਂ ਦੇ ਵਿੱਚ ਤਾਂ ਕੋਈ ਪਰਵਾਹ ਹੀ ਨਹੀਂ ਕਿਸੇ ਨੇ ਕੀਤੀ ਜੀ, ਇਹਨਾਂ ਨੇ ਬੰਦ ਦੀ ਕਾਲ ਦਿੱਤੀ ਸੀ, ਪੱਛਮੀ ਬੰਗਾਲ 'ਚ ਹੋ ਗਿਆ ਜੀ, ਉੱਥੋਂ ਜਾਣੀ ਬਹੁਤ ਵਾਰ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੀਆਂ ਅਫਵਾਹਾਂ ਉਡਾਈਆਂ ਗਈਆਂ ਜੀ, ਕਿਸਾਨ ਜਥੇਬੰਦੀਆਂ ਟੁੱਟ ਗਈਆਂ। ਬਹੁਤ ਵਾਰੀ ਇਹ ਕੁਝ ਕਿਹਾ ਗਿਆ ਜੀ ਇੱਕ ਸੂਬੇ ਦਾ ਅੰਦੋਲਨ। ਚਲੋ ਕੋਈ ਗੱਲ ਨਹੀਂ, ਹੁਣ ਵੀ ਕਿਉਂਕਿ ਜਿੱਦਾਂ ਹੀ ਭਾਰਤ ਦੀ ਪਾਰਲੀਮੈਂਟ ਦੇ ਵਿੱਚੋਂ ਇਹ ਕਾਨੂੰਨ ਵਾਪਸ ਹੋਏ, ਰਾਸ਼ਟਰਪਤੀ ਸਾਹਿਬ ਦੇ ਦਸਖਤ ਹੋਣੇ ਨੇ, ਨੋਟੀਫਾਈ ਇਹਨੇ ਹੋਣਾ, ਹੋ ਜਾਣਾ। ਪਰ ਜਿਹੜਾ ਇੱਕ ਤੌਖਲਾ ਸੀ ਕਿ ਪਤਾ ਨਹੀਂ ਐਲਾਨ ਹੋ ਗਿਆ, ਸਿਰੇ ਚੜਨਾ ਕਿ ਨਹੀਂ ਚੜਨਾ, ਉਹ ਚੜ ਗਿਆ। MSP ਦਾ ਮੁੱਦਾ ਅਜੇ ਬਾਕੀ ਹੈ। ਪਰ ਨਾਲ ਲੱਗਦਾ ਹੀ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ, ਉਹਨਾਂ ਨੇ ਇੱਕ ਮੀਟਿੰਗ ਕੀਤੀ ਕਿ ਭਾਈ ਹੁਣ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਗੱਲ ਰੱਖਣੀ ਆ। ਪਹਿਲਾਂ 4 ਨੂੰ ਮੀਟਿੰਗ ਸੀ, 1 ਨੂੰ ਕਰ ਲਈ, ਰੌਲਾ ਪੈਣਾ ਸ਼ੁਰੂ ਹੋ ਗਿਆ। ਪੰਜਾਬ ਦੀਆਂ ਜਥੇਬੰਦੀਆਂ ਵਾਪਸ ਆਉਣਾ ਚਾਹੁੰਦੀਆਂ, ਪੰਜਾਬ ਦੀਆਂ ਜਥੇਬੰਦੀਆਂ ਨਿਬੇੜਨਾ ਚਾਹੁੰਦੀਆਂ, 3 ਖੇਤੀਬਾੜੀ ਕਾਨੂੰਨ ਵਾਪਸ ਆ ਗਏ। ਸਾਰੇ ਚਾਹੁੰਦੇ ਆ ਕਿ ਕਿਸਾਨ ਆਪੋ ਆਪਣੇ ਘਰ ਨੂੰ ਆਉਣ, ਸਾਰੇ ਚਾਹੁੰਦੇ ਆ। ਪਰ ਇਹ ਕੋਈ ਪਹਿਲੀ ਵਾਰੀ ਥੋੜ੍ਹਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੱਖਰੀ ਮੀਟਿੰਗ ਕੀਤੀ ਹੈ। ਹਰ ਵਾਰ ਪਿਛਲੇ 1 ਸਾਲ ਦੇ ਵਿੱਚ ਜਦੋਂ ਦਾ ਸੰਯੁਕਤ ਕਿਸਾਨ ਮੋਰਚਾ ਬਣਿਆ, ਉਹਦੇ ਵਿੱਚ ਸਭ ਤੋਂ ਵੱਧ ਮੈਂਬਰ ਪੰਜਾਬ ਦੇ ਨੇ। ਪੰਜਾਬ ਵਾਲੇ ਹਰ ਵਾਰ ਪਹਿਲਾਂ ਆਪਣੀ ਮੀਟਿੰਗ ਕਰਦੇ, 1 ਦਿਨ ਪਹਿਲਾਂ, ਉਹਦੇ ਵਿੱਚ ਆਪਣੀ ਸਹਿਮਤੀ ਬਣਾਉਂਦੇ ਆ। ਉਹਦੇ ਤੋਂ ਬਾਅਦ ਦੂਸਰੇ ਦਿਨ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਸਾਂਝਾ ਪੰਜਾਬ ਦਾ ਰੁਝਾਨ ਰੱਖਦੇ ਕਿ ਸਾਡੀ ਇਸ ਮੁੱਦੇ ਤੇ ਆ ਰਾਏ ਆ। 32 ਬੰਦੇ ਨਹੀਂ ਰੱਖਦੇ, ਪੰਜਾਬ ਵੱਲੋਂ 1 ਬੰਦਾ ਰੱਖਦਾ, ਗਏ ਸਾਰੇ ਹੁੰਦੇ ਆ। ਇਸ ਕਰਕੇ ਇਸ ਗੱਲ ਨੂੰ ਵੀ ਇਸ ਤਰੀਕੇ ਪੇਸ਼ ਕੀਤਾ ਜਾ ਰਿਹਾ ਕਿ ਪਤਾ ਨਹੀਂ ਖਰੇ ਬਾਕੀ ਬੈਠਣਾ ਚਾਹੁੰਦੇ ਆ ਤਾਂ ਪੰਜਾਬ ਵਾਲੇ ਉੱਠਣਾ ਚਾਹੁੰਦੇ ਆ। ਨਾ, ਉਹਨਾਂ ਨੇ ਕਿਹਾ ਜੀ ਅਸੀਂ ਆਪਣੀ ਰਾਏ ਬਣਾ ਲਈ ਹੈ, ਜਿੱਦਾਂ ਅਸੀਂ ਪਹਿਲਾਂ ਵੀ ਬਣਾਉਂਦੇ ਸੀ। ਭੜਕ ਨੂੰ ਹੁਣ 1 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ, ਉਹਦੇ ਵਿੱਚ ਅਸੀਂ ਪੰਜਾਬ ਦਾ ਨਜ਼ਰੀਆ ਰੱਖ ਦਾਂਗੇ, ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੋਏਗਾ।
ਨਹੀਂ ਉਹ ਤਾਂ ਹੈ ਹੀ ਆ, ਪਰ ਦੇਖੋ ਕੁੱਲ ਮਿਲਾ ਕੇ ਇੰਨਾ WhatsApp ਵੀ ਮੈਨੂੰ ਲੱਗਦਾ ਵੀ ਜਿਹੜਾ ਸੋਸ਼ਲ ਮੀਡੀਆ ਕਹਿ ਲਓ, ਜਾਂ ਕੱਲਾ ਸੋਸ਼ਲ ਮੀਡੀਆ ਕਿਉਂ, ਅਖਬਾਰਾਂ ਵਾਲੇ ਭਾਊ, ਆਪਣੇ ਟੈਲੀਵਿਜ਼ਨ ਵਾਲੇ ਭਾਊ, ਆਪਣੇ ਵਰਗੇ ਜਿਹੜੇ ਸਾਰਿਆਂ ਨੂੰ ਮੇਰਾ ਖਿਆਲ ਵੀ ਜਿਹੜਾ ਪਹਿਲਾਂ ਇਹ ਹੁੰਦਾ ਸੀ ਨਾ ਵੀ ਚੱਲ ਜੋ ਆਇਆ ਭਾਈ ਇਹ ਸੱਚ ਹੀ ਕਹਿੰਦੇ ਹੋਣੇ, ਵੀ ਸਿਆਣੇ ਆ ਬਈ, ਪੜ੍ਹੇ ਲਿਖੇ ਆ ਭਾਈ, ਸ਼ਹਿਰਾਂ 'ਚ ਰਹਿੰਦੇ ਆ, ਵੀ ਵੱਡਿਆਂ ਥਾਵਾਂ 'ਤੇ ਰਹਿੰਦੇ ਆ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਕੁਛ ਹੋਵੇ ਨਾ ਹੋਵੇ, ਇਸ ਸਾਲ 1.5 ਸਾਲ ਨੇ ਨਾ ਉਹ ਪਾਣੀ ਪੁਣ ਕੇ ਪੀਣਾ ਸਿਖਾਤਾ। ਹੁਣ ਇਹ ਆ ਵੀ ਕੁਛ ਮਰਜ਼ੀ ਆ ਜਾਵੇ, ਕਿਸੇ ਲੀਡਰ ਦਾ ਬਿਆਨ ਵੀ ਆ ਜਾਵੇ ਨਾ, ਤੇ ਐਜ਼ ਇਟ ਇਜ਼ ਨਹੀਂ ਵੇਂਦਾ, ਨਾਲ ਹੀ ਬਾਪੂ ਕਹਿੰਦਾ ਇਹ ਨਿੱਕਾ ਮੈਨੂੰ ਠੀਕ ਨਹੀਂ ਲੱਗਦੀ ਗੱਲ, ਵੇਖਾਂ ਕੋਈ ਹੋਰ, ਵੇਖਾਂ ਕਿਤੇ ਕੋਈ ਉੱਥੇ ਕੀ ਦੱਸਦੇ ਭਲਾ, ਹੈ ਨਾ। ਜਦੋਂ ਫਿਰ ਦੋਹੀਂ ਤਿੰਨੀ ਥਾਈਂ ਸੁਣ ਕੇ ਪੜ੍ਹ ਕੇ ਫਿਰ ਵਿੱਚੋਂ ਆਪਣੀ ਉਹ ਰਾਏ ਬਣਾਉਣ ਲੱਗ ਪੈਂਦੇ ਆ ਵੀ ਨਹੀਂ ਇੱਦਾਂ ਨਹੀਂ ਇੱਦਾਂ। ਮੇਰਾ ਖਿਆਲ ਉਹਨੇ ਆ ਜਿਹੜੀਆਂ ਮਾੜੀਆਂ ਮੋਟ ਅਫਵਾਹਾਂ ਜਾਂ ਦੂਜੇ ਤੀਜੇ ਬਿਆਨ ਨੇ, ਜਾਂ ਜਿਨ੍ਹਾਂ ਨੂੰ ਇਹ ਹੁੰਦਾ ਵੀ ਲੈ ਵੀ ਲੂਤੀ ਲਾਈ ਤੇ ਉਸ ਤੋਂ ਬਾਅਦ ਕੰਧ 'ਤੇ, ਉਹ ਕੰਧ ਵਾਲੇ ਬੰਦਿਆਂ ਦਾ ਕੰਮ ਨਹੀਂ ਚੱਲਦਾ। ਨਹੀਂ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ, ਆਉਣ ਵਾਲੇ ਦਿਨਾਂ 'ਚ ਜੇ ਰਗੜਾ ਪੈਣਾ ਹੀ, ਕਿਉਂਕਿ ਪੰਜਾਬ 'ਚ ਇਲੈਕਸ਼ਨ ਆ ਜੀ, ਕੌਣ ਕਿਹਦੇ ਨਾਲ ਚੱਲ ਗਿਆ ਜੀ, ਕੌਣ ਉਹਦੇ ਨਾਲ ਚੱਲ ਗਿਆ, ਬਹੁਤ ਸੰਕੋਚ ਕੇ ਢੰਗ ਤਰੀਕੇ ਜਾਂ ਨਾ ਚੱਲਿਆ ਜਾਵੇ। ਤੇ ਪੰਜਾਬ ਦੀਆਂ 32 ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਕਿ ਅੱਜ ਪਾਰਲੀਮੈਂਟ ਦੇ ਵਿੱਚ MSP ਦੇ ਮੁੱਦੇ ਤੇ ਜਿਹੜੀ ਕਮੇਟੀ ਬਣਾਉਣੀ ਹੈ, ਕਿੰਨੇ ਸਮੇਂ 'ਚ ਫੈਸਲਾ ਕਰੂ, ਕੌਣ-ਕੌਣ ਮੈਂਬਰ ਹੋਣਗੇ, ਕਦੋਂ ਮੀਟਿੰਗ ਹੋਇਆ ਕਰੇਗੀ, ਕਿਵੇਂ ਕੰਮ ਢੰਗ ਉਸ ਕਮੇਟੀ ਦਾ ਚਲਾਉਣਾ, ਅੱਜ ਕਲੀਅਰ ਕਰ ਦਿਓ। ਪਰਚਿਆਂ ਤੇ ਮੁਆਵਜ਼ਿਆਂ ਦੇ ਬਾਰੇ ਕਲੀਅਰ ਕਰ ਦਿਓ, ਕਿਉਂਕਿ ਉਹ ਚਾਹੁੰਦੇ ਆ ਕਿ ਜੇ ਅੱਜ ਕਲੀਅਰ ਹੋ ਜਾਵੇ ਤਾਂ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਕੋਈ ਫੈਸਲਾ ਲੈ ਲਈਏ ਕਿ ਉੱਥੇ ਕਿੰਨੀ ਦੇਰ ਬਹਿਣਾ ਹੈ, ਹੋਰ ਬਹਿਣਾ, ਕਿੱਦਾਂ ਬਹਿਣਾ ਹੈ। ਕਿਉਂਕਿ ਟਕੈਤ ਸਾਹਿਬ ਕਹਿੰਦੇ ਆ ਕਿ MSP ਤੋਂ ਬਿਨਾਂ ਵਾਪਸ ਨਹੀਂ ਜਾਣਾ ਚਾਹੀਦਾ। ਮੰਗ ਪੰਜਾਬ ਵਾਲਿਆਂ ਦੀ ਵੀ ਇਹੀ ਹੈ, ਕਿਉਂਕਿ ਇਦਾਂ ਹੀ ਚਲੇਗਾ ਤਾਂ ਸਮੱਸਿਆਵਾਂ ਬਹੁਤ ਨੇ। ਬਾਕੀ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਕੇਂਦਰ ਸਰਕਾਰ ਬਾਕੀ ਮੁੱਦਿਆਂ ਤੇ ਅਨਾਉਂਸਮੈਂਟ ਕੀ ਕਰਦੀ ਹੈ, ਫੈਸਲਾ ਉੱਤੇ ਨਿਰਭਰ ਕਰਦਾ ਹੈ। ਨਹੀਂ ਉਹ ਹੈਗੀ ਆ, ਦੇਖੋ ਕਾਰਨ ਆ ਵੀ ਉਹ ਬੜਾ ਜ਼ਰੂਰੀ ਹੈ, ਕਿਉਂਕਿ ਹੋ ਸਕਦਾ ਵੀ ਕਿਸੇ ਬੰਦੇ ਨੂੰ ਲੱਗਦਾ ਹੋਵੇ ਵੀ ਇਹ ਮਸਲੇ ਉਨੇ ਸ਼ਾਇਦ ਜ਼ਰੂਰੀ ਨਹੀਂ ਆ, ਤਾਂ ਆਪਾਂ ਦੱਸ ਦਈਏ ਵੀ ਇੱਕ ਤਾਂ MSP ਜੇ ਨਾ ਮਿਲੀ ਤਾਂ ਫਿਰ ਰੌਲਾ ਤਾਂ ਉੱਥੇ ਹੀ ਰਹਿ ਗਿਆ। ਦੂਜੀ ਚੀਜ਼ ਜਿਹੜੀ ਇਹ ਵੀ ਮੇਰਾ ਖਿਆਲ ਉਹਦੇ 'ਚ ਵਿਚਾਰੀ ਗਈ ਆ ਕਿ ਵੀ ਆਪਾਂ ਪਿਛਲੇ ਸਮੇਂ ਦੇਖਦੇ ਨੇ ਵੀ ਨਹੀਂ ਜੀ ਹੁਣ ਨਾ ਆਪਾਂ ਇੰਨਾ ਹੀ ਝੋਨਾ ਖਰੀਦਣਾ, ਹੁਣ ਨਾ ਆਪਾਂ ਇੰਨੀ ਕਣਕ ਖਰੀਦਣੀ ਆ। ਉਹਦੇ 'ਤੇ ਵੀ ਉਹਨਾਂ ਨੇ ਆਪਣੇ ਨੂੰ ਗੱਲ ਕਲੀਅਰ ਕੀਤੀ ਵੀ ਜਿਹੜਾ ਕੋਟਾ ਪਹਿਲਾਂ ਨਿਰਧਾਰਤ ਸੀਗਾ ਭਾਈ ਸਾਹਿਬ, ਉਹ ਨਿਰਧਾਰਤ ਰਹਿਣਾ ਚਾਹੀਦਾ। ਪਿਛਲੇ 3 ਸਾਲਾਂ 'ਚ ਤੁਸੀਂ ਐਵਰੇਜ ਕੱਢ ਲਓ ਜੇ ਤੁਹਾਨੂੰ ਫਿਰ ਵੀ ਇਤਰਾਜ਼ ਆ ਉਹਦੇ 'ਤੇ, ਕਿਉਂਕਿ ਇਹ ਨਾ ਹੋਵੇ ਵੀ ਅੱਜ ਤੁਸੀਂ ਕਹਿੰਦੇ ਵੀ ਪਹਿਲਾਂ ਕਹਿੰਦਾ ਵੀ 100 ਬੋਰੀਆਂ, ਅਗਲੇ ਸਾਲ ਤੁਸੀਂ ਐਲਾਨ ਕਰਨੇ ਵੀ 75 ਹੀ ਖਰੀਦਣੀਆਂ, ਹੁਣ ਉਦੋਂ ਅਗਲੇ ਸਾਲ ਤੁਸੀਂ 50 ਤੇ ਆ ਜਾਓ, ਫਿਰ 25 ਤੇ ਆ ਜਾਓ, ਫਿਰ 10 ਤੇ ਆ ਜਾਓ, ਤੇ ਫਿਰ MSP ਕੀ ਕਰੂਗੀ? ਕਿਉਂਕਿ ਜਦ ਤੱਕ ਉਹ ਕੋਟਾ ਨਹੀਂ ਨਿਰਧਾਰਤ ਰਹਿੰਦਾ ਜਾਂ ਜੋ ਕੁਝ ਐਜ਼ ਇਟ ਇਜ਼ ਚੱਲ ਰਿਹਾ ਸੀ ਕੰਮ ਉਹ ਨਹੀਂ ਨਿਰਧਾਰਤ ਰਹਿੰਦਾ, ਉਨੀ ਦੇਰ ਤੱਕ ਫਾਇਦਾ ਨਹੀਂ। ਚਲੋ ਮੇਰੇ ਖਿਆਲ ਨਾਲ ਵਧੀਆ ਗੱਲ ਆ। ਨਹੀਂ ਵਧੀਆ, ਸਾਰਾ ਕੁਝ ਮੈਨੂੰ ਲੱਗਦਾ ਕਿ ਠੀਕ ਤਰੀਕੇ ਜਾਊਗਾ, ਦੋਨੋਂ ਧਿਰਾਂ ਸੁਹਿਰਦਤਾ ਦੇ ਨਾਲ ਕੰਮ ਲੈਣ। ਪਰ ਜਿੱਦਾਂ ਹੀ ਪਾਰਲੀਮੈਂਟ ਦੇ ਵਿੱਚ ਫੈਸਲਾ ਹੁੰਦਾ ਹੀ ਨਾਲ ਹੀ ਚੰਡੀਗੜ੍ਹ ਦੀ ਇੱਕ ਕੋਠੀ ਦੇ ਵਿੱਚੋਂ ਇੱਕ ਸਰਦਾਰ ਸਾਹਿਬ ਨਿਕਲਦੇ ਆ, ਨਾਮ ਹੈ ਕੈਪਟਨ ਅਮਰਿੰਦਰ ਸਿੰਘ, ਤੇ ਚੰਡੀਗੜ੍ਹ ਦੇ ਇੱਕ ਦੂਸਰੇ ਬੰਗਲੇ ਦੇ ਵਿੱਚ ਮਿਲਣ ਜਾਂਦੇ ਆ, ਉਹਨਾਂ ਦਾ ਨਾਮ ਹੈ ਮਨੂਰ ਲਾਲ ਖੱਟਰ। ਤੇ ਮਿਲ ਕੇ ਕਹਿੰਦੇ ਜੀ ਵੈਸੇ ਹੀ ਚਾਹ ਦੀ ਕੱਪੀ ਸਾਂਝੀ ਕਰਨੀ ਸੀ, ਗੱਲ ਕਿਹੜੀ ਹੈ, 2 ਕੁੱਕੀਆਂ ਬਿਸਕੁਟ ਹੀ ਹੁੰਦੇ, ਹੋਰ ਏਡੀ ਕੋਈ ਗੱਲ ਨਹੀਂ। ਤੁਸੀਂ ਇਹ ਦੇਖੋ ਕਿ ਥੋੜੇ ਹਫ਼ਤੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ, ਉਦੋਂ ਮਨੂਰ ਲਾਲ ਖੱਟਰ ਸਾਹਿਬ ਦਾ ਇੱਕ ਬਿਆਨ ਆਇਆ ਸੀ ਕਿ ਆ ਦੇਖਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਚੱਕੇ ਚਕਾਏ ਕਿਸਾਨ ਉੱਥੇ ਬੈਠੇ ਆ, ਇਹਨਾਂ ਨੂੰ ਰੋਕਣੇ ਚਾਹੀਦੇ ਆ, ਇਹ ਨਹੀਂ ਰੋਕਦੇ ਤਾਂ ਕਰਕੇ ਅੱਗੇ ਗਏ ਆ, ਅਸੀਂ ਹਰਿਆਣੇ ਵਾਲੇ ਸਾਡੇ ਕਿਸਾਨ ਬੜੇ ਆਰਾਮ ਦੇ ਨਾਲ ਬੈਠੇ ਆ। ਸਾਰਾ ਹੀ ਦੋਸ਼ ਦਿੱਲੀ 'ਚ ਚੱਲਦੇ ਕਿਸਾਨ ਅੰਦੋਲਨ ਦਾ ਹਰਿਆਣੇ ਦੇ ਮੁੱਖ ਮੰਤਰੀ ਮਨੂਰ ਲਾਲ ਖੱਟਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਮੜਿਆ ਸੀ। ਤਾਂ ਮੂਹਰਿਓਂ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸੀ ਕਿ ਭਾਈ ਜੇ ਐਡੀ ਗੱਲ ਹੈ, ਜੇ ਤੇਰੇ ਸਾਰਾ ਕੁਝ ਹੀ ਠੀਕ ਹੈ ਤਾਂ ਕਿਸਾਨ ਤਾਂ ਹਰਿਆਣੇ ਦੇ ਵੀ ਬਥੇਰੇ ਬੈਠੇ ਆ, ਐਡੀ ਕੋਈ ਗੱਲ ਨਹੀਂ। ਉਹੀ 2 ਬੰਦੇ ਬੈਠਦੇ ਆ, ਚਾਹ ਦਾ ਕੱਪ ਸਾਂਝਾ ਕਰਦੇ ਆ, ਕਹਿੰਦੇ ਸ਼ਿਸ਼ਟਾਚਾਰ ਵਾਲੀ ਮਿਲਣੀ ਸੀ। ਦੇਖੋ ਜੇ ਏਡੇ ਇਲਜ਼ਾਮ ਲਾ ਕੇ ਇੱਕ ਦੂਜੇ ਦੇ ਉੱਤੇ ਦੋਸ਼ ਲਾ ਕੇ ਸਾਹਮਣੇ ਆ ਕੇ ਮੁੜ ਕੇ ਚਾਹ ਦੀ ਕੱਪੀ ਪੀਤੀ ਜਾ ਸਕਦੀ, ਅਸੀਂ ਪੰਜਾਬ ਵਾਲਿਆਂ ਨੇ ਕਾਹਤੋਂ ਲੜਨਾ? ਨਹੀਂ ਤੇ ਉਹ ਤਾਂ ਗੱਲ ਕਲੀਅਰ ਆ, ਇਹਨਾਂ ਨੇ ਤਾਂ ਸਿਖਾਇਆ ਸਗੋਂ। ਦੇਖੋ ਜੇ ਆਪਾਂ ਇਹ ਕਹੇ ਵੀ ਲੀਡਰ ਹੁਣ ਮਿਲਣ ਲੱਗੇ, ਲੀਡਰ ਹੁਣ ਨਹੀਂ ਮਿਲਣ ਲੱਗੇ। ਲੀਡਰ ਤਾਊ ਨਹੀਂ ਜਦੋਂ ਉਹਨਾਂ ਦੇ ਬੈਠੇ ਆ ਨਾ ਜਹੇਦਾਰ ਹੋਣਾ ਨਾ, ਉਦੋਂ ਦੇ ਮੇਰਾ ਖਿਆਲ ਉਹ ਕਹਿੰਦੇ ਵੀ ਯਾਰ ਨਾ ਇਹਨਾਂ ਸਾਲ ਹੋ ਗਿਆ ਜੀ, ਇਹਨਾਂ ਦੀਆਂ ਪਤਾ ਨਹੀਂ ਰਿਸ਼ਤੇਦਾਰੀਆਂ ਸਕੀਰੀਆਂ ਜਿਹੜੀਆਂ ਵਿੱਚ ਕੀ ਇਹ ਗੰਢੀ ਜਾਂਦੇ, ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਉਹ ਕਹਿੰਦੇ ਵੀ ਇਹਨਾਂ ਦੀ ਸਮਝ ਚਾਹੇ ਆਵੇ ਚਾਹੇ ਨਾ ਆਵੇ, ਆਪਾਂ ਨੂੰ ਹੁਣ ਇੱਕ ਨਾਲ ਮਿਲਣਾ ਪੈਣਾ। ਵੀ ਜਿਹੜਾ ਆਪਾਂ ਪਹਿਲਾਂ ਕਹਿੰਦੇ ਨੇ ਵੀ और तो कुछ है नहीं है जी, ये जो पंजाब वाले हैं जी हमारा जी पानी नहीं देते जी, SYL नहर हम यहाँ से निकाल लेंगे। वो कहते तू वीर जा के ठंडा ठंडा पी, ਅਸੀਂ ਨਿਬੇੜ ਲਾਂਗੇ ਆਪੇ, ਹੈ ਨਾ। ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਵੀ ਜਾਪਦਾ ਵੀ ਹੁਣ ਮੁੱਦਾ ਕੋਈ ਨਾ ਕੋਈ ਨਵਾਂ ਘੜਨਾ ਪੈਣਾ। ਬਾਕੀ ਇਹ ਨਹੀਂ ਗੱਲ ਹੈ WhatsApp, ਦੇਖੋ ਜਿੱਦਾਂ ਤੁਸੀਂ ਹੁਣੇ ਕਿਹਾ ਨਾ ਵੀ ਖੱਟਰ ਸਾਹਿਬ ਤੇ ਕੈਪਟਨ ਸਾਹਿਬ ਦੇ ਵਿੱਚ ਬੜਾ ਮਤਲਬ ਰੰਜ ਸੀ ਇੱਕ ਦੂਜੇ ਦੇ ਖਿਲਾਫ। ਅੱਜ ਕੱਲ੍ਹ ਕਿਉਂਕਿ ਇਲੈਕਸ਼ਨ ਹੈ, ਇਸ ਕਰਕੇ ਉਹ ਡਰਮ 'ਚ ਕਲੀ ਨਹੀਂ ਘੋਲ ਲੈਂਦੇ ਹੁੰਦੇ ਸੀ ਪਹਿਲਾਂ, ਵੇਲਾ ਵੀ ਰੰਗ ਕਰ ਕਲੀ ਘੋਲੀ ਆ ਤੇ ਪਰਾਲੀ ਦੀ ਕੂਚੀ ਬਣਾਈ ਉਹਨਾਂ ਨੇ। ਜਿੱਥੇ ਕਿਤੇ ਉਹਨਾਂ ਨੂੰ ਯਾਦ ਹੈ ਨਾ ਵੀ ਇੱਥੇ ਜੇ ਫੇਰਨ ਵਾਲਾ ਨਾਲ ਹੀ ਫੇਰ ਦਿੰਦੇ। ਹੁਣ ਅਸ਼ਵਨੀ ਸ਼ਰਮਾ ਸਾਹਿਬ ਉਹਨਾਂ ਨੇ ਜਿਹੜੇ ਕਿਹਾ ਵੀ 117 ਦੀਆਂ 117 ਸੀਟਾਂ ਜਿੱਤਣੀਆਂ, ਪਰਵਾਹ ਨਹੀਂ, ਉਹ ਵੇਖਿਓ ਅਗਲੀ ਸਰਕਾਰ ਸਾਡੀ। ਪੁੱਛ ਲਿਆ ਪੱਤਰਕਾਰ ਭਾਈਚਾਰੇ ਨੇ।
ਕਹਿੰਦੇ ਜੀ ਵੀ ਚੰਨੀ ਸਾਹਿਬ, ਕਹਿੰਦੇ ਚੰਨੀ ਸਾਹਿਬ ਨੇ ਤਾਂ ਕੰਮ ਹੀ ਖਤਮ ਕਰਤਾ ਨਾ ਜੀ, ਦੇ ਲਾਰੇ ਤੇ ਲਾਰਾ, ਦੇ ਲਾਰੇ ਤੇ ਲਾਰਾ, ਕਹਿੰਦੇ ਵੀ ਆਹ ਕਰ ਦੂੰ ਉਹ ਕਰ ਦੂੰ, ਪੈਸੇ ਕਿੱਥੋਂ ਆਉਣੇ ਆ? ਪੰਜਾਬ ਤੇ ਕਰਜ਼ੇ ਦਾ ਝੰਬਿਆ, ਕੀ ਕਰਦੇ ਹੋ ਵੀਰ ਜੀ? ਚੰਨੀ ਸਾਹਿਬ ਵਾਲੀਆਂ ਗੱਲਾਂ ਨਹੀਂ ਚੱਲਣੀਆਂ। ਉਹ ਕਹਿੰਦੇ ਵੀ ਇਹਨਾਂ ਕੀਤਾ ਹੀ ਕੁਛ ਨਹੀਂ, ਦੇਖੋ ਤੁਸੀਂ 4.5 ਸਾਲਾਂ 'ਚ ਕੀਤਾ ਕੁਛ। ਉਹ ਆਪਣੇ ਵਾਲੇ ਕਿਹੜਾ ਟਲਦੇ ਆ ਉਹਨਾਂ ਨਾਲ। ਕਹਿੰਦੇ ਸਰ ਉਹ ਤੇ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਨਾ ਜੀ ਉਦੋਂ ਮੁੱਖ ਮੰਤਰੀ। ਉਹ ਨਾ 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 ਨਾ, ਕਹਿੰਦੇ ਨਾ, ਉਹਨਾਂ ਦਾ ਕੋਈ ਕਸੂਰ ਨਹੀਂ ਇਹਦੇ 'ਚ। ਉਹ ਕਹਿੰਦੇ ਵੀ ਇਦਾਂ ਕਿੱਦਾਂ ਕਸੂਰ ਕਿਉਂ ਨੇ, ਉਹ ਤੇ ਮੁੱਖ ਮੰਤਰੀ ਸੀ। ਕਹਿੰਦੇ ਵਾਅਦੇ ਕੀਤੇ ਸੀ ਕਾਂਗਰਸ ਪਾਰਟੀ ਨੇ, ਕੈਪਟਨ ਨੇ ਨਹੀਂ ਕੀਤੇ, ਕੈਪਟਨ ਨੇ ਨਹੀਂ ਸੀ ਕੀਤੇ। ਹੁਣ ਕਸੂਰ ਚੰਨੀ ਦਾ। ਹਾਂ ਮਤਲਬ ਇਹ ਮੈਂ ਤਦੇ ਕਹਿ ਰਿਹਾ ਵੀ ਉਹਨਾਂ ਡਰਾਮਾ 'ਚ ਕਲੀ ਘੋੜੀ ਇਹਦੇ ਨਾਲ ਹੀ ਫੇਰ ਦਿੰਦੇ ਭਾਈ ਸਾਹਿਬ, ਵੀ ਇੱਥੇ ਫੇਰਦੇ ਨੇ ਤੇ ਇੱਥੇ ਨਾਂ ਲਿਖਦੇ ਨੇ। ਜਿਹੜੀ ਤੁਸੀਂ ਕੂਚੀ ਦੱਸੀ ਨਾ, ਉਹ ਕੂਚੀ ਜਦੋਂ ਡੋਬ ਕੇ, ਕਿਉਂਕਿ ਕੂਚੀ ਵਾਲਾ ਰੰਗ ਹੁੰਦਾ, ਕਲੀ ਹੁੰਦੀ, ਕਿਹਨੇ ਕਿਹਨੇ ਦੇਖੀ ਆ, ਟਿੱਪਣੀਆਂ ਕਰਦੇ ਹੋ, ਉਹ ਜਦੋਂ ਐ ਭੇਂ ਕੇ ਲੈ ਜਾਂਦੇ ਹੁੰਦੇ ਤਾਂ ਕੰਧ ਤੇ ਘੱਟ ਲਾਦੇ, ਥੱਲੇ ਵੱਧ ਛਿੱਟੇ ਡੋਲਦੇ ਹੁੰਦੇ। ਇਹ ਸਾਰਿਆਂ ਨੂੰ ਪਤਾ, ਉੱਥੇ ਨਿਆਣੇ ਨਿੱਕੇ ਖੇਡਦੇ ਨੇ ਇੱਧਰ ਦੀ ਕਰਕੇ, ਨਹੀਂ ਤੇ ਤੁਪਕੇ ਜਿਹੇ ਡਿੱਗੇ ਹੁੰਦੇ, ਤੁਪਕਾ ਪ੍ਰਣਾਲੀ ਤੇ ਰੰਗ ਕੀਤਾ ਜਾਂਦਾ ਸੀ। ਸੰਧਾਲੀਆ ਸਾਹਿਬ ਬਹੁਤ ਕਮਾਲ ਦੀ ਗੱਲ ਇਹਦੇ ਵਿੱਚੋਂ ਨਿਕਲੀ ਹੈ ਕਿ ਚਲੋ ਉਹਨਾਂ ਨੇ ਟੇਕਿਆ ਲੁਧਿਆਣੇ ਦੇ ਵਿੱਚ ਜਾ ਕੇ ਇੱਕ ਧਾਰਮਿਕ ਸਥਾਨ ਤੇ ਮੱਥਾ, ਤੇ ਕਹਿੰਦੇ 117 ਦੀਆਂ 17 ਸੀਟਾਂ ਲੜਨੀਆਂ। ਮੈਨੂੰ ਸਮਝ ਨਹੀਂ ਆਈ, ਇੱਕੋ ਹੀ ਦਿਨ 2 ਬਿਆਨ ਨੇ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਅਸੀਂ ਸਾਰੀਆਂ ਸੀਟਾਂ ਲੜਨੀਆਂ, ਉੱਥੇ ਹੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤਾਂ ਕੋਈ ਹੋਰ ਨੇ, ਹੁਣ ਜਿਹੜੇ ਸਭ ਤੋਂ ਵੱਡੇ ਆਗੂ ਨੇ ਕੈਪਟਨ ਅਮਰਿੰਦਰ ਸਿੰਘ, ਉਹ ਕਹਿੰਦੇ ਜੀ ਮੈਂ ਦਿੱਲੀ ਚੱਲਿਆ, ਸਰਕਾਰ ਸਾਡੀ ਬਣਨੀ ਹੈ, ਉਹ ਸਾਡੀ ਪੰਜਾਬ ਲੋਕ ਕਾਂਗਰਸ ਭਾਜਪਾ ਤੇ ਢੀਂਡਸਿਆਂ ਦੀ ਸਾਂਝੀ ਬਣਨੀ ਆ। 3 ਧਿਰਾਂ ਨੇ, ਮੈਂ ਸੀਟਾਂ ਦੀ ਵੰਡ ਕਰਨ ਚੱਲਿਆ। ਜਿਨ੍ਹਾਂ ਦੇ ਨਾਲ ਸੀਟਾਂ ਦੀ ਵੰਡ ਕਰਨ ਚੱਲੇ ਆ ਉਹਨਾਂ ਦੇ ਸੂਬਾ ਪ੍ਰਧਾਨ ਕਹਿੰਦੇ ਅਸੀਂ ਸਾਰੀਆਂ ਸੀਟਾਂ ਲੜਨੀਆਂ। ਤੇ ਕੈਪਟਨ ਸਾਹਿਬ ਮੈਨੂੰ ਸਮਝ ਨਹੀਂ ਆਈ ਕਿ ਚਲੋ ਮੰਨ ਲੈਂਦੇ ਆ ਕਿ ਬੀਜੇਪੀ ਵਾਲੇ ਤੋਂ ਉੱਪਰਲੇ ਪਾਸਿਓਂ ਕਹਿ ਦੇਣਗੇ ਕਿ ਅਸ਼ਵਨੀ ਸ਼ਰਮਾ ਸਾਹਿਬ नहीं इतनी सीटें उम्मीदवार तैयार करिए, बाकी कोई बात नहीं, कप्तान साहब से बात हमारी हो गई है, ये नेशनल पार्टी ऊपर से ही आते हैं, ऐसी कोई बात नहीं। वो कहा ठीक है सर। पर सुखदेव सिंह ढींडसा साहब की तो कोई हाईकमांड भी नहीं आएगी, वो हर तीजे दिन बयान दे, वो साडी कोई गल नहीं हुई, ओए साडी कोई गल नहीं, साडा को लैना, साडे मुंडे दा नाम एवें पाता ही। हुण समझ नहीं आउंदी, कैप्टन साहब कहंदे मैं ढींडसियां नाल रल के सरकार बनाउणी है, अगले अजे पंची दी इलैक्शन लड़न नूं भी सांझी तैयार नहीं। नहीं वो ठीक है गल, हो सकता कैप्टन साहब दिल्ली जाते कोई दिल्ली वाले कागज विखाता हो भी, वो तो जी लिख के दे गए सी आपां नूं, कोई गल नहीं, तुसीं दिओ बयान तगड़े हो गए। तो वो हो सकता ढींडसा साहब बेचारे इधरों ही फोन कर देना, आखिया भी ना ना यार बाबू जी इदां ना करो, अजे गल नहीं जे किसी पासे लगी इदां किदां। ये कुल मिला के ना देखो सौदा ही हो जाना, सौदा मैं तां शब्द वरते नहीं ਤੁਹਾਨੂੰ ਸਾਡੇ ਹਿਸਾਬ ਦਾ ਨਹੀਂ ਨਾ, ਤੁਸੀਂ ਅੰਦਰ ਹੀ ਤੁਹਾਨੂੰ ਪਤਾ ਹੀ। ਮੈਂ ਤੁਹਾਨੂੰ ਸਮਝਾਉਣ ਡਿਆ ਨਾ, ਇਹ ਸੌਦਾ ਲੀਡਰੀ ਵਾਲਾ ਨਹੀਂ ਹੈ, ਇਹ ਸੌਦਾ ਆਮ ਪੰਜਾਬ ਦੇ ਪਿੰਡਾਂ ਵਾਲਾ ਜਿਹਦਾ ਮਾਈ ਦਾ ਨਹੀਂ ਹੁੰਦਾ। ਉਹ ਕਹਿੰਦਾ ਵੀ ਨਾ ਭਾਂਸਿਆ ਆਪਾਂ 75,000 ਤੋਂ ਥੱਲੇ ਨਹੀਂ ਕਰਨਾ, ਉਹ ਕਹਿੰਦਾ ਨਹੀਂ ਨਹੀਂ ਯਾਰ ਨਾ ਤੇਰੀ ਨਾ ਮੇਰੀ 67 ਚ ਪੱਕੀ ਕਰ ਦਿਓ, ਉਹ ਕਹਿੰਦਾ ਨਹੀਂ 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 ਚੱਲ ਬਹੁਤੀ ਗੱਲ ਤੇ ਫਿਰ ਆਪਾਂ ਤੂੰ 74 ਤੇ ਲੈ ਆ। ਮੈਂ ਤੈਨੂੰ ਕਹਿਦਾ ਵੀ 67.5 ਤੋਂ ਗੱਲ ਨਹੀਂ, ਇਹ ਘੁੰਮਦਿਆਂ ਘਮਾਉਂਦਿਆਂ ਅੱਜ ਜਦੋਂ 17 ਤੇ ਆ ਗਈ ਨਾ ਗੇਮ, ਉਦੋਂ ਫਿੱਟ ਹੋ ਜਣੀ, ਉਦੋਂ ਤਾਂ ਵੀ ਚਲੋ ਠੀਕ ਆ ਫਿਰ ਹੁਣ ਨਾ ਤੇਰੀ ਨਾ ਮੇਰੀ, ਫਿਰ ਹੁਣ ਨਾ ਮੋੜੀ, ਤੁਹਾਡੇ ਮੂੰਹ ਨਹੀਂ ਆ। ਆਹੋ ਇੱਕ ਇਹ ਵੀ ਹੋ ਸਕਦਾ, ਮੈਨੂੰ ਬਿਲਕੁਲ ਸੌਦਾ ਉਦਾਂ ਦਾ ਲੱਗਦਾ ਕਿ ਯਾਰ ਸੂਟਾਂ ਵਾਲੇ ਦੁਕਾਨਦਾਰ ਸਾਹਿਬ ਕੋਲ ਜਾਈਏ, ਉਹ ਬੀਬੀ ਨੂੰ ਉਹਨੇ ਕਹਿਣਾ ਬੀਬੀ ਦੇਖ ਗੱਲ ਇਹ ਹੈ ਕਿ 500 ਦਾ, ਉਹਨੇ ਕਹਿਣਾ ਨਾ 250, 450 ਦਾ ਤਾਂ ਬੀਬੀ ਆਇਆ 50 ਦਾ ਕਮਾਣਾ ਹੀ ਆ, ਚੱਲ ਤੂੰ 475 ਦੇ। ਹੁਣ ਦੁਕਾਨਦਾਰ ਸਾਹਿਬ ਜਿਹੜਾ ਸੂਟ ਕਹਿੰਦੇ ਹੁੰਦੇ ਕਿ 450 ਦਾ ਮੈਨੂੰ ਪਿਆ, ਉਹੀ ਮੁੜ ਕੇ 350 ਦੇ ਦਿੰਦੇ, ਯਾਨੀ 100 ਘਾਟਾ ਖਾ ਕੇ ਦੇ ਦਿੰਦੇ ਕਾਗਜ਼ੀ ਪੱਤਰੀ। ਨਹੀਂ ਉਹ 350 ਦਾ ਦਿੰਦੇ ਵੀ ਆ, ਤੇ ਇੰਨੀ ਲੜਾਈ ਦੇ ਵਿੱਚ ਸੰਗ ਆਪਣਾ ਵੀ ਸੁੱਕਾ ਹੁੰਦਾ, ਤੇ ਉਹ ਮਾਤਾ ਨੂੰ ਇੱਕ ਥੰਮਸ ਅਪ ਦੀ ਬੋਤਲ ਲਗਾਉਂਦੇ ਹੈ ਨਾ, ਉਹ ਕੰਮ ਇੱਥੇ ਹੋਣਾ। ਸੋ ਚਲੋ ਉਹਨਾਂ ਨੂੰ ਆਪਸ ਚ ਭਿੜਦੇ ਬੀਬੀ ਪਤਾ ਕਹਿੰਦੇ ਆ ਚੰਗਾ ਹੈ ਟਕਾਰ ਜਾ ਆ ਮੇਰਾ ਨਾ ਪਤਾ ਨਹੀਂ ਆ ਤੂੰ ਮੈਨੂੰ ਇੰਨਾ ਬੋਲਣ ਲਾਇਆ, ਮੈਂ ਤੇ ਖਾਨੀ ਆ ਗੋਲੀ ਬੀਪੀ ਦੀ 8 ਸਾਲ ਹੋ ਗਏ ਸੈੱਟ ਹੋਈ ਮੈਂ ਇੱਥੋਂ ਖੜਦਿਆਂ ਨੂੰ ਸਮਾਨ। ਆਹੋ ਇੱਥੇ ਸਿੱਟ ਜਾਣੀ ਮੈਂ ਜੇ ਛਿਜ ਗਿਆ ਤਾਂ। ਆ ਚਲੋ ਉਹਨਾਂ ਦਾ ਕੰਮ ਜਾਣਾ ਨਿਬੜ, ਕੋਈ ਏਡੀ ਹੁਣ ਟੈਨਸ਼ਨ ਲੈਣ ਵਾਲੀ ਗੱਲ ਕੋਈ ਨਹੀਂ, ਕਿਉਂਕਿ ਜਿਹੜੀ ਚੀਜ਼ ਦਾ ਕਰਕੇ ਬਹੁਤਾ ਕੰਮ ਫਸਿਆ ਸੀ ਉਹ ਤੇ ਉਧਰੋਂ ਨਿਬੜ ਗਿਆ ਕੰਮ ਜੀ। ਹੁਣ ਆਪਾਂ ਗੱਲ ਕਰੀਏ ਵੀ ਇਸ ਵਕਤ ਜਿਹੜੀ ਬਾਕੀ ਦੀ ਕਾਂਗਰਸ ਪਾਰਟੀ ਹੈ, ਕਿਉਂਕਿ ਕੈਪਟਨ ਸਾਹਿਬ ਦੇ ਸਾਥ ਛੱਡ ਗਏ, ਬਾਕੀ ਦੀ ਕਾਂਗਰਸ ਪਾਰਟੀ ਨੂੰ ਇਦਾਂ ਲੱਗਦਾ ਵੀ ਆਪਾਂ ਹੁਣ ਵੱਟ ਕੱਢ ਦੇਣੀ, ਤੇ ਵੱਟ ਕੱਢਣ ਦੇ ਚੱਕਰ ਦੇ ਵਿੱਚ ਚੰਨੀ ਸਾਹਿਬ ਨੇ ਹੁਣ ਕਹਿੰਦੇ ਐਲਾਨ ਕਰ ਦਿੱਤਾ ਵੀ 10,000 ਤੋਂ ਵੱਧ ਤੇ ਅਧਿਆਪਕੀ ਭਰਤੀ ਕਰ ਦੇਣੀ। ਨਹੀਂ ਇਹ ਤਾਂ ਦੇਖੋ ਬਹੁਤ ਚੰਗੀ ਗੱਲ ਹੈ, 20,000 ਵੀ ਕਰਨ ਤਾਂ ਉਦੋਂ ਵੀ ਅਸੀਂ ਦੁੱਗਣੀਆਂ ਵਧਾਈਆਂ ਦਈਏ। ਅਸੀਂ ਉਮੀਦ ਕਰਦੇ ਹਾਂ ਕਿ ਚੰਦ ਦਿਨਾਂ ਦੇ ਵਿੱਚ ਕੰਮ ਨਿਬੇੜ ਦੇਣ। 3400 ਸਿਹਤ ਵਿਭਾਗ ਦੇ ਵਿੱਚ ਵੀ ਬੰਦੇ ਭਰਤੀ ਕਰਨੇ, ਉੱਥੇ ਵੀ 10,000 ਭਰਤੀ ਕਰ ਲੈਂਦੇ, ਵਧੀਆ ਸੀ। ਹੁਣ ਭਰਤੀਆਂ ਜਿਹੜੀਆਂ ਨੇ ਨਾ, ਅਸੀਂ ਸਵਾਗਤ ਕਰਦੇ ਹਾਂ ਕਿ ਭਾਈ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੇ। ਪਹਿਲੀ ਅਸੀਂ ਉਮੀਦ ਕਰਦੇ ਹਾਂ ਕਿ ਪੱਕੀ ਦੇਣ, ਪੂਰੀ ਤਨਖਾਹ ਤੇ ਦੇਣ। ਦੂਸਰਾ ਸੰਧਾਲੀਆ ਸਾਹਿਬ ਜੇ ਪੇਪਰ ਪੂਪਰ ਲੈਣੇ ਆ, ਮੈਨੂੰ ਨਹੀਂ ਪਤਾ ਕਿ ਭਰਤੀਆਂ ਕਿੱਦਾਂ ਹੋਣੀਆਂ। ਆ ਪਿਛਲੇ ਦਿਨਾਂ ਦੇ ਵਿੱਚ ਕੋਈ ਹਿਸਾਬ ਵਾਲੇ ਮਾਸਟਰ ਰੱਖਣੇ ਸੀ, ਮੈਂ ਮਾਸਟਰ ਸ਼ਬਦ ਤਾਂ ਵਰਤ ਰਿਹਾ ਕਿ ਭਾਈ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਗੱਲ ਹੈ।
ਉਹ ਕਹਿੰਦੇ ਜੀ ਇੱਕ ਪੇਪਰ ਹੀ ਜਿਹੜਾ 40-45% ਸਵਾਲ ਹੀ ਉਸ ਪਾਸਿਓਂ ਆ ਗਿਆ, ਜਿਹੜਾ 2-4 ਸਾਲ ਪਹਿਲਾਂ ਪੇਪਰ ਲਿਆ ਸੀ ਉਹਦੇ ਵਿੱਚੋਂ ਆ ਗਿਆ, ਜਿਹਦਾ ਉਹਦੇ ਨਾਲ ਸੰਬੰਧ ਹੀ ਕੋਈ ਨਹੀਂ। ਕਹਿੰਦੇ ਹੁਣ ਸਾਡੇ ਨਾਲ ਤਾਂ ਧੱਕਾ ਹੋ ਗਿਆ। ਜਾਣੀ ਕਿ ਸਿਆਣਾ ਅਫਸਰ ਲਾਇਓ ਜਿਹੜਾ ਚੰਗੀ ਤਰ੍ਹਾਂ ਹਿਸਾਬ ਕਿਤਾਬ ਜਿਹਾ ਦੇਖ ਲਿਓ ਕਿ ਭਾਈ ਬਾਹਰੋਂ ਵੀ ਨਾ ਆ ਜਾਵੇ ਪੇਪਰ, ਜਿਹੜਾ ਪੁਰਾਣਾ ਪਾਇਆ ਮਾੜਾ ਮੋਟਾ ਨਹੀਂ ਤੇ ਇੱਕ ਤਾਂ ਸਵਾਲ ਹੀ ਬੰਦਾ ਉੱਪਰ ਥੱਲੇ ਕਰ ਲੈਂਦਾ, 6ਵੇਂ ਨੂੰ 8ਵੇਂ ਦੇ ਕਰਕੇ 8ਵੇਂ ਨੂੰ 6ਵੇਂ ਦੇ ਕਰ ਲਓ, 30-40 ਸਵਾਲ ਉਦਾਂ ਹੀ ਨਾ ਕਾਪੀ ਪੇਸਟ ਹੀ ਨਾ ਸਿੱਧੇ ਕਰ ਦਿਓ। ਦੇਖੋ ਗੱਲ ਪਤਾ ਕੀ ਹੈ ਬਾਟ ਸਾਹਿਬ, ਉਹ ਚ ਅਫਸਰ ਦਾ ਕੋਈ ਕਸੂਰ ਨਹੀਂ। ਅੱਛਾ ਪਤਾ ਕਿਉਂ? ਉਹ ਹੁਣ ਵਿਚਾਰਾ ਜਿਹੜਾ ਬੇਰੁਜ਼ਗਾਰ ਭਾਈਚਾਰਾ ਆਪਣੇ ਵਾਲਾ, ਉਹਨਾਂ ਨੂੰ ਸਾਲ ਹੀ ਇੰਨੇ ਹੋ ਗਏ ਪੇਪਰ ਦਿੰਦੇ ਨੇ, ਉਹਨਾਂ ਦੇ ਜ਼ਬਾਨੀ ਯਾਦ ਹੋ ਗਿਆ ਵੀ ਕਿਹੜਾ ਕਿਹੜਾ ਸਵਾਲ ਆਉਂਦਾ। ਇਹਨਾਂ ਨੂੰ ਹੁਣ ਜਦੋਂ ਉੱਤੇ ਪ੍ਰੈਸ਼ਰ ਪਿਆ ਹੋਣਾ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਐਗਜ਼ਾਮ ਲੈ ਲਵੋ ਫਟਾਫਟ, ਉਹ ਕਹਿੰਦੇ ਨੇ ਯਾਰ ਐਡੀ ਛੇਤੀ ਹੁਣ ਸਵਾਲ ਕਿੱਥੋਂ ਬਣਾਈਏ। ਉਹ ਨਾਲ ਹੀ ਕਿ ਥੱਲੇ ਕੇ ਸਬੋਰਡੀਨੇਟ ਨੂੰ ਕਹਿਣਾ ਵੀ ਤੂੰ ਕਾਕਾ ਕੱਲ ਤੱਕ ਕਾਗਜ਼ ਲੈ ਕੇ ਆ ਫਟਾਫਟ ਸਵਾਲ। ਉਹਨੇ ਵੀ ਕਿਤੇ ਸੋਚਣਾ ਵੀ ਯਾਰ ਇਹ ਨਵਾਂ ਪੰਗਾ ਪਾਦਾ ਹੀ, ਮੈਂ ਅੱਧੀ ਰਾਤ ਨੂੰ ਤਾਂ ਹੁਣ ਸਵਾਲ ਕਿੱਥੋਂ ਲੱਭਾਂ। ਉਹਨੇ ਫਿਰ ਗੂਗਲ ਕਰਕੇ ਕਹਿਣਾ ਵੀ ਆਹ ਲੈ ਲੱਭ ਗਈ ਹੋਈ ਸ਼ੀਟ, ਆਹ ਫਿੱਟ ਕਰ ਲਓ ਸਰ, ਮੈਂ ਬੜੀ ਮਿਹਨਤ ਨਾਲ ਬਣਾਏ ਜੀ, ਮੈਂ ਸਾਰੀ ਰਾਤ ਨਹੀਂ ਸੁੱਤਾ ਸਰ, ਕੋਈ ਸਮੱਸਿਆ ਨਹੀਂ ਆਉਣ ਲੱਗੀ। ਉਹਨਾਂ ਨੂੰ ਉਦੋਂ ਥੋੜਾ ਪਤਾ ਹੈ ਵੀ ਜਿਹਨਾਂ ਨੂੰ ਪਾਉਣ ਲੱਗੇ ਉਹਨਾਂ ਨੇ 3-4 ਰੱਖ ਕੇ ਪੇਪਰ ਦਿੱਤਾ ਹੀ ਹੈ। ਅਸੀਂ ਵੈਸੇ ਉਮੀਦ ਕਰਦੇ ਹਾਂ, ਚੰਨੀ ਸਾਹਿਬ ਨੇ ਨਾ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ, ਮੁਲਾਂਕਣ ਮੀਟਿੰਗ, ਕਿ ਮੈਂ ਜਿਹੜੇ ਫੈਸਲੇ ਕੀਤੇ ਇੰਪਲੀਮੈਂਟ ਹੋਏ ਕਿ ਨਹੀਂ ਹੋਏ। ਸੁਖਬੀਰ ਸਿੰਘ ਬਾਦਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਬਾਬਾ ਹਾਰੀ ਫੇਰਨ ਲੱਗ ਪਿਆ ਸੀ ਕਿ ਭਾਈ ਫੈਸਲੇ ਐਲਾਨ, ਮੁੱਖ ਮੰਤਰੀ ਕਹਿਣ ਲੱਗ ਪਏ ਐਲਾਨੀਆਂ ਮੁੱਖ ਮੰਤਰੀ ਵੀ ਸਿਰਫ ਐਲਾਨ ਕਰਦੇ ਇੰਪਲੀਮੈਂਟ ਨਹੀਂ ਹੁੰਦੇ। ਬਹੁਤ ਚੰਗੀ ਗੱਲ ਹੈ ਜੇ ਚੰਨੀ ਸਾਹਿਬ ਨੇ ਉਹ ਮੁਲਾਂਕਣ ਮੀਟਿੰਗ ਕੀਤੀ ਹੈ ਕਿ ਭਾਈ ਫੈਸਲੇ ਲਾਗੂ ਹੋਏ ਕਿ ਨਹੀਂ ਹੋਏ, ਖਾਸ ਤੌਰ ਤੇ ਰੇਤਾ ਵਾਲਾ ਜਾਂ ਹੋਰ ਬਹੁਤ ਸਾਰੇ, ਪਤਾ ਨਹੀਂ ਫੀਡਬੈਕ ਕੀ ਮਿਲੀ ਕਿ ਨਹੀਂ ਮਿਲੀ, ਇਹ ਚੰਨੀ ਸਾਹਿਬ ਜਾਣਦੇ ਮੁੱਖ ਮੰਤਰੀ ਸਾਹਿਬ। ਪਰ ਤੁਹਾਨੂੰ ਯਾਦ ਆਊਗਾ ਨੇਤਰਹੀਣਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਮੁੱਖ ਮੰਤਰੀ ਸਾਹਿਬ ਦੀ, ਤੇ ਉਦੋਂ ਅਨਾਉਂਸਮੈਂਟ ਕੀਤੀ ਸੀ ਚੰਨੀ ਸਾਹਿਬ ਨੇ ਕਿ ਪੰਜਾਬ ਦੇ ਜਿੰਨੇ ਨੇਤਰਹੀਣ ਮੈਂ ਉਹਨਾਂ ਨੂੰ ਗੋਦ ਲੈਣਾ, ਵੀ ਮੈਂ ਗੋਦ ਲੈ ਲਿਆ। ਬਹੁਤ ਚੰਗੀ ਗੱਲ, ਮੈਂ ਕਹਿੰਦਾ ਕਿ ਪਹਿਲੀ ਵਾਰ ਕਿਸੇ ਨੇ ਬਾਂਹ ਫੜੀ ਸੀ। ਹੁਣ 2 ਦਿਨ ਹੋ ਗਏ ਉਹ ਧਰਨਾ ਲਾ ਕੇ ਬੈਠੇ ਗੇਟ ਦੇ ਮੂਹਰੇ, ਉਹ ਕਹਿੰਦੇ ਜੀ ਮੁੜ ਕੇ ਕੋਈ ਗੱਲ ਨਹੀਂ ਬਾਤ ਨਹੀਂ, ਸਾਨੂੰ ਤਾਂ ਕੋਈ ਰੌਸ਼ਨੀ ਪ੍ਰਕਾਸ਼ ਚਾਨਣ ਕੋਈ ਹੋਇਆ ਹੀ ਨਾ, ਸਾਡੇ ਵਾਲੇ ਪਾਸੇ ਕਿਸੇ ਨੇ ਬਾਂਹ ਹੀ ਨਾ ਫੜੀ। ਹੁਣ ਮੇਰੇ ਖਿਆਲ 3 ਦਿਨ ਬਾਅਦ ਦੀ ਮੀਟਿੰਗ ਦਿੱਤੀ ਹੈ, ਪਰ ਇੱਕ ਅੱਧਾ ਨਾਲ ਅਫਸਰ ਰੱਖੋ, ਇੱਕ ਅੱਧਾ ਨਾਲ ਕੋਈ ਸਲਾਹਕਾਰ ਰੱਖੋ, ਕੋਈ ਰੱਖੋ ਜਿਹਨੇ ਸਿਰਫ ਇਹ ਦੇਖਣਾ ਹੈ ਕਿ ਭਾਈ ਜਿੱਥੋਂ ਆਏ ਆ ਕੋਈ ਲੀੜਾ ਲੱਤਾਂ ਨਾ ਰਹਿ ਜਾਵੇ। ਕਹਿ ਰਹੀ ਆਮ ਤੌਰ ਤੇ ਤੌਲੀਏ ਤਾਂ ਬਰਸ਼ ਗਵਾਚਦੇ ਹੀ ਹੁੰਦੇ ਆ ਕਿ ਭਾਈ ਉੱਥੇ ਰਹਿ ਗਿਆ, ਉਹਦਾ ਕੰਮ ਇਹਨੇ ਹੋਵੇ ਜਿਹੜਾ ਵੀ ਫੈਸਲਾ ਕੀਤਾ ਲਾਗੂ ਹੋ ਗਿਆ ਕਿ ਨਹੀਂ ਹੋ ਗਿਆ, ਸਮੇਂ ਨਾਲ ਹੋ ਗਿਆ ਕਿ ਨਹੀਂ ਹੋ ਗਿਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਦੋਂ ਪਾਰਟੀ ਬਣਾਈ ਸੀ ਪੀਪਲਸ ਪਾਰਟੀ ਆਫ ਪੰਜਾਬ, ਟਾਈਮ ਥੋੜਾ, ਉਹ ਸਾਰੇ ਹੀ ਪੰਜਾਬ 'ਚ ਇਹਦਾ ਘੁੰਮਦੇ ਸੀ, ਜਿਹੜੇ ਹਲਕੇ 'ਚ ਜਾਣਾ ਜਿੱਥੇ ਇਕੱਠ ਹੋ ਗਿਆ ਬੰਦਾ ਕੈਂਡੀਡੇਟ ਐਲਾਨ ਦੇਣਾ, ਬੰਦਾ ਪਾਰਟੀ ਦਾ ਅਹੁਦੇਦਾਰ ਐਲਾਨ ਦੇਣਾ। ਮੁੜ ਕੇ ਇਲੈਕਸ਼ਨਾਂ ਤੱਕ ਮੁੜ ਕੇ ਟੈਲੀਫੋਨ ਕਰਕੇ ਪੁੱਛਿਆ ਹੀ ਨਾ ਹੋਇਆ ਕਿ ਭਾਈ ਠੀਕ ਹੋ, ਮਗਰੋਂ ਕੰਮ ਧੰਦਾ ਠੀਕ ਚੱਲਦਾ, ਟੈਂਟ ਵਾਲੇ ਦੇ ਪੈਸੇ ਦੇ ਦਿੱਤੇ, ਮੁੜ ਕੇ ਟੈਂਟ ਲਾਉਣ ਜੋਗੇ ਪੈਸੇ ਹੈਗੇ ਆ, ਉਹਨਾਂ ਤੋਂ ਫੀਡਬੈਕ ਨਹੀਂ ਲੈ ਹੋਈ ਤੇ ਲੋਕਾਂ ਪਾਰਟੀ ਤੋਂ ਦਿੱਤੀ। ਯਾਨੀ ਮੈਂ ਕਹਿੰਦਾ ਕਿ ਉਦਾਂ ਨਾ ਹੋਵੇ, ਫੈਸਲੇ 2 ਘੱਟ ਤੁਰ ਲਓ, ਮੜਕ ਨਾਲ ਤੁਰੋ, ਮੁਲਾਂਕਣ ਕਰਦੇ ਤੁਰੋ ਤਾਂ ਚੰਗਾ ਹੈ। ਠੀਕ ਹੈ ਗੱਲ ਨਾ, ਪਰ ਰੌਲਾ ਇਹ ਆ WhatsApp ਵੀ ਉਹੀ ਨਾ ਯਾਰ, ਇਹ ਹੁਣ ਇਲੈਕਸ਼ਨਾਂ ਦੇ ਨੇੜੇ ਜੇ ਆ ਕੇ ਕੁਰਸੀ ਦਿੱਤੀ ਯਾਰ, ਜਾਂ ਦੇ ਆਹੀ ਕੰਮ ਕਰਾਉਣਾ ਹੈ ਵੀ ਕਿਤੇ ਚੰਨੀ ਸਾਹਿਬ ਨੂੰ ਬਣਾਉਂਦੇ ਸਾਲ ਕੁ ਪਹਿਲਾਂ ਮੁੱਖ ਮੰਤਰੀ। ਆਹਾ ਕਹਿੰਦਾ ਵੀ ਫੇਰ ਵੇਖੀ ਜਦੋਂ ਤੁਸੀਂ ਕਹਿੰਦੇ ਨੇ ਕਿਹੜੇ ਲੀਡਰ ਦੀ ਗੱਲ, ਕਹਿੰਦਾ ਫੇਰ ਦੇਖੀ ਮੈਂ ਚੀਜ਼ ਕੀ ਆ, ਮੈਂ ਚੀਜ਼ ਕੀ ਆ, ਫਿਰ ਦੇਖਦੇ ਮੈਂ ਚੀਜ਼ ਕੀ ਆ ਨਾ। ਇੱਕ ਫਾਰਮੂਲਾ ਹੈਗਾ ਕਿਹੜਾ? ਦਿੱਲੀ ਵਾਲਾ, ਉਸੇ ਫਾਰਮੂਲੇ ਦਾ ਤਾਂ ਪਿੱਛੇ ਪਏ ਅੱਗੇ। ਮੇਰੀ ਬੇਨਤੀ ਸੁਣਿਓ ਨਾ, ਫਿਰ ਲੋੜ ਹੀ ਨਹੀਂ ਸੀ ਬੰਦਾ ਰੱਖਣ ਦੀ। ਮਹਿਕਮਾ ਕੋਲ ਕੋਈ ਨਾ ਰੱਖੋ, ਮਹਿਕਮੇ ਦਿਓ ਮੰਤਰੀਆਂ ਨੂੰ, ਮੰਤਰੀਆਂ ਨਾਲ ਮੀਟਿੰਗ ਕਰੋ ਤੇ ਆਪ ਉੱਪਰ ਬੈਠ ਕੇ ਦੇਖੋ ਕਿ ਭਾਈ ਐਜੂਕੇਸ਼ਨ ਮਿਨਿਸਟਰ ਨੇ ਕੀ ਕੀਤਾ, ਹੈਲਥ ਮਿਨਿਸਟਰ ਨੇ ਕੀ ਕੀਤਾ, ਰੈਵਨਿਊ ਮਿਨਿਸਟਰ ਨੇ ਕੀ ਕੀਤਾ, ਲੋਕਲ ਬਾਡੀਜ਼ ਵਾਲੇ ਨੇ ਕੀ ਕੀਤਾ, ਉੱਪਰੋਂ ਬੈਠ ਕੇ ਦੇਖੀਓ। ਫਿਰ ਜਿਹੜਾ ਬੰਦਾ ਆਪਾਂ ਕਹਿੰਦੇ ਨਾ ਕਿ ਰੱਖ ਲਓ, ਉਹ ਬੰਦਾ ਫਿਰ ਮੁੱਖ ਮੰਤਰੀ ਆਪ ਹੁੰਦਾ। ਮੈਂ ਨਹੀਂ ਕਹਿੰਦਾ ਉਹ ਫਾਰਮੂਲਾ ਚੰਗਾ ਹੈ, ਪਰ ਐਦਾਂ ਕਿਸੇ ਤੋਂ ਗੱਲ ਸੁਣਨ ਦੇ ਨਾਲੋਂ ਤਾਂ ਚੰਗਾ ਨਾ ਕੁਝ ਹੋਰ ਕਰ ਲਓ। ਦੇਖੋ ਗੱਲ ਪਤਾ ਕੀ ਹੈ WhatsApp, ਉਹ ਫਾਰਮੂਲਾ ਇੱਥੇ ਚੱਲ ਨਹੀਂ ਸਕਦਾ। ਉਹ ਕਿਵੇਂ? ਕਿਉਂਕਿ ਉੱਥੇ ਅਗਲੇ ਨੇ ਹਾਈ ਕਮਾਨ ਆਪ। ਠੀਕ ਹੈ ਮਹਾਰਾਜ, ਵੀ ਜੇ ਮੰਨ ਲਓ ਮੁੱਖ ਮੰਤਰੀ ਨੇ ਕਹਿਤਾ ਤੇ ਮੁੱਖ ਮੰਤਰੀ ਦੇ ਨਾਲ ਨਾਲ ਉਹ ਪਾਰਟੀ ਦੇ ਮੁਖੀਆ ਵੀ ਹੈਗੇ ਆ। ਕੇਜਰੀਵਾਲ ਸਾਹਿਬ ਦੀ ਆਪਾਂ ਉਦਾਹਰਨ ਦੇਣੇ ਆ ਵੀ ਹੁਣ ਜੇ ਉਹਨਾਂ ਨੇ ਆਖਿਆ ਵੀ ਤੂੰ ਇਦਾਂ ਨਹੀਂ ਇਦਾਂ ਕਰਨਾ, ਅਗਲਾ ਕਰੂਗਾ। ਜੇ ਨਹੀਂ ਕਰੂਗਾ ਤਾਂ ਵੀ ਚੰਗਾ ਵੀ ਤੇਰੀ ਮੰਤਰੀ ਦਾ ਉਹਦੀ ਤੂੰ ਵੀ ਛੁੱਟੀ, MLA ਤੋਂ ਵੀ ਛੁੱਟੀ, ਪਾਰਟੀ ਤੋਂ ਵੀ ਛੁੱਟੀ, ਚੱਲ ਤੁਸੀਂ ਬੰਦਾ ਨਵਾਂ ਲੈ ਉਹਨੇ। ਇੱਥੇ ਮੰਨ ਲਓ ਚੰਨੀ ਸਾਹਿਬ ਨੇ ਇਦਾਂ ਰੱਖ ਲਿਆ ਕੰਮ ਤੇ ਉਹਦੇ ਨਾਲ ਆਖਣਾ ਵੀ ਹਾਂਜੀ ਵੀ ਤੁਸੀਂ ਵੀ ਆਪਣਾ ਉਹ ਵੀ ਫਲਾਣੇ ਡਿਪਾਰਟਮੈਂਟ ਦਾ ਕਹਿੰਦਾ, ਤੈਨੂੰ ਕਿਉਂ ਦੱਸੀਏ ਵੀ ਕਹਿੰਦੇ ਮੈਂ ਮੁੱਖ ਮੰਤਰੀ ਵੀ ਮੈਨੂੰ ਕਿਉਂ ਦੱਸਣਾ ਸੀ। ਠੀਕ ਹੈ ਫਿਰ ਤੁਸੀਂ ਮੁੱਖ ਮੰਤਰੀ, ਮੈਂ ਵੀ ਹਾਈ ਕਮਾਨ ਨੂੰ ਮਿਲੋ ਨਾ। ਰੌਲਾ ਤੇ ਹੈ ਨਾ ਇਸ ਵਕਤ ਜਿਸ ਹਿਸਾਬ ਨਾਲ ਪੁਰਜੇ ਕਾਂਗਰਸ ਪਾਰਟੀ ਨੇ ਜੋੜੇ ਆ ਨਾ, ਇਹ ਉਹ ਜਿੱਦਾਂ ਮਤਲਬ ਭੱਠੇ ਤੇ 2 ਮਿੰਟਾਂ ਦਾ ਚੱਕਾ ਨਹੀਂ ਲਾਇਆ ਹੁੰਦਾ, ਜਿਹੜਾ ਐ ਟੇਢਾ ਜਾਂਦਾ ਵੀ ਕੁਛ ਪਤਾ ਨਹੀਂ ਵੀ ਇੱਕ ਵੀ ਨਿਕਲ ਗਈ ਤੇ ਉਦੋਂ ਬਾਅਦ ਡਿੱਗਣਾ ਕਿਧਰ ਨੂੰ ਹੀ। ਯਾਨੀ ਬਾਹਰੋਂ ਲੱਗਦੀ ਹੁੰਦੀ ਕਿ ਸੰਧਾ ਵਾਲੀ ਵਰਗੀ, ਪਿੱਛੋਂ ਮੇਰੇ ਵਰਗੀ ਵਿੰਗੀਆਂ ਨਹੀਂ ਹੁੰਦੀਆਂ ਬਹੁਤੀਆਂ, ਇਦਾਂ ਹੁੰਦੀ ਆ ਆਪ ਹੀ ਉਹਦੇ ਚ ਪਤਾ ਨਹੀਂ ਵੀ ਇੱਕ ਕੱਢਣੀ ਤੇ ਪਿੱਲੀ ਕਿਹੜੀ ਨਿਕਲਣੀ, ਖਿੰਗਰੀ ਕਿਹੜੀ ਨਿਕਲਣੀ ਆ, ਤੇ ਮਾੜਾ ਜਾ ਕਿਤੇ ਹੋਰ ਕੁਝ ਹੋਵੇ ਨਾ, ਕਿਤੇ ਚੂਹੇ ਰੁੱਡ ਮਾਰਤੀ ਤੇ ਉਧਰੋਂ ਕਿਤੇ ਮੀਂਹ ਮੂੰਹ ਪੈ ਗਿਆ ਤੇ ਸਵੇਰ ਯਾਰ ਚੱਕਾ ਇਹ ਥੇਟਾਂ ਦਾ ਕਿੱਧਰ ਗਿਆ, ਕਹਿੰਦਾ ਜੀ ਉਹ ਡਿੱਗ ਪਿਆ ਹੁਣ ਤੇ ਪਾਣੀ ਚ ਹੈ ਨਾ। ਉਸ ਹਿਸਾਬ ਨਾਲ ਜਿਹੜਾ ਹਾਲਾਤ ਹੈ ਇਸ ਵਕਤ ਕਾਂਗਰਸ ਪਾਰਟੀ ਦਾ, ਉਹਦੇ ਵਿਚਾਰੇ ਟਾਈਮ ਟਪਾਉਣ ਡਿਆ ਵੀ ਵੀਰ ਹੋ ਜਾਣੇ
ਰੱਬ ਕਰਦੇ ਆ ਕਿਤੇ ਫਰਵਰੀ ਲੰਘ ਜੇ ਨਾ। ਨਹੀਂ ਉਹ ਗੱਲ ਤਾਂ ਤੁਹਾਡੀ ਠੀਕ ਆ, ਪਰ ਸਿੱਧੂ ਸਾਹਿਬ ਫੇਰ ਤੱਤੇ ਹੋਏ ਫਿਰਦੇ ਆ। ਉਹ ਠੰਡੇ ਕਿਦਨ ਹੋਏ। ਉਹ ਅਗਲੇ ਕਹਿੰਦੇ ਕਿ ਭਾਈ ਕੇਜਰੀਵਾਲ ਸਾਹਿਬ ਤੁਸੀਂ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਸਵਾਲ ਕਰਦੇ ਹੋ, ਤੁਹਾਡੀਆਂ ਹੈਗੀਆਂ ਮਿਊਨਿਸਪੈਲਿਟੀਆਂ ਜੀਆਂ, ਸਾਡਾ ਹੈਗਾ ਪੂਰਾ ਸੂਬਾ। ਪ੍ਰਗਟ ਸਿੰਘ ਉਹਨਾਂ ਨੇ ਕਿਹਾ ਸਾਡੀ ਹੈਗੀ ਬਾਰਡਰ ਸਟੇਟ, ਬਹੁਤ ਵੱਡਾ ਸੂਬਾ, ਸਕੂਲ ਦੂਰ ਨੇ, ਖੇਤਰਫਲ, ਤੁਸੀਂ ਇਦਾਂ ਨਾ ਕਰੋ, ਤੁਸੀਂ ਹੋਰ ਤਰੀਕੇ ਗੱਲ ਕਰੋ, ਮੇਰਾ ਪਹਿਲਾਂ ਟਵੀਟ ਚੰਗੇ ਤਰੀਕੇ ਪੜ੍ਹ ਲੈਂਦੇ ਤਾਂ ਚੰਗਾ ਸੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੇਜਰੀਵਾਲ ਸਾਹਿਬ ਮੋਹਰਿਓਂ ਘੇਰ ਲਿਆ। 6 ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਕੇਜਰੀਵਾਲ साहब ने अमृतसर आके क्या सी, अच्छे हैं, लोगों का काम कर रहे हैं, लोगों की बात कर रहे हैं, उनकी पार्टी पहले कैप्टन साहब ने उठने नहीं दिया, चन्नी साहब ने उठने दिया, सिद्धू बंदे तो ठीक हैं। हुण ओही नवजोत सिंह सिद्धू होरी कहंदे केजरीवाल साहब 1000 रुपया पंजाब दीआं बीबीआं नूं देण नूं फिरदे हो, जदों बीबी शीला दीक्षित दी सरकार तुसीं खत्म करके आपदी सरकार बनाई है, सरप्लस छड्ड के गए सी, मैनूं माड़ी जी लिस्ट भेजियो किन्नियां क बीबीआं नूं 1000 रुपया तुसीं दिल्ली दित्ता है। दूसरा एक कहते माड़ा जिहा दस्सिओ कि 2015 तुसीं किहा सी 8 लाख नौकरियां देणियां ते 20-25 कालेज बनाने आ, माड़ी जी लिस्ट भेजियो कि दिल्ली दे विच किन्ने तुसीं कालेज बनाए आ, तां बेरोज़गारी किन्नी वध गई ते किन्नियां नूं नौकरियां दित्तियां। जाणी कि जे हर वारी प्रगट सिंह सिद्धू साहब दे बचाव ते आउंदे हुंदे आ फिर फर्ज ਤਾਂ ਬਣਦਾ ਹੀ ਸੀ। ਨਹੀਂ ਬਣਦਾ ਸੀ, ਉਹਨਾਂ ਤੇ ਹੋਰ ਪੇਚਾ ਪਾਇਆ। ਉਹ ਕਹਿੰਦੇ ਵੀ ਇੱਥੇ ਆ ਕੇ ਤੁਸੀਂ ਜਦੋਂ ਕਿਦੋਂ ਗੱਲ ਕਰਦੇ ਬੀਬੀਆਂ, ਇਹ ਮੇਰੀਆਂ ਭੈਣਾਂ, ਅਰਦਾਸ ਕਰਨਾ ਮੇਰੇ ਲਈ, ਕਹਿੰਦੇ ਵੀ ਦਿੱਲੀ 'ਚ ਕੋਈ ਮੰਤਰੀ ਬੀਬੀ ਨਹੀਂ ਬਣਾਈ ਤੁਸੀਂ, ਇੱਦਾਂ ਕਿੱਦਾਂ, ਮਤਲਬ ਕੋਈ ਔਰਤਾਂ ਨੂੰ ਸਤਿਕਾਰ ਨਹੀਂ। ਇੱਥੇ ਪੰਜਾਬ 'ਚ ਤੁਹਾਨੂੰ ਸਤਿਕਾਰ ਸੁੱਝਣ ਡਿਆ, ਉੱਥੇ ਕਿਉਂ ਨਹੀਂ? ਮੈਂ ਨਾ ਵੀ ਇਸ ਬਿਆਨ ਨਾਲ ਕਿਸੇ ਨੂੰ ਕੋਈ ਫਰਕ ਪਵੇ ਨਾ ਪਵੇ, ਘੱਟੋ ਘੱਟ ਦਿੱਲੀ 'ਚ ਜਿਹੜੀਆਂ ਬੀਬੀਆਂ ਨੇ MLA, ਉਹਨਾਂ ਨੇ ਚਲੋ ਕਿਸੇ ਨੂੰ ਤੇ ਸੁੱਖ ਨਾ ਫਿਕਰ ਹੋਇਆ ਨਾ ਸਾਡਾ, ਫਿਕਰ ਤਾਂ ਕਰਦੇ ਸ਼ਾਇਦ ਕਿਤੇ ਉਹ ਜਾਣੇ ਉਹਨਾਂ ਦੇ ਨਿਹੋਰੇ ਜਿਹੇ ਦਾ ਕਰਕੇ ਆਖਣ ਵੀ ਚਲੋ ਇੱਕ ਅੱਧਾ ਮੰਤਰੀ ਬਣਾ ਦਿੰਦੇ ਆ। ਪਰ ਮੈਨੂੰ ਆਸ ਘੱਟ ਆ, ਕਿਉਂਕਿ ਜਿਹੜਾ ਸਟੇਸ਼ਨ ਇੱਕ ਹੁੰਦਾ FM ਜਿੱਤੇ ਡਿਕਚਿਕ ਡਿਕਚਿਕ ਗਾਣੇ ਚੱਲਦੇ, ਇੱਕ ਹੁੰਦਾ ਵਿਵਿਧ ਭਾਰਤੀ ਟਾਈਪ ਜਿੱਤੇ ਬਹੁਤ ਠੰਡੇ ਠੰਡੇ ਜਿਹੇ ਗਾਣੇ ਚੱਲਦੇ ਨਾ, ਕੇਜਰੀਵਾਲ ਸਾਹਿਬ ਉੱਦਾਂ ਜਿਹੇ ਟੋਨ 'ਚ ਚੱਲਦੇ ਅੱਜ ਕੱਲ੍ਹ। ਉਹਨਾਂ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਵਿੱਚ ਕਹਿ ਦੇਣ ਅਗਰ मैंने कुछ किया नहीं तो फिर तीसरी बार मुझे मुख्यमंत्री क्यों बनाया उन्होंने, तो इन्हें देखें जिनको अपनी चलती हुई सरकार में मुख्यमंत्री बदलना पड़ रहा है, जवाब तो ये दें, मुझे क्यों पूछ रहे हैं भाई, हमारी पार्टी की बातें हैं है ना, वो तो हमारी अंदर की बातें हैं, दिल्ली वालों से पूछें, अगर मैंने कुछ नहीं किया तो मुझे उतार देते, मेरे को हमको वोट ना देना अगर काम नहीं हुआ तो। हाँ तो आप भी बोलो ना कि अगर काम किए हैं तो खुद वोट ले लो, अगर नहीं किए तो केजरीवाल को एक मौका ਤਾਂ ਦਿਓ ਨਾ। ਐਤਕੀ ਪੋਸਟਰ ਇਹੋ ਲਾਏ ਉਹਨਾਂ ਨੇ, ਇਹੀ ਲਾਇਆ ਹੈ ਨਾ, ਇੱਕ ਮੌਕਾ ਕੇਜਰੀਵਾਲ ਨੂੰ। ਹੁਣ ਸੰਧਾਲੀਆ ਸਾਹਿਬ ਨਾਲ ਦੀ ਨਾਲ ਇੱਕ ਪੰਗਾ ਥੋੜਾ ਜਿਹਾ ਸੁਖ ਇੱਕ ਛੋਟੀ ਜਿਹੀ ਗੱਲ ਯਾਰ, ਮੈਨੂੰ ਨਾਰੇ ਤੋਂ ਯਾਦ ਆਇਆ, ਆਜੋ ਪਿਛਲੀ ਰਾਂ ਕਿੰਨੇ ਬਣਾ ਕੇ ਦਿੱਤਾ ਹੋਵੇ ਜਦੋਂ ਕੱਲੀ ਕੱਲੀ ਮੋਟਰ ਤੇ ਲਿਖਿਆ ਹੈ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਉਦੋਂ ਕਹਿਣਾ ਉਹ ਪੁੱਛਿਆ ਤਾਂ ਨਹੀਂ ਪੰਜਾਬੀਆਂ ਨੂੰ, ਆਪਾਂ ਆਪਣੇ ਤੌਰ ਤੇ ਕਹਿਦਾ ਸੀ ਸਾਰਾ ਪੰਜਾਬ ਤੇਰੇ ਨਾਲ। ਹੁਣ ਆਏ ਨੇ ਅਸਲ 'ਚ ਮੇਰੇ ਖਿਆਲ ਬੇਨਤੀ ਤੇ ਆਏ, ਹੁਣ ਕਿਸੇ ਨੇ ਕਿਹਾ ਨਾ ਵੀ ਨਹੀਂ ਵੀਰ ਇੱਕ ਮੌਕਾ ਦਿਓ ਯਾਰ, ਇਦਾਂ ਨਾ ਕਰੋ ਵੀ ਵੀਰ ਬਣ ਕੇ ਨਾ, ਵੀ ਜੇ ਤੁਸੀਂ ਥੋੜਾ ਜਿਹਾ ਨਿਮਕੇ ਜਾਓਗੇ ਤਾਂ ਉਹ ਹੱਥੀਂ ਚੱਕ ਲੈਂਦੇ ਆ, ਹਾਂ ਜੇ ਧੱਕੇ ਨਾ ਜਾਓਗੇ ਤਾਂ ਧੱਕੇ ਮਾਰਦੇ ਆ। ਨਹੀਂ ਫੇਰ ਤੇ ਅਗਲਾ ਕਹਿੰਦਾ ਵੀ ਠੀਕ ਆ ਵੀ ਆਪ ਕੋਈ ਗੱਲ ਨਹੀਂ, ਹੋਊਗਾ ਤੂੰ ਵੱਡਾ ਆਪਣੇ ਘਰ ਇਦਾਂ ਕਹਿੰਦੇ ਹੁੰਦੇ ਨਾ, ਸਾਡੀ ਵੀ ਕੋਈ ਇੱਜ਼ਤ ਆ। ਨਹੀਂ ਆਪਣੇ ਦੇ ਇੱਥੇ ਇਹ ਹਾਲ ਹੈ ਨਾ ਵੀ ਜੇ ਅਗਲਾ ਮਿਲਣ ਜਾਵੇ ਤੇ ਫਿਰ ਆਖਣਾ ਵੀ ਮਿਲ ਲੈਂਦੇ ਆ, ਤੇ ਜੇ ਅਗਲਾ ਉੱਥੇ ਆ ਕੇ ਵੀ ਹਾਂ ਭਾਈ ਸਾਹਿਬ ਫਲਾਨਾ ਆਹਦੇ ਮੈਂ ਵੇਖਿਆ ਉੱਥੇ ਖਲੋਤਾ, ਫਿਰ ਮਿਲਿਆ ਮੈਂ ਵੀ ਨਹੀਂ ਉਹਨੂੰ ਅੱਗੇ, ਮੈਂ ਵੀ ਨਹੀਂ, ਆਹੋ ਮਿਲਦਾ ਰਿਹਾ ਉੱਥੇ, ਮੈਂ ਫਿਰ ਇੱਟਾਂ ਚੱਕਦਾ ਹੀ ਚੱਕਦਾ ਰਿਹਾ। ਹੁਣ ਸੰਧਾਲੀਆ ਸਾਹਿਬ ਨਸ਼ਿਆਂ ਵਾਲਾ STF ਵਾਲਾ ਮੁੱਦਾ, ਜਿਸ ਮੁੱਦੇ ਦੇ ਉੱਤੇ ਸਾਰੇ ਪਾਸਿਓਂ ਰੌਲਾ ਪੈ ਗਿਆ, ਭਗਵੰਤ ਮਾਨ ਹੋਰਾਂ ਕਿਹਾ ਸੀ ਮਜੀਠੀਆ ਸਾਹਿਬ ਨੇ ਪਟੀਸ਼ਨ ਜੀ ਅਰਜ਼ੀ ਤਾਂ ਪਾਈ ਆ ਲਮਕਾਉਣਾ ਚਾਹੁੰਦੇ ਆ, ਮਜੀਠੀਆ ਸਾਹਿਬ ਕਹਿੰਦੇ ਸੀ ਆਹ ਪੱਟਾਂ ਦੇ ਥਾਪੀ ਮਾਰ ਕੇ ਕਿ ਭਾਈ ਆਓ ਦੱਸੋ ਮੈਨੂੰ, ਪਬਲਿਕ ਡੋਮੇਨ 'ਚ ਰੱਖ ਦਿਓ, 6 ਤਰੀਕ ਨੂੰ ਆ ਜਾਓ ਦਸੰਬਰ ਨੂੰ, ਐਵੇਂ ਨਾਂ ਲਾਉਂਦੇ ਆ। ਉਧਰੋਂ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਹੋਮ ਮਿਨਿਸਟਰ ਨੇ, ਉਹਨਾਂ ਨੇ ਕਹਿਤਾ ਕਿ ਆ 3 ਮੈਂਬਰੀ ਇੱਕ ਪੈਨਲ ਬਣਾਤਾ ਹੀ, ਉਹ ਹੁਣ ਜਾਂਚ ਕਰਕੇ 7 ਦਿਨਾਂ ਦੇ ਵਿੱਚ ਦੱਸੂਗਾ ਕਿ STF ਦੀ ਰਿਪੋਰਟ ਦੇ ਮੁੱਦੇ ਦੇ ਉੱਤੇ ਕਾਰਵਾਈ ਸਲੋ ਕਿਉਂ ਆ, ਹੌਲੀ ਕਿਉਂ ਆ। ਤੇ ਅਸੀਂ ਬੇਨਤੀ ਵੀ ਕਹਿੰਦੇ ਹਾਈ ਕੋਰਟ ਨੂੰ ਕਰਨੀ ਆ ਕਿ ਰਿਪੋਰਟ ਖੋਲ ਦਿਓ 6 ਨੂੰ, ਠੀਕ ਹੈ। ਨਵਜੋਤ ਸਿੰਘ ਸਿੱਧੂ ਨੇ ਲਿਖਤੀ, ਜਿੱਦਾਂ ਅੱਜ ਕੱਲ੍ਹ ਉਹ ਲਿਖਤੀ ਕੰਮ ਕਰਦੇ ਨਾ ਸਾਰਾ ਕੁਝ, ਕਹਿੰਦੇ ਯਾਰ ਮੈਨੂੰ ਲਿਖ ਲੈਣ ਦੇ, ਟਵੀਟ ਕੀਤਾ, ਸਾਰਾ ਕੁਝ ਕੀਤਾ। ਉਹ ਕਹਿੰਦੇ ਕਿ ਆਹ ਹਾਈ ਕੋਰਟ ਦੀ ਕਾਪੀ ਹੈ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਹਾਈ ਕੋਰਟ ਨੇ, ਤੇ ਇਹਦੇ ਵਿੱਚ ਹਾਈ ਕੋਰਟ ਨੇ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਆ। ਕਿਉਂਕਿ ਆਪਾਂ ਪਿਛਲੇ ਦਿਨ ਵੀ ਕਿਹਾ ਸੀ ਕਿ ਜੇ ਸਿੱਧੂ ਸਾਹਿਬ ਦੇ ਕੋਲੇ ਕੋਈ ਲਿਖਤੀ ਹੈਗਾ ਕਿ ਭਾਈ ਰਿਪੋਰਟ ਜਨਤਕ ਕੀਤੀ ਜਾ ਸਕਦੀ ਹੈ ਜਾਂ ਰਿਪੋਰਟ ਦੇ ਉੱਤੇ ਕਾਰਵਾਈ ਹੋ ਸਕਦੀ ਹੈ, ਜੇ ਮਾਨਯੋਗ ਹਾਈ ਕੋਰਟ ਨੇ ਕਿਹਾ ਤਾਂ ਪੇਸ਼ ਕਰ ਦਿਓ। ਤਾਂ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੇ ਕੋਲੇ ਹੈਗਾ ਕਿ ਭਾਈ ਉਹਨਾਂ ਨੇ ਤਾਂ ਸਾਨੂੰ ਰੋਕਿਆ ਹੈ ਕਾਰਵਾਈ ਤੋਂ ਜਾਂ ਰਿਪੋਰਟ ਜਨਤਕ ਕਰਨ ਤੋਂ, ਉਹ ਜਨਤਕ ਕਰ ਦੇਣ, ਰੌਲਾ ਮੁੱਕੇ, ਕਿਸੇ ਕੰਮਕਾਰਾਂ ਲਈ ਵੀ ਵਧਣ ਤੇ ਲੋਕ ਵੀ ਵਧਣ। ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੇ ਲਿਖ ਦਿੱਤਾ ਹੀ ਕਿ ਭਾਈ ਆਹ ਨਾਲ ਕਾਗਜ਼ ਲਾਤਾ ਹੀ
ਤੇ ਕਹਿੰਦੇ ਪੈਨਲ ਦੀ ਲੋੜ ਨਹੀਂ, ਹਾਈ ਕੋਰਟ ਨੂੰ ਬੇਨਤੀ ਦੀ ਲੋੜ ਨਹੀਂ, ਕਿਉਂਕਿ ਆਲਰੇਡੀ ਕਹਿ ਚੁੱਕਾ ਆਪਾਂ ਕੰਮ ਨੂੰ ਡਿਲੇ ਨਾ ਕਰੀਏ। ਤੇ ਮੁੜ ਕੇ ਅਜੇ ਤੱਕ ਸ਼ਾਇਦ 7 ਦਿਨ ਉਡੀਕਦੇ ਹੋਣੇ ਆ। ਅਸੀਂ ਚਾਹੁੰਦੇ ਆ ਕਿ ਭਾਈ ਉਹ 7 ਦਿਨ ਆ ਜਾਣ, ਨਹੀਂ ਤਾਂ ਇੱਕੋ 72 ਘੰਟੇ ਵਾਲਾ ਮਸਲਾ ਹੋਇਆ ਸੀ, ਉਹ ਅਜੇ ਤੱਕ 72 ਘੰਟੇ ਹੋਏ ਨਹੀਂ। ਉਹਨੇ ਗੱਲ ਪਤਾ ਕੀ ਹੈ, ਸਿੱਧੂ ਸਾਹਿਬ ਚੱਲਦੇ ਜ਼ਿਆਦੇ ਤੱਤੇ ਤੇ ਦੂਸਰੇ ਪਾਸੇ ਬਾਕੀ ਦੀ ਲੀਡਰਸ਼ਿਪ ਜਿਹੜੀ ਹੈ ਨਾ, ਉਹਨਾਂ ਨੇ ਸਲੈਂਸਰ ਤੇ ਲਗਾਇਆ ਹਾਈ ਤੱਤਾ ਇਸ ਕਰਕੇ ਬਚ ਕੇ ਹੱਥ ਨਾ ਲਾਈ। ਉਹ ਇਸ ਕਰਕੇ ਮੈਨੂੰ ਲੱਗਦਾ ਉਹ ਇਹ ਵੀ ਡੀਕਦੇ ਆ ਵੀ ਯਾਰ ਜ਼ਰੂਰ ਆਪਾਂ ਪੰਗਾ ਪਾਉਣਾ, ਵੀ ਆਪਾਂ ਆਪਣੇ ਵੱਲੋਂ ਕੁਝ ਕਰ ਦਈਏ, ਕੱਲ੍ਹ ਨੂੰ ਉਸੇ ਚੀਜ਼ ਨੂੰ ਕੋਈ ਮੁੱਦਾ ਬਣਾ ਲਵੇ, ਆਧਾਰ ਬਣਾ ਲਵੇ, ਤੇ ਫਿਰ ਉਹ ਆਖਣ ਵੀ ਆਹ ਦੇਖਿਆ ਫਲਾਨੀ ਗਲਤੀ ਦਾ ਕਰਕੇ ਇਦਾਂ ਕੇਸ ਹੋ ਗਿਆ। ਕਿਉਂਕਿ ਉਹ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲਾ ਜਿਹੜਾ ਕੇਸ ਜਦੋਂ ਦਾ ਪਲਟਿਆ ਸੀ, ਉਹਦੇ ਤੋਂ ਬਾਅਦ ਮੇਰੇ ਖਿਆਲ ਨਾਲ ਜੋ ਕੁਝ ਪੰਜਾਬ ਦੀ ਸਿਆਸਤ 'ਚ ਹੋਇਆ ਉਹਨਾਂ ਨੂੰ ਅੱਗੇ ਵੀ ਪਤਾ ਹੋ ਸਕਦਾ। ਅਗਲੇ ਡੀਕਦੇ ਹੁਣ ਵੀ ਯਾਰ ਹੁਣ ਤੇ ਮੁੱਕ ਹੀ ਗਿਆ, ਮਹੀਨਾ ਹੋਰ 5-7 ਦਿਨਾਂ ਦੀ ਗੱਲ ਆ, ਹਾਈ ਕੋਰਟ ਮਾਨਯੋਗ ਵੱਲੋਂ ਆਪਣੇ ਆਪ ਹੀ ਨਿਬੜ ਜੇ ਕੰਮ ਤੇ ਵਧੀਆ, ਆਪਾਂ ਕੱਲ੍ਹ ਹੀ ਪੰਗਾ ਲੈਣਾ ਨਹੀਂ ਹੈ। ਇਦਾਂ ਹੀ ਆ ਬਾਕੀ ਆਪਾਂ ਇਹ ਵਿਰੋਧੀ ਚੁੱਕਣ ਲੱਗ ਪਏ ਇੱਥੇ ਗੱਲ। ਕਿਵੇਂ ਮਾਨ ਸਾਹਿਬ ਕਹਿੰਦੇ ਵੀ ਗੱਲ ਤਾਂ ਫਿਰ ਘੁੰਮ ਫਰਾ ਕੇ ਉਹੀ ਕੈਪਟਨ ਸਾਹਿਬ ਵਾਲੀ ਰਹੀ ਨਾ, ਕਹਿੰਦੇ ਉਹ ਵੀ ਕਹਿੰਦੇ ਵੀ ਬਸ ਮੈਂ ਪਰਦਾ ਪਾਉਣਾ ਹੀ, ਤੇ ਕਹਿੰਦੇ ਤੁਸੀਂ ਪਰਦਾ ਪਾਈ ਜਾਂਦੇ। ਆਹ ਕਹਿੰਦੇ ਮੈਂ ਸੋਹਣਾ ਕੰਮ ਵੇਖਿਆ ਹੀ ਵੀ ਤੁਹਾਡਾ ਹੀ ਡਿਪਾਰਟਮੈਂਟ, ਤੁਹਾਡੇ ਕੋਲ ਹੀ ਫਾਈਲਾਂ, ਉਹਦੇ ਚੋਂ ਬੰਦੇ ਕੱਢ ਕੇ ਕਮੇਟੀ ਬਣਾਤੀ। ਕਹਿੰਦੇ ਕਾਹਦੇ ਲਈ ਯਾਰ, ਪਤਾ ਕਰੋ ਵੀ ਕੰਮ ਕਿਉਂ ਲੇਟ ਹੋਇਆ ਹੈ, ਵੀ ਕੰਮ ਮਿੱਟੀ ਹੋਣ ਲੱਗ ਪਿਆ ਨਾ, ਤੇ ਉਹ ਨਾ ਹੋਵੇ ਤਾਂ ਚੰਗਾ। ਬਾਕੀ ਸ਼੍ਰੋਮਣੀ ਅਕਾਲੀ ਦਲ ਨੇ 2 ਕੈਂਡੀਡੇਟ ਹੋਰ ਐਲਾਨੇ ਆ, ਦੋਨੋਂ ਹੀ ਕਲੀਅਰ ਸੀ। ਮਜੀਠਾ ਵਿਧਾਨ ਸਭਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਹਰੀ ਝੰਡੀ ਦਿੱਤੀ ਕਿ ਚਲੋ ਜੀ ਮੈਦਾਨ 'ਚ। ਉੱਥੇ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਦਾ ਕੋਈ ਲੀਡਰ ਨਹੀਂ ਜਿਹੜਾ ਟਿਕਟ ਮੰਗਦਾ ਹੋਵੇ। ਇਸੇ ਤਰੀਕੇ ਭਲੱਥ ਵਿਧਾਨ ਸਭਾ ਹਲਕੇ ਤੋਂ, ਕਿਉਂਕਿ ਪੈਂਡਿੰਗ ਰੱਖਿਆ ਸੀ ਕੰਮ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਨਾਲ ਕੰਮ ਜੁੜਦਾ ਸੀ ਕਿ ਭਲੱਥ ਤੋਂ ਭਾਈ ਚੋਣ ਕੌਣ ਲੜੂਗਾ, ਕਿਉਂਕਿ ਪਹਿਲਾਂ ਵੀ ਬੀਬੀ ਜਗੀਰ ਕੌਰ ਹੋਰਾਂ ਦੇ ਪਰਿਵਾਰ ਦੇ ਇੱਕ ਮੈਂਬਰ ਜਿਹੜੇ ਆ ਉਹ ਚੋਣ ਲੜ ਚੁੱਕੇ, ਉੱਥੋਂ ਤਾਂ ਹਾਰ ਗਏ ਸੀ। ਹੁਣ ਬੀਬੀ ਜਗੀਰ ਕੌਰ ਹੋਰਾਂ ਨੂੰ ਉਸੇ ਦਿਨ ਟਿਕਟ ਦੇ ਦਿੱਤੀ। ਇੱਕ ਹੱਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲੈ ਲਈ, ਦੂਜੇ ਹੱਥ ਭਲੱਥ ਵਿਧਾਨ ਸਭਾ ਹਲਕੇ ਦੀ ਟਿਕਟ ਜਿਹੜੀ ਉਹ ਦੇ ਦਿੱਤੀ। ਪਰ ਸਭ ਤੋਂ ਕਮਾਲ ਦੀ ਗੱਲ ਕੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ ਹੋਈ ਹੈ, ਕਿਉਂਕਿ ਅਧਿਕਾਰ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੇ ਦਿੱਤੇ ਸੀ, ਉਹਦੇ ਵਿੱਚੋਂ 2 ਨਾਮ ਜਿਹੜੇ ਬੜੇ ਇੰਪੋਰਟੈਂਟ ਹੈ। ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਬਣੇ, ਚਲੋ ਵਧੀਆ ਕੰਮ ਕਰਨ, ਜੇ ਅਸੀਂ ਸ਼ੋਭੇ ਸ਼ਾਮਾਂ ਦਿੰਨੇ ਆ। ਜੂਨੀਅਰ ਮੀਤ ਪ੍ਰਧਾਨ ਬਣਿਆ ਪ੍ਰਿੰਸੀਪਲ ਸੁਰਿੰਦਰ ਸਿੰਘ ਹੋਰੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੋਇਆ ਸੀ ਤਾਂ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਸਤੀਫੇ ਦਿੱਤੇ ਸੀ। ਉਹਨਾਂ ਨੇ ਕਿਹਾ ਸੀ ਕਿ ਭਾਈ ਇਨਸਾਫ ਮਿਲਣਾ ਚਾਹੀਦਾ। ਪ੍ਰਿੰਸੀਪਲ ਸੁਰਿੰਦਰ ਸਿੰਘ ਹੋਰਾਂ ਨੇ ਵੀ ਉਦੋਂ ਆਵਾਜ਼ਾਂ ਚੁੱਕੀਆਂ ਸੀ। ਹੁਣ ਉਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ। ਕੋਈ ਗੱਲ ਨਹੀਂ। ਕਰਨੈਲ ਸਿੰਘ ਪੰਜੌਲੀ, 2 ਬੰਦੇ ਆਪਾਂ ਦੇਖਿਆ ਕਿ ਪਿਛਲੇ ਸਮੇਂ 'ਚ ਬੋਲਦੇ ਹੁੰਦੇ। ਸੁਖਦੇਵ ਸਿੰਘ ਭੌਰ ਤਾਂ ਪੰਜੌਲੀ ਸਾਹਿਬ ਐਨ ਠੋਕ ਕੇ ਬੋਲ ਦਿੰਦੇ ਸੀ। ਪੰਜੌਲੀ ਸਾਹਿਬ ਜਨਰਲ ਸਕੱਤਰ ਬਣੇ ਨੇ। ਅਸੀਂ ਉਹ ਬਹੁਤ ਬੋਲਦੇ ਰਹੇ, ਬਾਦਲ ਪਰਿਵਾਰ ਦੇ ਖਿਲਾਫ ਵੀ ਗੱਲ ਕਰਦੇ ਰਹੇ, ਅਕਾਲੀ ਦਲ ਦੇ ਵਿੱਚ ਕੀ ਚੱਲਦਾ। ਹੁਣ ਜਦੋਂ ਸਾਰਿਆਂ ਨੂੰ ਐਨ ਚੰਗੇ ਤਰੀਕੇ ਦੇ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਸੀਂ ਚਾਹੁੰਦੇ ਹਾਂ ਕਿ ਭਾਈ ਵਧੀਆ ਚੰਗਾ ਕੰਮ ਕਰਨ, ਜਿੱਥੇ ਵੀ ਕਿਤੇ ਗਲਤ ਹੁੰਦਾ ਉਹਨੂੰ ਰੋਕਣ, ਪਰ ਫਿਰ ਵੀ ਲੱਗਦਾ ਕਿ ਅਕਾਲੀ ਦਲ ਨੇ ਐਡਜਸਟਮੈਂਟਾਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਐਤਕੀ ਦੇਖੋ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਜਦੋਂ ਕਹਿ ਲਓ ਕਿ ਅਹੁਦਾ ਮਿਲਿਆ ਜਾਂ ਉਹਨਾਂ ਦੇ ਮੁਤਾਬਕ ਸੇਵਾ ਮਿਲੀ ਆ ਜੀ, ਤਾਂ ਜਿਹੜੀ ਗੱਲ ਉਹਨਾਂ ਨੇ ਕਹੀ, ਉਹ ਕਹਿੰਦੇ ਵੀ ਹੁਣ ਤੱਕ ਇਹੋ ਹੀ ਕਹਿੰਦੇ ਹੁੰਦੇ ਸੀ ਵੀ ਪਰਚੀ ਨਿਕਲਦੀ ਹੈ ਜੀ। ਕਹਿੰਦੇ ਐਤਕੀ ਉਹ ਵੀ ਪਰੰਪਰਾ ਟੁੱਟ ਗਈ ਵੀ ਕੋਈ ਪਰਚੀ ਨਹੀਂ ਨਿਕਲੀ। ਤੁਹਾਡੇ ਸਾਹਮਣੇ ਇੱਥੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਵੋਟਾਂ ਪਾਈਆਂ ਜੀ। ਵੋਟਾਂ ਪੈਣ ਤੋਂ ਬਾਅਦ ਭਾਰੀ ਬਹੁਮਤ ਦੇ ਨਾਲ ਇਸ ਜਿਹੜੀ ਸੰਸਥਾ ਦੀ ਮੁੱਖ ਸੇਵਾਦਾਰੀ ਮੈਨੂੰ ਮਿਲੀ ਹੈ। ਉਹਨਾਂ ਵੱਲੋਂ ਇਹ ਇੱਕ ਇਤਿਹਾਸਕ ਦਿਨ ਆ ਤੇ ਮੇਰੇ ਖਿਆਲ ਨਾਲ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਕਿਉਂਕਿ ਕਿਸੇ ਨੂੰ ਵੀ ਇਸ ਚੀਜ਼ ਤੇ ਇਤਰਾਜ਼ ਤੇ ਕਿਸੇ ਨੂੰ ਨਹੀਂ ਹੈਗਾ। ਇਹ ਪਰੰਪਰਾ ਜੇ ਕਿਤੇ ਪਹਿਲਾਂ ਵੀ ਚੱਲਦੀ ਰਹਿੰਦੀ ਤੇ ਆਹ ਗੱਲ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ। ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਕਿ ਧਾਮੀ ਸਾਹਿਬ ਪਹਿਲਾਂ ਵੀ ਵੱਡੇ ਅਹੁਦਿਆਂ ਤੇ ਰਹੇ ਆ, ਉਸ ਖੇਤਰ ਦੇ ਵਿੱਚੋਂ ਆਉਂਦੇ ਆ ਜਿਸ ਖੇਤਰ ਦੇ ਵਿੱਚ ਪ੍ਰਧਾਨਗੀ ਆਉਂਦੀ ਨਹੀਂ ਸੀ। ਐਤਕੀ ਕੰਮ ਸਿਰੇ ਲਾਉਣ, ਬਹੁਤ ਸਾਰੀਆਂ ਕਮੇਟੀਆਂ ਦੀਆਂ ਫਾਈਲਾਂ ਪਈਆਂ, ਆ ਪਿਆ ਉਹ ਪਿਆ, ਜਾਣੀ ਇੱਕ ਵਾਰੀ ਐਸਾ ਕੰਮ ਸਿੱਟ ਦੇਣ ਪਰਲੇ ਪਾਸੇ ਨੂੰ ਕਰਕੇ ਕਿ ਭਾਈ ਇਦਾਂ ਵੀ ਪ੍ਰਧਾਨਗੀ ਹੁੰਦੀ ਹੈ ਜਾਂ ਮੁੱਖ ਸੇਵਾਦਾਰੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਦੇ ਤੌਖਲੇ ਨੇ, ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਆ। 1 ਸਾਲ ਆ, ਅਗਲੇ ਸਾਲ ਪਤਾ ਨਹੀਂ ਕੀ ਹੋਣਾ। ਇਸ 1 ਸਾਲ ਦੇ ਵਿੱਚ ਐਨ ਚੰਗੇ ਤਰੀਕੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜੇ ਪ੍ਰਧਾਨਗੀ ਕਰਨਗੇ ਤਾਂ ਵਧੀਆ ਲੋਕ ਇਤਿਹਾਸ 'ਚ ਰੱਖਿਆ ਕਰਨਗੇ। ਨਹੀਂ, ਪਰ ਮੈਨੂੰ ਆਸ ਹੈਗੀ ਵੀ ਕਰਨਗੇ। ਪਤਾ ਕਿਉਂ? ਉਹ ਇਸ ਕਰਕੇ ਕਿਉਂਕਿ ਧਾਮੀ ਸਾਹਿਬ ਨੀਚੇ ਵਾਲੇ ਅਹੁਦਿਆਂ ਤੋਂ ਹੌਲੀ ਹੌਲੀ ਉੱਪਰ ਨੂੰ ਗਏ ਆ। ਕਿਸੇ ਵੇਲੇ ਹੁੰਦਾ ਨਹੀਂ ਉੱਪਰੋਂ ਬੰਦਾ ਸਿੱਧਾ ਆ ਗਿਆ ਹੈਲੀਕਾਪਟਰਾਂ ਨੂੰ ਤੇ ਉਹ ਮੁੜ ਕੇ ਥੱਲੇ ਪਤਾ ਨਹੀਂ ਵੀ ਸਿਸਟਮ ਚੱਲਦਾ ਕਿੱਦਾਂ। ਪਰ ਜਿਹੜੇ ਬੰਦੇ ਨੇ ਇੰਨਾ ਲੰਮਾ ਸਮਾਂ ਉਹ ਸਿਸਟਮ 'ਚ ਰਹਿ ਕੇ ਗੁਜ਼ਾਰਿਆ, ਹੋਰ ਉਹਨੂੰ ਕਮੀਆਂ ਪੇਸ਼ੀਆਂ ਪਤਾ ਹੁੰਦੀਆਂ। ਹੋ ਸਕਦਾ ਕੋਈ 2 4 5 ਫਾਈਲਾਂ ਇਹੋ ਜਿਹੀਆਂ ਵੀ ਹੋਣ ਜਿਹੜੀਆਂ ਉੱਪਰ ਤੱਕ ਪਹੁੰਚਦੇ ਆ ਉਦੋਂ ਵਾਲੇ ਪ੍ਰਧਾਨਾਂ ਨੇ ਨਾ ਕਲੀਅਰ ਕੀਤੀਆਂ ਹੋਣ, ਤੇ ਹੁਣ ਤੇ ਉਹਨਾਂ ਕੋਲੇ ਮੌਕਾ। ਕਿਉਂਕਿ ਜੇ ਉਹ ਕਹਿੰਦੇ ਵੀ ਸਿਸਟਮ ਚੇਂਜ ਹੋ ਗਿਆ, ਪਰਚੀ ਤੋਂ ਵੋਟਾਂ ਤੇ ਆ ਗਏ,
ਤੇ ਮੇਰੇ ਖਿਆਲ ਨਾਲ ਪੂਰੀ ਦੁਨੀਆ 'ਚ ਵਸਦੀ ਸਿੱਖ ਸੰਗਤ ਦੀਆਂ ਜਿਹੜੀਆਂ ਉਹ ਹੋਰ ਤੌਖਲੇ ਨੇ, ਜੀ। ਜੇ ਪਰਚੀ ਤੋਂ ਵੋਟਾਂ ਵਾਲਾ ਤੌਖਲਾ ਦੂਰ ਕਰ ਦਿੱਤਾ ਤੇ ਮੇਰੇ ਖਿਆਲ ਨਾਲ ਬਾਕੀ ਤੌਖਲੇ ਵੀ ਦੂਰ ਹੋ ਜਾਣਗੇ। ਨਹੀਂ ਬਹੁਤ ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ, 3 ਗੱਲਾਂ ਇੱਕੋ ਪੱਖ ਦੀਆਂ ਹੋਈਆਂ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਜਾਣਾ ਸੀ ਲੁਧਿਆਣੇ, ਉਹਨਾਂ ਤੋਂ ਪਹੁੰਚਣਾ ਹੋਇਆ ਮਨਪ੍ਰੀਤ ਸਿੰਘ ਬਾਦਲ ਤੇ ਹੋਰ 2-3 ਮਿਨਿਸਟਰਾਂ ਨੇ ਜਿਹੜੀਆਂ ਵਪਾਰੀਆਂ ਦੀਆਂ ਸਮੱਸਿਆਵਾਂ, ਛੋਟੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਦੋਂ ਕਲੀਅਰ ਕੱਟ ਸ਼ਰੇਆਮ ਦੋਸ਼ ਲੱਗੇ ਸੀ ਕਿ ਭਾਈ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ, ਪੈਸਾ ਟਕਾ ਇਕੱਠਾ ਕੀਤਾ ਜਾਂਦਾ, ਅਸੀਂ ਬਹੁਤ ਔਖੇ ਹਾਂ। ਉਹਦੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰੀ ਲੁਧਿਆਣੇ ਗਏ, ਉਹਨਾਂ ਨੇ ਉੱਥੋਂ ਦੇ ਵਪਾਰੀਆਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹ ਕਹਿੰਦੇ ਸੀ ਵਪਾਰੀ ਜਿਹੜੇ ਆ ਅਸੀਂ ਉਹਨਾਂ ਦਾ ਪੈਨਲ ਬਣਾਵਾਂਗੇ, ਛੋਟੇ ਕਾਰੋਬਾਰੀਆਂ ਦਾ ਪੈਨਲ ਬਣਾਵਾਂਗੇ, ਉਹ ਜਿਹੜੀ ਛੋਟੇ ਵਪਾਰੀਆਂ ਦੇ ਲਈ ਨੀਤੀ ਹੈ, ਪਾਲਿਸੀ ਹੈ, ਉਹ ਘੜਿਆ ਕਰਨਗੇ, ਕੋਈ ਐਦਾਂ ਦੀ ਗੱਲ ਨਹੀਂ, ਕੋਈ ਅਫਸਰਸ਼ਾਹੀ ਤੰਗ ਨਹੀਂ ਕਰੂ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ, ਬਾਦਲ ਸਾਹਿਬ ਗਏ ਤੇ ਉਹਨਾਂ ਨੇ ਜਾ ਕੇ ਫਿਰ ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਜਨਤਕ ਤੌਰ ਦੇ ਉੱਤੇ। ਉਹਨਾਂ ਨੇ ਵੀ ਐਲਾਨ ਕਰ ਦਿੱਤਾ, ਉਹ ਕਹਿੰਦੇ ਅਕਾਲੀ ਦਲ ਦੀ ਸਰਕਾਰ ਆਲਣ ਦਿਓ, ਤੁਹਾਡੀ ਕਮੇਟੀ ਬਣਾਵਾਂਗੇ, ਤੁਸੀਂ ਆਪਣੇ ਲਈ ਪਾਲਿਸੀ ਆਪ ਤਿਆਰ ਕਰਿਓ, ਇੰਸਪੈਕਟਰੀ ਰਾਜ ਨਹੀਂ ਹੋਊਗਾ, ਤੁਸੀਂ ਕੁਝ ਵੀ ਕੰਮ ਕਰਨਾ 45 ਦਿਨਾਂ ਦੇ ਵਿੱਚ ਤੁਹਾਨੂੰ ਸਾਰੀਆਂ ਮਨਜ਼ੂਰੀਆਂ ਮਿਲਣਗੀਆਂ, ਕੋਈ ਬੰਦਾ ਤੰਗ ਨਹੀਂ ਕਰੂਗਾ, ਟੈਕਸ ਘਟਾ ਦੇਾਂਗੇ, ਜਾਨੀ 5-7 ਚੀਜ਼ਾਂ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ। ਪਰ ਇੱਕ ਗੱਲ ਬੜੀ ਕਲੀਅਰ ਹੋ ਗਈ, ਜੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀਆਂ ਦੇ ਸਾਹਮਣੇ ਉਹ ਕਹਿੰਦੇ ਜੀ ਸਾਨੂੰ ਤੰਗ ਕੀਤਾ ਜਾਂਦਾ ਹੈ, ਜੇ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਇੰਸਪੈਕਟਰੀ ਰਾਜ ਖਤਮ ਕਰ ਦਿਆਂਗੇ, ਤੁਹਾਨੂੰ ਤੰਗ ਕਰਦੇ ਆ, ਤੰਗੀ ਖਤਮ ਕਰ ਦਿਆਂਗੇ, ਜੇ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਹਿੰਦੇ ਆ ਕਿ ਇੰਸਪੈਕਟਰੀ ਰਾਜ ਖਤਮ ਕਰ ਦਿਆਂਗੇ, ਕੋਈ ਬੰਦਾ ਤੁਹਾਨੂੰ ਤੰਗ ਨਹੀਂ ਕਰੂਗਾ ਤੇ ਪਾਲਿਸੀ ਤੁਸੀਂ ਬਣਾਓਗੇ, ਇਹਦਾ ਮਤਲਬ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਪਿਛਲੇ ਸਮੇਂ ਦੇ ਵਿੱਚ ਪਾਲਿਸੀ ਉਹਨਾਂ ਦੇ ਮੁਤਾਬਕ ਨਹੀਂ ਬਣਦੀ ਰਹੀ, ਜੋ ਅਫਸਰਸ਼ਾਹੀ ਚਾਹੁੰਦੀ ਸੀ ਜਾਂ ਸਿਆਸਤਦਾਨ ਚਾਹੁੰਦੇ ਸੀ ਉੱਦਾਂ ਬਣਦੇ ਰਹੇ। ਇਹਦਾ ਮਤਲਬ ਹੈ ਕਿ ਸਿੱਧੇ ਢੰਗ ਦੇ ਨਾਲ ਇਹ ਬੰਦੇ ਇਹ ਗੱਲ ਸਾਰੇ ਲੀਡਰ ਪ੍ਰਵਾਨ ਕਰਦੇ ਆ ਕਿ ਭਾਈ ਇੰਸਪੈਕਟਰੀ ਰਾਜ ਹੈ, ਇੰਸਪੈਕਟਰੀ ਰਾਜ ਤੋਂ ਭਾਵ ਕਿ ਤੰਗ ਕੀਤਾ ਜਾਂਦਾ। ਇਹਦਾ ਮਤਲਬ ਹੈ ਸਾਰੇ ਬੰਦੇ ਮੰਨਦੇ ਆ ਕਿ ਅੱਜ ਤੱਕ ਉਦਾਂ ਤਾਂ ਇਨਵੈਸਟਮੈਂਟ ਦੀਆਂ ਸੰਮੇਲਨ ਕਰਦੇ ਰਹੇ, ਸਮਿਟ ਕਰਦੇ ਰਹੇ ਕਿ ਭਾਈ ਬਾਹਰੋਂ ਆਓ ਜੀ, ਇਨਵੈਸਟਮੈਂਟ ਕਰੋ ਜੀ, ਤੇ ਜਦੋਂ ਅਗਲੇ ਬੰਦੇ ਤੁਹਾਡੀਆਂ ਇਹ ਸਾਰੀਆਂ ਗੱਲਾਂ ਬਾਤਾਂ ਸੁਣਦੇ ਹੋਣੇ ਆ ਫਿਰ ਤਾਂ ਉਹ ਨੋਟਾਂ ਦੇ ਟਰੱਕ ਭਰ ਕੇ ਲਿਆਉਣਗੇ ਕਿ ਭਾਈ ਪੰਜਾਬ ਤੋਂ ਵਧੀਆ ਨਹੀਂ ਹੈ ਇਨਵੈਸਟਮੈਂਟ ਕਰਨ ਦੇ ਲਈ ਕੋਈ ਥਾਂ। ਮੈਨੂੰ ਲੱਗਦਾ ਕਿ ਆਪਦਾ ਝੱਗਾ ਜਾ ਕੇ ਢੇਡਾ ਪੇ ਨੰਗਾ ਕਰੀ ਜਾਂਦੇ ਆ। ਦੇਖੋ ਕੁੱਲ ਮਿਲਾ ਕੇ ਇਹ ਜਿੰਨੀਆਂ ਵੀ ਪਾਰਟੀਆਂ ਦੇ ਲੀਡਰ ਸਾਹਿਬਾਨ ਮਿਲੇ ਨੇ, ਇਹ ਇਹਨਾਂ ਨੂੰ ਵਧੀਆ ਕੀਤਾ ਵੀ ਇਹਨਾਂ ਨੇ ਹੁਣ ਆ ਕੇ ਮੁਲਾਕਾਤ ਕੀਤੀ, ਕਿਉਂਕਿ ਪਹਿਲਾਂ ਜਿਹੜੇ ਬੰਦੇ ਰਾਜ ਕਰਦੇ ਸੀ ਨਾ ਪੰਜਾਬ ਤੇ, ਉਹਨਾਂ ਨੇ ਪਾਲਿਸੀਆਂ ਨਹੀਂ ਠੀਕ ਬਣਾਈਆਂ, ਬਸ ਅਸਲ ਕਸੂਰ ਉਹਨਾਂ ਦਾ ਸੀਗਾ ਜੀ। ਹੁਣ ਉਹ ਬੰਦੇ ਪਤਾ ਨਹੀਂ ਕਿੱਥੋਂ ਸੀਗੇ, ਮੈਂ ਤਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਮੰਗਲ ਗ੍ਰਹਿ ਤੋਂ ਆਏ ਸੀਗੇ, ਉਹੀ ਰਾਜ ਰੂਜ ਕਰੀ ਗਏ ਪੰਜਾਬ ਤੇ ਹੁਣ ਤੱਕ। ਮੈਂ ਨਾ ਵੀ ਚਲੋ ਐਤਕੀ 2022 ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਲੀਡਰ ਇਲੈਕਸ਼ਨ ਲੜਨ ਲੱਗੇ ਆ, ਪਹਿਲੀ ਵਾਰ ਉਹ ਵਪਾਰੀਆਂ ਨੂੰ ਮਿਲਣ ਲੱਗੇ ਆ, ਪਹਿਲੀ ਵਾਰ ਲੀਡਰਾਂ ਨੂੰ ਮਿਲਣ ਲੱਗੇ ਆ, ਪਹਿਲੀ ਵਾਰ ਕਿਸਾਨਾਂ ਨੂੰ, ਪਹਿਲੀ ਵਾਰ ਮਜ਼ਦੂਰਾਂ ਨੂੰ, ਬੇਰੁਜ਼ਗਾਰਾਂ ਨੂੰ, ਵੀ ਹੁਣ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗਣਾ ਵੀ ਹੋ ਯਾਰ ਇਹ ਤੇ ਪੰਜਾਬ ਨਾਂ ਦਾ ਸੂਬਾ ਆ, ਇਹਦੇ 'ਚ ਤੇ ਆਹ ਮੁਸ਼ਕਲਾਂ ਨੇ। ਤੇ ਮੈਨੂੰ ਲੱਗਦਾ ਵੀ ਦੂਰ ਹੋ ਜਾਣੀਆਂ ਐਤਕੀ, ਚਲੋ ਹੋ ਜਾਣੇ 2022  'ਚ ਹੀ ਸਹੀ, ਵੀ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਅਸਲ 'ਚ ਪੰਜਾਬ ਦੇ ਲੀਡਰ ਸੁਣਨਗੇ ਤੇ ਪੰਜਾਬ ਦੇ ਲੀਡਰ ਹੱਲ ਕਰਨਗੇ। ਨਹੀਂ ਜੇ ਮੈਂ ਕਹਿੰਦਾ ਕਿ ਮਹਾਰਾਜ ਸੁੱਖ ਰੱਖੇ, ਮੈਂ ਤੇ ਇਹੋ ਹੀ ਬੇਨਤੀ ਕਰਦਾ, ਫੇਰ ਨਾ ਕਿਤੇ ਮੰਗਲ ਗ੍ਰਹਿ ਵਾਲੇ ਲੀਡਰ ਯਾਦਦਾਸ਼ਤ ਕਾਇਮ ਰੱਖੇ ਮਹਾਰਾਜ ਇਹਨਾਂ ਦੀ, ਇਹਨਾਂ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨ ਦਾ ਬਲ ਬਖਸ਼ੇ ਮਹਾਰਾਜ। ਮੈਂ ਉਹੀ ਕਹਿੰਦਾ ਬ੍ਰਹਮੀ ਘੋਟ ਪੀਆ ਕਰਨਗੇ। ਤੇ ਜੇ ਘਰੇ ਆਉਂਦੇ ਆ ਭਾਈ ਤੁਹਾਡੇ ਕੋਲ ਇਹਨਾਂ ਨੂੰ ਚਵਨਪ੍ਰਾਸ਼ ਦੇ ਡੱਬੇ ਦਿਓ, ਭਾਈ ਇਹਨਾਂ ਦੀ ਯਾਦਦਾਸ਼ਤ ਕਾਇਮ ਰਹੇ, ਪਰਮਾਤਮਾ ਇਹਨਾਂ ਨੂੰ ਸੇਮ ਟੈਲੀਫੋਨ ਨੰਬਰ ਰੱਖਣ ਦਾ ਬਲ ਬਖਸ਼ੇ। ਉਦੋਂ ਬਾਅਦ ਚੁੱਕਣ ਦਾ ਬਲ ਬਖਸ਼ੇ, ਜਦੋਂ ਚੁੱਕ ਕੇ ਕਹਿਣ ਵੀ ਹੋ ਜੂ ਕੰਮ ਤੇ ਹੋ ਵੀ ਜਾਵੇ। ਹਾਂ ਹੋ ਵੀ ਜਾਵੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਹੋ ਗਈ, ਤੁਹਾਨੂੰ ਪਤਾ ਕਿ ਦੁਆਬੇ ਤਾਂ ਮਾਝੇ 'ਚ ਗੰਨਾ ਬਹੁਤ ਹੁੰਦਾ ਹੀ, ਗੰਨਾ ਹੁੰਦਾ ਤੇ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ 3-4 ਦਿਨ ਰਾਤ ਜਲੰਧਰੋਂ ਫਗਵਾੜੇ ਦੇ ਵਿਚਾਲੇ ਵਾਲੀ ਜਿਹੜੀ ਆ ਸੜਕ ਬੰਦ ਰੱਖੀ ਸੀ ਕਿਸਾਨਾਂ ਨੇ ਕਿ ਭਾਈ ਇੱਕ ਤਾਂ ਤੁਹਾਡਾ ਕਾਨੂੰਨ ਹੈ ਕਿ ਪੈਸੇ 14 ਦਿਨਾਂ ਦੇ ਵਿੱਚ ਮਿਲਣ, ਜੇ ਨਹੀਂ ਤਾਂ ਵਿਆਜ ਮਿਲੇ। ਉਹ ਕਹਿੰਦੇ ਵਿਆਜ ਅਜੇ ਤੱਕ ਧੇਲਾ ਨਹੀਂ ਮਿਲਿਆ। ਦੂਸਰਾ ਸੈਂਕੜੇ ਕਰੋੜ ਰੁਪਈਏ ਮਿੱਲਾਂ ਵਾਲਿਆਂ ਵੱਲ ਸਾਡੇ ਫਸੇ ਪਏ ਆ। ਤੀਸਰਾ ਗੰਨੇ ਦਾ ਭਾਅ, ਕੈਪਟਨ ਸਾਹਿਬ ਮੁੱਖ ਮੰਤਰੀ ਸਨ, ਉਹਨਾਂ ਨੇ ਉਦੋਂ ਐਲਾਨ ਕੀਤਾ ਸੀ ਕਿ ਸਭ ਤੋਂ ਵੱਧ ਭਾਅ ਯੂਪੀ 'ਚ 258, ਆ ਚੱਕੋ 260, 225 ਦੇਣਗੀਆਂ ਮਿੱਲਾਂ, 35 ਰੁਪਈਏ ਦੇਵਾਂਗੇ ਅਸੀਂ। ਉਹਦੇ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਹੈ ਮੁੱਖ ਮੰਤਰੀ ਮੌਜੂਦਾ ਚੰਨੀ ਸਾਹਿਬ, ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਆ ਕੇ ਮਿਲੀਆਂ, ਉਹਨਾਂ ਨੇ ਕਿਹਾ ਸੀ 2 ਦਿਨ ਦੇ ਦਿਓ, ਮੈਂ ਖੰਡ ਮਿੱਲ ਵਾਲਿਆਂ ਨੂੰ ਸੱਦਾਂਗਾ, ਉਹਨਾਂ ਨੂੰ ਬੁਲਾ ਕੇ ਗੱਲ ਕਰੂੰਗਾ, ਕਿਉਂਕਿ ਕਿਸਾਨ ਇੱਕ ਗੱਲ ਕਹਿੰਦੇ ਸੀ ਕਿ ਸਾਨੂੰ 260 ਰੁਪਏ ਕੁਆਂਟਲ ਇੱਕ ਥਾਂ ਤੋਂ ਮਿਲਣ, ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਜੀ 225 ਮਿੱਲਾਂ ਵਾਲਿਆਂ ਨੇ ਦਿੱਤੇ, 300 ਮੇਰਾ ਖਿਆਲ ਤਾਂ 325 ਕਿ 325 ਜਿਹੜੇ ਆ ਮਿੱਲਾਂ ਵਾਲਿਆਂ ਨੇ ਦਿੱਤੇ, 35 ਸਰਕਾਰ ਦਊ। ਕਦੋਂ ਆਉਂਦੇ ਆ ਉਹਦੇ ਨਾਲ ਭਾਅ ਜਿਹੜਾ ਆ ਉਹ 2 ਹਿੱਸਿਆਂ 'ਚ ਵੰਡ ਜਾਂਦਾ ਸੀ। ਉਹ ਕਹਿੰਦੇ ਸੀ ਕੋਈ ਗੱਲ ਨਹੀਂ ਇਹ ਵੀ ਕਰ ਦਿਆਂਗੇ,
ਵੀ ਤੁਸੀਂ ਮਿੱਲ ਵਾਲਿਆਂ ਨੂੰ ਦੇ ਦਿਓ, ਮਿੱਲ ਵਾਲੇ ਸਾਨੂੰ ਦੇ ਦੇਣ। ਹੁਣ ਕਿਸਾਨ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ, ਉਹ ਕਹਿੰਦੇ 2 ਹਫ਼ਤੇ ਤੋਂ ਉੱਪਰ ਹੋ ਗਿਆ, ਤੁਹਾਡੇ 2 ਦਿਨ ਨਹੀਂ ਨਿਬੜੇ। ਜੇ ਮੁੱਖ ਮੰਤਰੀ ਸਾਹਿਬ ਤੁਸੀਂ 1-2 ਦਿਨਾਂ ਦੇ ਵਿੱਚ ਫੈਸਲਾ ਨਾ ਕੀਤਾ ਤੇ ਕੰਮ ਔਖਾ ਹੋ ਜਾਊਗਾ। ਅਸੀਂ ਤੁਰੰਤ ਜਿਹੜਾ ਉਧਰਲੇ ਪਾਸੇ ਐਕਸ਼ਨ ਲਵਾਂਗੇ, ਜੋ ਦਿੱਲੀ ਕੀਤਾ ਚੰਡੀਗੜ੍ਹ ਅਸੀਂ ਉਦਾਂ ਦਾ ਬਣਾ ਦੇਣਾ ਹੈ। ਤੇ ਨਾਲ ਉਹਨੇ ਕਿਹਾ ਕਾਊਂਟਰ ਤੇ ਪੇਮੈਂਟ ਚਾਹੀਦੀ ਆ ਕਿ ਆਹ ਟਰਾਲੀ ਲੈ ਕੇ ਗਏ, ਸਾਲ ਦੀ ਫਸਲ ਹੈ ਗੰਨੇ ਦੀ, ਪਿਛਲਾ ਬਕਾਇਆ ਦੇ ਦਿਓ। ਇਧਰਲੇ ਪਾਸੇ ਗੰਨਾ ਤੁਲਾਇਆ, ਮਿੱਲ ਵਾਲੀ ਚੂੰਡੀ ਨੇ ਟਰਾਲੀ ਟਰੱਕ ਦੇ ਵਿੱਚੋਂ ਚੱਕਿਆ, ਆਹ ਟਰਾਲੀ ਉੱਪਰ ਦੇ ਪਾਸਿਓਂ ਦੀ ਘੁੰਮ ਕੇ ਆਈ ਤੇ ਉਧਰ ਰਸੀਦ ਤੇ ਪੈਸੇ ਪਏ ਹੋਣੇ ਚਾਹੀਦੇ ਆ। ਹਾਂ, ਤੇ ਉਦੋਂ ਬਾਅਦ ਜਿਹੜੀ ਉਹ ਕੌਲੀ ਦੇ ਵਿੱਚ ਇੱਕ ਸਪੰਜ ਰੱਖੀ ਹੁੰਦੀ ਆ, ਉੱਤੇ ਐ ਚੁੰਡੀ ਦੇ ਨਾਲ ਥੋੜੇ ਜਿਹਾ ਉਂਗਲਾਂ ਗਿੱਲੀਆਂ ਕਰਕੇ ਬੰਦਾ ਨੋਟ ਗਿਣ ਕੇ ਤੇ ਘਰ ਨੂੰ ਚਲੇ ਜਾਵੇ। ਮਤਲਬ ਜੇ ਇੰਨਾ ਕੰਮ ਹੋ ਜੇ ਤੇ ਵਧੀਆ। ਚਲੋ ਮੈਨੂੰ ਲੱਗਦਾ ਵੀ ਉਹ ਸ਼ਾਇਦ ਆਸ ਹੈ ਵੀ ਇਹ ਕੰਮ ਹੋ ਜਾਊਗਾ, ਕਿਉਂਕਿ ਜੇ ਏਡੀ ਵੱਡੀ ਸਰਕਾਰ ਨੇ ਇੰਨੀ ਵੱਡੇ ਮਸਲੇ ਹੱਲ ਕਰ ਦਿੱਤੇ ਤੇ ਗੱਲ ਹੀ ਕੁਛ ਨਹੀਂ ਹੈ ਨਾ। ਤੇ ਉਹ ਮਸਲੇ ਜਿਹਦੇ ਤੇ ਆਲਰੇਡੀ ਇਸ ਤੋਂ ਪਹਿਲਾਂ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਕਲੀਅਰ ਕਰ ਚੁੱਕੇ ਵੀ ਭਾਈ ਸਾਹਿਬ ਆਪਾਂ ਇਹ ਪੈਸੇ ਦੇਣੇ ਆ। ਪਰ ਮੁੱਖ ਮੰਤਰੀ ਸਾਹਿਬ ਦੇ ਮਤਲਬ ਪਰਿਵਾਰ ਦੇ ਵਿੱਚੋਂ ਜਿਹੜਾ ਪਿਛਲੇ ਦਿਨ ਹੀ ਸੀਗਾ ਨਾ, ਇੱਕ ਉਹ ਨੋਟਿਸ ਆਇਆ ਸਾਬਕਾ ਮੁੱਖ ਮੰਤਰੀ। ਨਹੀਂ ਯਾਰ, ਇਦਾਂ ਨਾ ਕਹੋ, ਉਹਨਾਂ ਦਾ ਤੇ ਕਸੂਰ ਹੀ ਕੋਈ ਨਹੀਂ। ਅਸ਼ਵਨੀ ਸ਼ਰਮਾ ਸਾਹਿਬ ਨੇ ਕਿਹਾ ਨਾ ਉਹਨਾਂ ਦਾ ਕਸੂਰ, ਫਿਰ ਐਵੇਂ ਨਹੀਂ ਕਰਨਾ। ਅਸ਼ਵਨੀ ਸ਼ਰਮਾ ਨੇ ਕਿਹਾ ਉਹਨਾਂ ਦਾ ਕੋਈ ਕਸੂਰ ਨਹੀਂ, ਕਾਂਗਰਸ ਪਾਰਟੀ ਦਾ ਕਸੂਰ। ਉਹਨਾਂ ਦਾ ਕਸੂਰ ਨਹੀਂ, ਇਸੇ ਕਰਕੇ ਪਰਿਵਾਰ ਵਾਲੇ ਪਾਸੇ ਹੁਣ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਨੇ ਆਪਣੇ ਉਹ ਪੋਸਟਰ ਲਾ ਦਿੱਤਾ ਸੋਸ਼ਲ ਮੀਡੀਆ ਤੇ, ਕੈਪਟਨ ਫॉर 2022। ਦੇਖੋ ਸੰਧਾਲੀਆ ਸਾਹਿਬ, ਬੀਬੀ ਪ੍ਰਨੀਤ ਕੌਰ ਹੋਰੀ MP ਨੇ ਪਟਿਆਲੇ ਤੋਂ, ਸੁਖਨਾ 25 ਉਹਨਾਂ ਦੇ ਕੋਲੇ ਕੌਂਸਲਰ ਵੀ ਹੈਗੇ ਆ, ਕੈਪਟਨ ਸਾਹਿਬ ਖੁਦ MLA ਨੇ। ਘੱਟੋ-ਘੱਟ ਪਟਿਆਲੇ ਦਾ ਕਿਲਾ ਬਚਿਆ ਰਹਿਣਾ ਬਹੁਤ ਜ਼ਰੂਰੀ ਹੈ। ਹੁਣ ਜੇ ਤਾਂ ਉਹ ਖੁਦ ਪਾਰਟੀ ਛੱਡ ਕੇ ਜਾਂਦੇ ਆ ਤਾਂ ਉਹਨਾਂ ਨੂੰ MPਸ਼ਿਪ ਛੱਡਣੀ ਪਊ। ਉਹ ਕਹਿੰਦੇ ਆ ਜੀ ਨੋਟਿਸ ਆਇਆ, ਜਵਾਬ ਦਈਏ ਨਾ ਦਈਏ, ਫੋਟੋ ਲਾ ਕੇ ਕਲੀਅਰ ਕਰਤਾ ਕਿ 2022 ਦੇ ਵਿੱਚ ਪੰਜਾਬ ਦੇ ਲਈ ਕੈਪਟਨ ਜ਼ਰੂਰੀ ਹੈ। MP ਨੇ ਉਹ ਪਾਰਲੀਮੈਂਟ ਦੇ ਵਿੱਚ ਵੀ ਜਾਂਦੇ ਆ। ਹੁਣ ਪਾਰਟੀ ਦੇ ਕੋਲ ਕੋਈ ਚਾਰਾ ਨਹੀਂ ਹੋਣਾ, ਇੱਕ ਵਾਰੀ ਨੋਟਿਸ ਹੋਰ ਦੇ ਦੇਣਗੇ, ਸਸਪੈਂਡ ਕਰ ਦੇਣਗੇ, ਕੋਈ ਗੱਲ ਨਹੀਂ। ਤੇ ਕੈਪਟਨ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਕਿ ਬੜੇ ਕਾਂਗਰਸੀ ਮੇਰੇ ਨਾਲ ਆ, ਮੈਂ ਸਾਰਿਆਂ ਨੂੰ ਕਿਹਾ ਪਾਰਟੀ 'ਚ ਰਹੋ, ਗ੍ਰਾਂਟਾਂ ਲਓ, ਆਪੋ ਆਪਣੇ ਹਲਕੇ ਦਾ ਵਿਕਾਸ ਕਰੋ। ਜਿੱਦਣ ਕੋਡ ਆਫ ਕੰਡਕਟ ਲੱਗ ਗਿਆ, ਗ੍ਰਾਂਟਾਂ ਦੀ ਸ਼ਕਤੀ ਇਹਨਾਂ ਦੇ ਕੋਲ ਨਾ ਰਹੀ, ਕਹਿੰਦੇ ਅੱਧੀ ਕਾਂਗਰਸ ਇਧਰਲੇ ਪਾਸੇ ਆ ਜਾਣੀ ਹੈ, ਤੁਸੀਂ ਘਬਰਾਓ ਨਾ। ਇਹਦਾ ਮਤਲਬ ਹੈ ਕਿ ਕੈਪਟਨ ਸਾਹਿਬ ਦੀ ਪਾਰਟੀ ਦੇ ਕੋਲ ਇੱਕ MLA ਤੇ ਇੱਕ MP ਤਾਂ ਕਲੀਅਰ ਹੈ, ਬਾਕੀ ਪਤਾ ਨਹੀਂ। ਬਾਕੀ ਉਹ ਤਾਂ ਅਜੇ ਪਤਾ ਹੀ ਨਹੀਂ ਹੈ ਨਾ। ਇਹੋ ਹੀ ਤੇ ਰੌਲਾ ਵੀ ਪਤਾ ਨਹੀਂ। ਇਹ ਪਤਾ ਨਹੀਂ ਦੇ ਵਿੱਚ ਹੀ ਬੜੀ ਗੇਮ ਆ। ਹੁਣ ਇੰਨਾ ਕੁ ਆਪਾਂ ਕਹਿ ਸਕਦੇ ਹਾਂ ਕਿ ਪਿਛਲਾ ਜਿਹੜਾ ਲਗਭਗ 1 ਸਾਲ ਸੀਗਾ, ਉਹ ਸਾਰਾ ਘੁੰਮਦਾ ਘਮਾਉਂਦਾ ਰਿਹਾ ਕਿਸਾਨ ਅੰਦੋਲਨ ਦੇ ਘੇਰੇ। ਕੰਮ ਉਹ ਨਿਬੜ ਗਿਆ। ਚਲੋ ਕੱਲ ਦਾ ਖੇਤੀ ਕਾਨੂੰਨ ਰੱਦ ਹੋ ਗਏ ਤੇ ਹੁਣ ਮੇਰੇ ਖਿਆਲ ਨਾਲ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਹਰੇਕ ਨੂੰ ਆਪਣੇ ਆਪਣੇ ਹਥਿਆਰ ਕੱਢ ਲੈਣੇ ਵੀ ਲੜਾਈ 2022 ਇਲੈਕਸ਼ਨ ਵਾਲੀ ਲੜਨੀ ਹੈ। ਪਰ ਮੈਂ ਇਹਨਾਂ ਵੀ ਰੱਬ ਸੁੱਖ ਰੱਖੇ, ਜਿੱਦਣ ਇਹ ਕੋਡ ਆਫ ਕੰਡਕਟ ਲੱਗ ਗਿਆ ਨਾ, ਉਦੋਂ ਬਾਅਦ ਕਈਆਂ ਨੇ ਕਈ ਕੁਛ ਕਰਨਾ ਭਾਈ ਸਾਹਿਬ। ਤੇ ਜੇ ਕਿਸੇ ਦਾ ਹੌਕਾ ਨਿਕਲਦਾ ਹੋਵੇ ਜੀ, ਜੇ ਕਿ ਉਹਨੂੰ ਲੱਗੇ ਵੀ BP ਵਾਧਾ ਘਟਦਾ ਤੇ ਗੋਲੀ ਜੇਬ 'ਚ ਰੱਖੋ, ਫਿਰ ਨਾ ਕੋਈ ਦੱਸਿਆ ਨਹੀਂ। ਬਿਲਕੁਲ। ਅਸੀਂ ਤੇ ਇਹ ਵੀ ਸਲਾਹ ਦਿੰਨੇ ਆ ਜਿਹੜੇ ਸਿਆਸੀ ਮੱਸ ਰੱਖਦੇ ਪਿੰਡਾਂ ਵਾਲੇ, ਕਿ ਤੁਸੀਂ ਅਜੇ 20-25 ਦਿਨ ਰੁਕ ਕੇ ਬੈਨਰ ਪੋਸਟਰ ਆਪਦੇ ਬਣਾਉਣੇ ਆ, ਕਿਉਂਕਿ ਹੋ ਸਕਦਾ ਕਿ ਤੁਸੀਂ ਕਿਸੇ ਲੀਡਰ ਨਾਲ ਵੱਜੇ ਹੋ, ਪਰ ਲੀਡਰ ਕਿਹੜੀ ਪਾਰਟੀ ਨਾਲ ਵੱਜਾ ਇਹਦੀ ਕੋਈ ਗਰੰਟੀ ਨਹੀਂ। ਹਾਂ, ਮੈਂ ਐਵੇਂ ਪੈਸੇ ਲਵਾ ਲਓਗੇ, ਕੋਈ ਫਾਇਦਾ ਨਹੀਂ। ਅੱਗੇ ਨਹੀਂ, ਪੰਜਾਬ ਸਰਕਾਰ ਦਾ ਵੀ ਕਿੰਨਾ ਨੁਕਸਾਨ ਹੋਇਆ। ਕਹਿੰਦਾ ਕੱਲੀ PRTC ਦੇ ਪਿੱਛੋਂ ਐ ਖਿੱਚ ਕੇ ਲਾਉਂਦੇ, ਅੱਧਾ ਪੋਸਟਰ ਰਹਿ ਜਾਂਦਾ। ਫਿਰ ਉਹ ਕਹਿੰਦੇ ਵੀ ਹੁਣ ਕਹਿੰਦਾ ਤਾਰਾਂ ਵਾਲਾ ਬੁਰਸ਼ ਲਿਆਓ, ਨਾਲੇ ਪਾਣੀ ਲਿਆਓ ਥੋੜਾ। ਮੁੜ ਕੇ ਰੌਲਾ ਪੈਂਦਾ ਰਹਿੰਦਾ ਕਿ ਭਾਈ ਕੌਣ ਮਸਲੇ ਹੱਲ ਕਰਦਾ, ਕੋਈ ਵਿਅਕਤੀ ਵਿਸ਼ੇਸ਼ ਕਰਦਾ ਕਿ ਪੰਜਾਬ ਸਰਕਾਰ ਮਸਲੇ ਹੱਲ ਕਰਦੀ ਹੈ, ਉੱਥੇ ਵੀ ਕੂਚੀ ਫੇਰਦੇ ਅਗਲੇ। ਕੀ ਕਰੀਏ ਹੁਣ, ਪਤਾ ਨਹੀਂ ਕਿਉਂ ਨਹੀਂ ਸਲਾਹ ਪਹਿਲਾਂ ਕਰਦੇ ਚੱਲੀ। ਹੁਣ ਚਲੋ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਤੁਸੀਂ ਦੇਖਦੇ ਹੋ, ਤੁਸੀਂ ਪਸੰਦ ਕਰਦੇ ਹੋ, ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅੱਗੇ ਸ਼ੇਅਰ ਵੀ ਕਰਦਿਆ ਕਰੋ, ਉਹਦੇ ਲਈ ਬੜਾ ਸ਼ੁਕਰੀਆ। ਤੇ ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।